ਅੱਜ ਦਾ ਸਾਡਾ ਪਾਠ ਨੰਬਰ ਹੈ 18, ਜਿਸ ਦਾ ਨਾਮ ਹੈ ਅਖਬਾਰ ਦੀ ਦੁਨੀਆ। ਅਖਬਾਰ ਪੜ੍ਹਨਾ ਸਾਡੀ ਆਦਤ ਵਿੱਚ ਸ਼ਾਮਿਲ ਹੋ ਚੁੱਕਿਆ ਹੈ। ਹਰ ਰੋਜ਼ ਸਵੇਰੇ ਉੱਠਦਿਆਂ ਹੀ ਅਖਬਾਰ ਵਾਲਾ ਅਖਬਾਰ ਦੇਣ ਆਉਂਦਾ ਹੈ। ਸਾਡੀ ਤਿਰਛੀ ਨਜ਼ਰ ਉਸ 'ਤੇ ਪੈਂਦੀ ਹੈ। ਤਿਰਛੀ ਨਜ਼ਰ ਵੀ ਸਾਈਡ ਆਈ ਵੀ ਆਪਾਂ ਉਹਨੂੰ ਆਉਂਦੇ ਹੋਏ ਨੂੰ ਅੱਖ ਦੇ ਇੱਕ ਕੋਨੇ 'ਚ ਹੀ ਵੇਖ ਲੈਂਦੇ ਹਾਂ ਵੀ ਅਖਬਾਰ ਵਾਲਾ ਆ ਰਿਹਾ ਹੈ। ਅਸੀਂ ਸ਼ਹਿਰ, ਰਾਜ, ਦੇਸ਼ ਅਤੇ ਦੁਨੀਆ ਭਰ ਦੀਆਂ ਘਟਨਾਵਾਂ ਬਾਰੇ ਵਿਸਤਾਰ ਸਹਿਤ ਜਾਣਕਾਰੀ ਲਈ ਅਖਬਾਰ ਪੜ੍ਹਦੇ ਹਾਂ। ਮਤਲਬ ਆਪਾਂ ਨੂੰ ਆਪਣੇ ਜਿਹੜੀ ਲੋਕਲ ਨਿਊਜ਼ ਜਾਂ ਸਿਟੀ ਦੀ ਨਿਊਜ਼ ਜਾਂ ਆਪਾਂ ਕਹਿ ਸਕਦੇ ਹਾਂ ਸਟੇਟ ਦੀ, ਨੈਸ਼ਨਲ, ਇੰਟਰਨੈਸ਼ਨਲ ਨਿਊਜ਼, ਆਪਾਂ ਨੂੰ ਸਾਰੀ ਨਿਊਜ਼ ਵਿਦ ਡਿਟੇਲਸ ਨਿਊਜ਼ਪੇਪਰ 'ਚੋਂ ਮਿਲ ਜਾਂਦੀ ਹੈ। ਅਖਬਾਰ ਤੋਂ ਇਲਾਵਾ ਰੇਡੀਓ, ਟੈਲੀਵਿਜ਼ਨ ਅਤੇ ਇੰਟਰਨੈਟ ਰਾਹੀਂ ਵੀ ਖਬਰਾਂ ਸਾਡੇ ਤੱਕ ਪਹੁੰਚਦੀਆਂ ਹਨ। ਅਖਬਾਰ ਪੜ੍ਹ ਕੇ ਸਾਨੂੰ ਵੰਨ-ਸੁਵੰਨੀਆਂ ਖਬਰਾਂ ਦੇ ਵੇਰਵੇ ਸਹਿਤ ਜਾਣਕਾਰੀ ਹਾਸਿਲ ਹੁੰਦੀ ਹੈ। ਵੰਨ-ਸੁਵੰਨੀਆਂ ਹੁੰਦੀਆਂ ਵੀ ਭਾਂਤ-ਭਾਂਤ ਦੀਆਂ ਜਾਂ ਅਲੱਗ-ਅਲੱਗ ਕਿਸਮ ਦੀਆਂ ਖਬਰਾਂ, ਔਰ ਵੇਰਵੇ ਸਹਿਤ ਜਾਣਕਾਰੀ ਮੀਨਸ ਉਹਨਾਂ ਦੀ ਡਿਟੇਲ ਸਹਿਤ ਆਪਾਂ ਨੂੰ ਇਨਫੋਰਮੇਸ਼ਨ ਪਤਾ ਚੱਲਦੀ ਹੈ। ਅਖਬਾਰ ਪੜ੍ਹਦੇ ਸਮੇਂ ਤੁਸੀਂ ਵੇਖਦੇ ਹੋਵੋਗੇ ਕਿ ਇਹਨਾਂ ਵਿੱਚ ਖਬਰਾਂ ਤੋਂ ਇਲਾਵਾ ਵੀ ਹੋਰ ਵੀ ਸਮੱਗਰੀ ਹੁੰਦੀ ਹੈ। ਸਮੱਗਰੀ ਮਤਲਬ ਇਨਗਰੀਡੀਐਂਟਸ ਜਾਂ ਆਪਾਂ ਕਹਿ ਸਕਦੇ ਹਾਂ ਹੋਰ ਵੀ ਚੀਜ਼ਾਂ ਹੁੰਦੀਆਂ, ਜਿਵੇਂ ਕਿ ਸੰਪਾਦਕੀ ਜਿਹਦਾ ਮਤਲਬ ਹੁੰਦਾ ਐਡੀਟੋਰੀਅਲ, ਕਾਰਟੂਨ, ਫੀਚਰ, ਇਸ਼ਤਿਹਾਰ ਮਤਲਬ ਐਡਵਰਟਾਈਜ਼ਮੈਂਟਸ ਆਦਿ। ਇਸ ਤਰ੍ਹਾਂ ਅਖਬਾਰ ਸਾਨੂੰ ਸਾਰੀਆਂ ਮਹੱਤਵਪੂਰਨ ਘਟਨਾਵਾਂ ਦੀ ਸੂਚਨਾ ਵੱਖੋ ਵੱਖਰੇ ਢੰਗ ਨਾਲ ਦਿੰਦਾ ਹੈ। ਇਸ ਪਾਠ ਵਿੱਚ ਅਖਬਾਰ ਦੀ ਦੁਨੀਆ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਆਓ ਵੇਖੀਏ ਕਿ ਅਖਬਾਰ ਵਿੱਚ ਕਿਹੜੀ ਸਮੱਗਰੀ ਸ਼ਾਮਿਲ ਹੁੰਦੀ ਹੈ ਅਤੇ ਉਸ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ। ਤਾਂ ਇਸ ਤੋਂ ਬਾਅਦ ਆਪਾਂ ਪੜ੍ਹਾਂਗੇ ਇਸ ਪਾਠ ਦੇ ਕੀ ਉਦੇਸ਼ ਹਨ। ਇਸ ਪਾਠ ਨੂੰ ਪੜ੍ਹਨ ਮਗਰੋਂ ਤੁਸੀਂ ਜਾਣ ਸਕੋਗੇ ਕਿ ਅਖਬਾਰਾਂ ਦਾ ਸਰੂਪ ਕਿਹੋ ਜਿਹਾ ਹੁੰਦਾ ਹੈ, ਖਬਰਾਂ ਦੀਆਂ ਕਿਸਮਾਂ ਕਿਹੜੀਆਂ ਹੁੰਦੀਆਂ ਹਨ, ਅਖਬਾਰਾਂ ਦੀ ਸਮੱਗਰੀ ਕੀ ਹੁੰਦੀ ਹੈ ਔਰ ਅਖਬਾਰਾਂ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ। ਤਾਂ ਹੁਣ ਆਪਾਂ ਪੜ੍ਹਾਂਗੇ ਅਖਬਾਰਾਂ ਦਾ ਸਰੂਪ। ਸਰੂਪ ਮਤਲਬ ਹੁੰਦਾ ਅਪੀਅਰੈਂਸ। ਆਮ ਤੌਰ 'ਤੇ ਲੋਕ ਮੰਨਦੇ ਹਨ ਕਿ ਅਖਬਾਰਾਂ ਵਿੱਚ ਸਿਰਫ ਖਬਰਾਂ ਹੀ ਛਪਦੀਆਂ ਹਨ, ਪਰ ਇਹ ਸੱਚ ਨਹੀਂ ਹੈ। ਅਖਬਾਰਾਂ ਵਿੱਚ ਖਬਰਾਂ ਦੇ ਆਧਾਰ ਅਤੇ ਖਬਰਾਂ ਤੋਂ ਵੱਖਰੀ ਸਮੱਗਰੀ ਵੀ ਛਪਦੀ ਹੈ, ਜਿਵੇਂ ਉੱਪਰ ਦਿੱਤਾ ਹੋਇਆ ਕਿ ਐਡੀਟੋਰੀਅਲ ਕਾਲਮਸ ਛਪਦੇ ਆ, ਕਾਰਟੂਨ ਛਪਦੇ ਆ, ਫੀਚਰਸ, ਐਡਵਰਟਾਈਜ਼ਮੈਂਟਸ, ਇਹ ਸਭ। ਇਹਨਾਂ ਨੂੰ ਅਸੀਂ ਵੱਖਰੇ ਨਾਵਾਂ ਨਾਲ ਜਾਣਦੇ ਹਾਂ। ਇਹਨਾਂ ਨੂੰ ਅਸੀਂ ਅਖਬਾਰ ਦੇ ਅੰਗ ਹੀ ਕਹਿ ਸਕਦੇ ਹਾਂ। ਇਸ ਸਭ ਨੂੰ ਮਿਲਾ ਕੇ ਅਖਬਾਰ ਦਾ ਸਰੂਪ ਬਣਦਾ ਹੈ। ਹਰ ਅਖਬਾਰ ਵਿੱਚ ਵੱਖ-ਵੱਖ ਚੀਜ਼ਾਂ ਨੂੰ ਛਾਪਣ ਵਾਸਤੇ ਵੱਖ-ਵੱਖ ਸਥਾਨ ਨਿਸ਼ਚਿਤ ਕਰਦਾ ਹੈ। ਮਤਲਬ ਜਿਵੇਂ ਕੋਈ ਪਰਟੀਕੂਲਰ ਨਿਊਜ਼ਪੇਪਰ ਹੁੰਦਾ, ਉਹਦੇ 'ਚ ਇੱਕ ਪਰਟੀਕੂਲਰ ਪੇਜ 'ਤੇ ਇੱਕ ਪਰਟੀਕੂਲਰ ਕਾਲਮ ਹੁੰਦਾ ਜਿਹੜਾ ਐਡਵਰਟਾਈਜ਼ਮੈਂਟ ਦਾ ਕਾਲਮ ਹੁੰਦਾ ਵਾ। ਅਗਲਾ ਕਾਲਮ ਹੁੰਦਾ ਵਾ ਜਿਹੜਾ ਆਪਾਂ ਕਹਿ ਸਕਦੇ ਹਾਂ ਐਡੀਟੋਰੀਅਲ ਕਾਲਮ ਹੋ ਸਕਦਾ ਵਾ। ਉਹਦੇ ਇਲਾਵਾ ਇੱਕ ਕਾਲਮ ਹੋ ਸਕਦਾ ਵਾ ਜਿਹਦੇ 'ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਸਟਾਕ ਮਾਰਕੀਟ ਦੇ ਬਾਰੇ ਇਨਫੋਰਮੇਸ਼ਨ ਦਿੱਤੀ ਹੋਵੇ। ਹਰੇਕ ਪਰਟੀਕੂਲਰ ਚੀਜ਼ ਦਾ ਇੱਕ ਕਾਲਮ ਹੁੰਦਾ ਵਾ, ਔਰ ਮਤਲਬ ਅਖਬਾਰ ਦੇ ਵਿੱਚ ਉਸੇ ਕਾਲਮ 'ਤੇ ਹੀ ਉਸੇ ਪਰਟੀਕੂਲਰ ਚੀਜ਼ ਦੀ ਆਪਾਂ ਨੂੰ ਖਬਰ ਮਿਲਦੀ ਆ। ਇੱਥੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਨਾਲ ਅਖਬਾਰ ਪੜ੍ਹਨ ਵਿੱਚ ਸਹੂਲਤ ਮਿਲਦੀ ਹੈ। ਆਓ ਅਖਬਾਰ ਦੇ ਸਰੂਪ ਅਤੇ ਇਸ ਦੇ ਅੰਗਾਂ ਬਾਰੇ ਜਾਣਕਾਰੀ ਹਾਸਲ ਕਰੀਏ। ਅੱਗੇ ਆਪਾਂ ਪੜ੍ਹਾਂਗੇ ਅਖਬਾਰ ਦੇ ਅੰਗਾਂ ਬਾਰੇ। ਤੁਸੀਂ ਵੇਖਿਆ ਹੀ ਹੋਵੇਗਾ ਕਿ ਹਰ ਅਖਬਾਰ ਵਿੱਚ ਕੁਝ ਸਮੱਗਰੀ ਲਾਜ਼ਮੀ ਤੌਰ 'ਤੇ ਛਪਦੀ ਹੈ। ਮਤਲਬ ਕੁਝ ਇਨਗਰੀਡੀਐਂਟਸ ਹੁੰਦੇ ਆ ਨਿਊਜ਼ਪੇਪਰ ਦੇ ਵਿੱਚ, ਜਾਂ ਕੁਝ ਐਸੇ ਖਾਸ ਮਤਲਬ ਚੀਜ਼ਾਂ ਹੁੰਦੀਆਂ ਜਿਹੜੀਆਂ ਜ਼ਰੂਰੀ ਤੌਰ 'ਤੇ ਛਪਦੀਆਂ ਵਾ, ਜਿਵੇਂ ਖਬਰ, ਸੰਪਾਦਕ, ਫੋਟੋ, ਫੀਚਰ, ਲੇਖ, ਕਾਰਟੂਨ, ਗ੍ਰਾਫਿਕਸ ਆਦਿ। ਇਹਦੇ ਸੰਪਾਦਕੀ ਮਤਲਬ ਐਡੀਟੋਰੀਅਲ ਔਰ ਲੇਖ ਮਤਲਬ ਐਸੇ। ਮਤਲਬ ਇਹ ਕੁਝ ਚੀਜ਼ਾਂ ਹੈ ਜਿਹੜੀਆਂ ਜ਼ਰੂਰੀ ਛਪਦੀਆਂ ਹੀ ਛਪਦੀਆਂ, ਚਾਹੇ ਕੋਈ ਵੀ ਨਿਊਜ਼ਪੇਪਰ ਹੋਵੇ। ਹਰੇਕ ਨਿਊਜ਼ਪੇਪਰ ਦੇ ਫਾਰਮੈਟ 'ਚ ਇਹ ਚੀਜ਼ਾਂ ਮਸਟ ਹੁੰਦੀਆਂ ਵਾ। ਇਹਦੇ ਬਾਅਦ ਕਿਹਾ ਗਿਆ ਹੈ ਕਿ ਇਹਨਾਂ ਨੂੰ ਹੀ ਅਖਬਾਰ ਦੇ ਅੰਗ ਆਖਿਆ ਜਾਂਦਾ ਹੈ। ਅੰਗ ਮਤਲਬ ਬੇਸਿਕਲੀ ਆਪਾਂ ਕਹਿ ਸਕਦੇ ਹਾਂ ਪਾਰਟਸ। ਇਹ ਵੀ ਜ਼ਰੂਰੀ ਨਹੀਂ ਕਿ ਇਹ ਚੀਜ਼ਾਂ ਹਰ ਅਖਬਾਰ ਵਿੱਚ ਇੱਕ ਹੀ ਤਰੀਕੇ ਨਾਲ ਛਪਦੀਆਂ ਹੋਣ, ਕਿਉਂਕਿ ਵੱਖੋ ਵੱਖਰੇ ਅਖਬਾਰ ਇਸ ਨੂੰ ਆਪਣੇ ਢੰਗ ਨਾਲ ਛਾਪਦੇ ਆ। ਮਤਲਬ ਇਹ ਕਹਿ ਸਕਦੇ ਹਾਂ ਆਪਾਂ ਵੀ ਇਹ ਜਿਹੜੀਆਂ ਐਲੀਮੈਂਟਸ ਹੁੰਦੇ ਆ, ਇਹ ਸਾਰੇ ਐਲੀਮੈਂਟਸ ਹਰੇਕ ਨਿਊਜ਼ਪੇਪਰ ਦੇ ਵਿੱਚ ਹੁੰਦੇ ਆ, ਪਰ ਜ਼ਰੂਰੀ ਨਹੀਂ ਵੀ ਇਹਨਾਂ ਦਾ ਫਾਰਮੈਟ ਸੇਮ ਹੋਵੇ। ਮਤਲਬ ਇਹ ਹੋ ਸਕਦਾ ਵੀ ਜਿਵੇਂ ਕੋਈ ਨਿਊਜ਼ਪੇਪਰ ਜਿਹੜਾ ਐਡੀਟੋਰੀਅਲ ਆ ਉਹਨੂੰ ਦੂਸਰੇ ਨੰਬਰ ਦੇ ਪੇਜ 'ਤੇ ਛਾਪੇ, ਜਾਂ ਕੋਈ ਐਡੀਟੋਰੀਅਲ ਨੂੰ ਤੀਸਰੇ 'ਤੇ ਛਾਪੇ, ਐਡਵਰਟਾਈਜ਼ਮੈਂਟ ਨੂੰ ਅੱਗੇ ਕਰਦੇ। ਮਤਲਬ ਇਹਨਾਂ ਦਾ ਫਾਰਮੈਟ ਅਲੱਗ ਹੋ ਸਕਦਾ ਵਾ, ਪਰ ਜਿਹੜਾ ਬੇਸਿਕ ਐਸੈਂਸ ਆ ਹਰੇਕ ਨਿਊਜ਼ਪੇਪਰ ਦਾ ਉਹ ਸੇਮ ਰਹਿੰਦਾ ਵਾ। ਇੱਥੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਬਾਅਦ ਲਿਖਿਆ ਹੈ ਕਿ ਇਹਨਾਂ ਦੇ ਪ੍ਰਕਾਸ਼ਨ ਵਾਸਤੇ, ਪ੍ਰਕਾਸ਼ਨ ਮੀਨਸ ਪਬਲੀਕੇਸ਼ਨ, ਹਰ ਅਖਬਾਰ ਦੀ ਵੱਖਰੀ ਸ਼ੈਲੀ ਹੁੰਦੀ ਹੈ। ਉਹ ਜਿਵੇਂ ਮੈਂ ਸਮਝਾ ਚੁੱਕਿਆ, ਇਹ ਉਸ ਅਖਬਾਰ ਦੀ ਵੱਖਰੀ ਪਛਾਣ ਹੁੰਦੀ ਹੈ। ਮਤਲਬ ਇਹ ਇੱਥੇ ਤੋਂ ਇਸੇ ਕਰਕੇ ਹਰੇਕ ਨਿਊਜ਼ਪੇਪਰ ਦੀ ਆਪਦੀ ਯੂਨੀਕਨੈਸ ਹੁੰਦੀ ਆ। ਆਓ ਹੁਣ ਅਖਬਾਰ ਦੇ ਇਹਨਾਂ ਅੰਗਾਂ ਬਾਰੇ ਵੇਰਵੇ ਸਹਿਤ ਜਾਣਕਾਰੀ ਹਾਸਲ ਕਰੀਏ। ਵੇਰਵੇ ਸਹਿਤ ਮੀਨਸ ਵਿਦ ਡਿਟੇਲਸ। ਅਖਬਾਰ ਦੇ ਮੁੱਖ ਅੰਗਾਂ ਨੂੰ ਹੇਠ ਦਿੱਤੇ ਗਏ ਰੇਖਾ ਚਿੱਤਰ ਰਾਹੀਂ ਆਸਾਨੀ ਨਾਲ ਸਮਝਿਆ ਜਾ ਸਕਦਾ। ਮਤਲਬ ਰੇਖਾ ਚਿੱਤਰ ਮਤਲਬ ਫਲੋ ਚਾਰਟ। ਤਾਂ ਫਲੋ ਚਾਰਟ ਹੈ, ਜਿਵੇਂ ਦੇ ਦੱਸਿਆ ਗਿਆ ਅਖਬਾਰ ਦੇ ਕਿਹੜੇ ਅੰਗ ਹੁੰਦੇ ਆ, ਜਿਵੇਂ ਖਬਰ, ਸੰਪਾਦਕੀ, ਫੋਟੋ, ਫੀਚਰ, ਲੇਖ, ਮੁਲਾਕਾਤ, ਕਾਰਟੂਨ, ਗ੍ਰਾਫਿਕਸ, ਇਸ਼ਤਿਹਾਰ, ਚਿੱਠੀਆਂ,
ਮੌਸਮ ਆਦਿ ਔਰ ਮੰਡੀਆਂ ਦੇ ਭਾਅ। ਮਤਲਬ ਮੌਸਮ ਤਾਂ ਆਪਾਂ ਨੂੰ ਪਤਾ ਵੀ ਵੈਦਰ ਰਿਪੋਰਟਿੰਗ, ਔਰ ਮੰਡੀਆਂ ਦੇ ਭਾਅ ਮੀਨਸ ਮੋਸਟਲੀ ਸਟਾਕ ਮਾਰਕੀਟ ਦੀ ਗੱਲ ਕਰ ਰਿਹਾ ਵਾ। ਇਸ ਤੋਂ ਬਾਅਦ ਆਉਂਦਾ ਖਬਰਾਂ। ਖਬਰਾਂ ਅਖਬਾਰ ਦਾ ਮੁੱਖ ਅੰਗ ਹੁੰਦੀਆਂ ਹਨ। ਖਬਰਾਂ ਨੂੰ ਆਪਾਂ ਨਿਊਜ਼ ਕਹਿੰਦੇ ਹਾਂ। ਅੰਗਰੇਜ਼ੀ ਭਾਸ਼ਾ ਵਿੱਚ ਸ਼ਬਦ ਨਿਊਜ਼ ਦਾ ਸਮਾਨਾਰਥੀ ਸ਼ਬਦ ਹੁੰਦਾ ਹੈ। ਮਤਲਬ ਵੀ ਨਿਊਜ਼ ਦੇ ਇਕੁਇਲੈਂਟ ਆਪਾਂ ਮੰਨਦੇ ਹਾਂ ਖਬਰਾਂ ਨੂੰ, ਵੀ ਨਿਊਜ਼ ਜਿਵੇਂ ਇੰਗਲਿਸ਼ ਦਾ ਵਰਡ ਹੈ ਉਹਦੇ ਇਕੁਇਲੈਂਟ ਜੋ ਪੰਜਾਬੀ ਦਾ ਸ਼ਬਦ ਹੈ ਉਹਨੂੰ ਆਪਾਂ ਖਬਰ ਕਹਿ ਦਿੰਦੇ ਹਾਂ। ਇਸ ਦਾ ਭਾਵ ਉੱਤਰ, ਦੱਖਣ, ਪੂਰਬ, ਪੱਛਮ ਯਾਨੀ ਚਾਰੇ ਦਿਸ਼ਾਵਾਂ ਦੀ ਜਾਣਕਾਰੀ ਤੋਂ ਹੈ। ਮਤਲਬ ਨਾਰਥ, ਸਾਊਥ, ਈਸਟ, ਵੈਸਟ ਚਾਰੋਂ ਡਾਇਰੈਕਸ਼ਨਸ ਦੀ ਜੋ ਇਨਫੋਰਮੇਸ਼ਨ ਉਹਨੂੰ ਨਿਊਜ਼ ਕਹਿੰਦੇ ਆ। ਪਰ ਸਵਾਲ ਪੈਦਾ ਹੁੰਦਾ ਹੈ ਕਿ ਅਖਬਾਰ ਵਿੱਚ ਛਪਣ ਵਾਲੀਆਂ ਖਬਰਾਂ ਨੂੰ ਹੀ ਖਬਰਾਂ ਆਖਿਆ ਜਾ ਸਕਦਾ ਹੈ, ਜਾਂ ਫਿਰ ਉਹਨਾਂ ਘਟਨਾਵਾਂ ਨੂੰ ਵੀ ਜੋ ਅਖਬਾਰ ਵਿੱਚ ਨਹੀਂ ਛਪਦੀਆਂ। ਮਤਲਬ ਇੱਥੇ ਬੇਸਿਕਲੀ ਕਿਹਾ ਜਾਂਦਾ ਕਿ ਖਬਰ ਕੋਈ ਚੀਜ਼ ਕਦੋਂ ਖਬਰ ਬਣਦੀ ਹੈ। ਖਬਰ ਬਣਨ ਤੋਂ ਪਹਿਲਾਂ ਹਰੇਕ ਜਿਹੜਾ ਈਵੈਂਟ ਹੀ ਹੁੰਦਾ ਨਾ, ਹਰੇਕ ਕੋਈ ਘਟਨਾ ਜਾਂ ਈਵੈਂਟ ਹੀ ਹੁੰਦਾ ਵਾ ਮੇਨਲੀ, ਪਰ ਉਹ ਈਵੈਂਟ ਨੂੰ ਆਪਾਂ ਨਿਊਜ਼ ਬਣਾਉਣਾ ਕਿ ਨਹੀਂ ਬਣਾਉਣਾ ਇਹ ਕਿੱਦਾਂ ਡਿਸਾਈਡ ਹੁੰਦਾ ਵਾ। ਬੇਸਿਕਲੀ ਇੱਥੇ ਇਹ ਕੁਐਸਚਨ ਪੁੱਛਿਆ ਜਾ ਰਿਹਾ ਵਾ। ਤਾਂ ਅੱਗੇ ਉਹ ਕਹਿੰਦੇ ਹਨ ਕਿ ਕੀ ਹਰ ਘਟਨਾਵਾਂ ਅਖਬਾਰ ਦੇ ਵਿੱਚ ਹੀ ਛਪ ਜਾਂਦੀਆਂ ਹਨ, ਵੀ ਜਿਵੇਂ ਹਰੇਕ ਈਵੈਂਟ ਹੀ ਛਪਦਾ ਵਾ, ਜਿਹਦਾ ਜਵਾਬ ਵੈਸੇ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਨਹੀਂ ਛਪਦਾ। ਇਹ ਸਵਾਲ ਸੁਭਾਵਕ ਹਨ, ਵੀ ਮਤਲਬ ਇਹ ਸੁਭਾਅ ਪੱਖੋਂ ਵੀ ਨੈਚੁਰਲ ਹੈ ਸਵਾਲ, ਜੋ ਤੁਹਾਡੇ ਮਨਾਂ ਅੰਦਰ ਵੀ ਉੱਠਦੇ ਹੋਣਗੇ। ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਕੋਈ ਘਟਨਾ ਘਟਦੀ ਨਹੀਂ, ਉਸ ਨੂੰ ਤੁਸੀਂ ਵੇਖਦੇ ਹੋ ਜਾਂ ਉਸ ਬਾਰੇ ਸੁਣਦੇ ਹੋ। ਤੁਸੀਂ ਸੋਚਦੇ ਹੋ ਕਿ ਇਹ ਖਬਰ ਅਖਬਾਰ ਵਿੱਚ ਜ਼ਰੂਰ ਛਪੇਗੀ, ਪਰ ਅਗਲੇ ਦਿਨ ਜਦੋਂ ਅਖਬਾਰ ਪੜ੍ਹਦੇ ਹੋ ਤਾਂ ਉਹ ਖਬਰ ਉਸ ਵਿੱਚ ਛਪੀ ਹੀ ਨਹੀਂ ਹੁੰਦੀ। ਫਿਰ ਤੁਸੀਂ ਸੋਚਦੇ ਹੋਵੋਗੇ ਕਿ ਇਹ ਕਿਹੜੇ ਕਾਰਨ ਕਰਕੇ ਉਹ ਅਖਬਾਰਾਂ ਵਿੱਚ ਨਹੀਂ ਛਪੀ। ਮਤਲਬ ਫਿਰ ਆਪਾਂ ਪੁੱਛਦੇ ਵੀ ਜੇ ਕੋਈ ਘਟਨਾ ਛਪੀ ਹੈ ਜਾਂ ਈਵੈਂਟ ਛਪਿਆ ਵਾ ਉਹਦਾ ਕੀ ਕਾਰਨ ਹੈ, ਔਰ ਅਗਰ ਕੋਈ ਈਵੈਂਟ ਛਪਿਆ ਉਹਦਾ ਕਾਰਨ ਕੀ ਨਹੀਂ ਹੈ, ਤਾਂ ਕੀ ਇੱਕ ਬੇਸਿਸ ਜਾਂ ਕੀ ਇੱਕ ਪੈਰਾਮੀਟਰ ਹੁੰਦਾ ਜਿਹਦੇ ਬੇਸਿਸ 'ਤੇ ਕਿਸੇ ਈਵੈਂਟ ਨੂੰ ਆਪਾਂ ਨਿਊਜ਼ ਬਣਾਉਂਦੇ ਹਾਂ। ਤਾਂ ਇਹਦਾ ਜਵਾਬ ਦਿੱਤਾ ਅੱਗੇ ਕਿ ਇਸ ਉਪਰੰਤ ਭਾਂਤ ਦੇ ਸਵਾਲ ਤੁਹਾਡੇ ਮਨਾਂ ਵਿੱਚ ਉੱਠਦੇ ਹੋਣਗੇ। ਤੁਸੀਂ ਵੀ ਸੋਚਦੇ ਹੋਵੋਗੇ ਕਿ ਅਖਬਾਰ ਦਾ ਪੱਤਰਕਾਰ ਮੀਨਜ਼ ਰਿਪੋਰਟਰ ਜਾਂ ਕਿਸੇ ਸੰਪਾਦਕੀ ਵਿਭਾਗ ਦੇ ਲੋਕ ਸਿਰਫ ਆਪਣੀ ਪਸੰਦ ਮੁਤਾਬਕ ਹੀ ਖਬਰਾਂ ਛਾਪਦੇ ਹੋਣਗੇ। ਸੰਪਾਦਕੀ ਵਿਭਾਗ ਮੀਨਜ਼ ਐਡੀਟੋਰੀਅਲ ਡਿਪਾਰਟਮੈਂਟ। ਪਰ ਅਜਿਹਾ ਨਹੀਂ ਹੈ। ਦਰਅਸਲ ਅਸਲ 'ਚ ਉਹੀ ਘਟਨਾ ਖਬਰ ਬਣਦੀ ਹੈ ਜਿਸ ਦਾ ਸਥਾਨਕ, ਖੇਤਰੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦ੍ਰਿਸ਼ਟੀ ਵਿੱਚ ਮਹੱਤਵ ਹੁੰਦਾ। ਮਤਲਬ ਇੱਥੇ ਇਹਨਾਂ ਨੇ ਜਵਾਬ ਦਿੱਤਾ ਕਿ ਕਿਹੜਾ ਈਵੈਂਟ ਨਿਊਜ਼ ਬਣਦਾ ਵਾ। ਬੇਸਿਕਲੀ ਐਸਾ ਈਵੈਂਟ ਜਿਹਦੀ ਲੋਕਲ, ਸਟੇਟ ਲੈਵਲ 'ਤੇ ਨੈਸ਼ਨਲ ਜਾਂ ਇੰਟਰਨੈਸ਼ਨਲ ਇੰਪੋਰਟੈਂਸ ਹੋਵੇ, ਜਿਹੜੇ ਪਰਟੀਕੂਲਰ ਈਵੈਂਟ ਦੀ, ਉਸੇ ਨੂੰ ਨਿਊਜ਼ ਬਣਾ ਕੇ ਪੇਸ਼ ਕੀਤਾ ਜਾਂਦਾ। ਹਰ ਅਖਬਾਰ ਆਪਣੀ ਪਹਿਲ ਦੇ ਆਧਾਰ 'ਤੇ ਅਖਬਾਰਾਂ ਦੇ ਸਫ਼ਿਆਂ ਦੀ ਵੰਡ ਕਰਦਾ ਹੈ। ਮਤਲਬ ਵੀ ਉਹ ਪੇਜਸ ਨੂੰ ਡਿਵਾਈਡ ਕਰਦਾ, ਸਫ਼ੇ ਹੁੰਦਾ ਪੇਜਸ, ਕਿ ਜੇ ਉਹ ਕਿਹੜੀ ਚੀਜ਼ ਨੂੰ ਮਤਲਬ ਮੇਨ ਰੱਖਣਾ ਚਾਹੁੰਦੇ ਆ। ਕਿਸੇ ਲਈ ਹੁੰਦਾ ਕਿ ਉਹ ਨੈਸ਼ਨਲ ਨਿਊਜ਼ ਨੂੰ ਪ੍ਰਮੋਟ ਕਰਨਾ ਚਾਹੁੰਦੇ ਆ, ਕਿਸੇ ਲਈ ਹੁੰਦਾ ਇੰਟਰਨੈਸ਼ਨਲ ਨਿਊਜ਼ ਨੂੰ। ਕੋਈ ਕਹਿ ਸਕਦਾ ਵੀ ਮੈਂ ਬਿਜ਼ਨਸ ਨੂੰ ਮਤਲਬ ਮੇਨ ਰੱਖਣਾ ਵਾ। ਉਹਦੇ ਬੇਸਿਸ 'ਤੇ ਉਹ ਜਿਹੜੇ ਪੇਜਸ ਆ ਉਹਨਾਂ ਦੇ ਉੱਤੇ ਨਿਊਜ਼ ਨੂੰ ਡਿਵਾਈਡ ਕਰਦੇ ਆ। ਪਹਿਲੇ ਸਫ਼ੇ 'ਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਹੱਤਤਾ ਵਾਲੀਆਂ ਖਬਰਾਂ ਛਪਦੀਆਂ ਹਨ। ਮਤਲਬ ਵੀ ਫਸਟ ਪੇਜ 'ਤੇ ਉਹ ਕਹਿ ਰਿਹਾ ਵਾ ਕਿ ਨੈਸ਼ਨਲ ਔਰ ਇੰਟਰਨੈਸ਼ਨਲ ਇੰਪੋਰਟੈਂਸ ਦੀਆਂ ਨਿਊਜ਼ ਛਪਦੀਆਂ। ਦੂਸਰੇ ਅਤੇ ਤੀਸਰੇ ਸਫ਼ੇ 'ਤੇ ਸਥਾਨਕ ਖਬਰਾਂ ਛਪਦੀਆਂ ਹਨ, ਵੀ ਮਤਲਬ ਸੈਕਿੰਡ ਔਰ ਥਰਡ ਪੇਜ 'ਤੇ ਲੋਕਲ ਨਿਊਜ਼ ਛਪਦੀ ਹੈ। ਇਸ ਦੇ ਆਖਰੀ ਸਫ਼ਿਆਂ 'ਤੇ ਕ੍ਰਮਵਾਰ ਅੰਤਰਰਾਸ਼ਟਰੀ ਖਬਰਾਂ, ਵਪਾਰ ਜਗਤ ਨਾਲ ਸੰਬੰਧਿਤ ਖਬਰਾਂ ਅਤੇ ਖੇਡਾਂ ਨਾਲ ਸੰਬੰਧਿਤ ਖਬਰਾਂ ਨੂੰ ਸਥਾਨ ਦਿੱਤਾ ਜਾਂਦਾ ਹੈ। ਮਤਲਬ ਵੀ ਇੱਥੇ ਨੇ ਕਿਹਾ ਵੀ ਜਿਹੜਾ ਲਾਸਟ ਪੇਜ ਹੁੰਦਾ ਵਾ ਨਿਊਜ਼ਪੇਪਰ ਦਾ, ਉਹਦੇ ਵਿੱਚ ਆਰਡਰ ਵਾਈਜ਼ ਸਭ ਤੋਂ ਪਹਿਲੇ ਇੰਟਰਨੈਸ਼ਨਲ ਨਿਊਜ਼, ਫਿਰ ਉਹਦੇ ਬਾਅਦ ਬਿਜ਼ਨਸ ਰਿਲੇਟਡ ਨਿਊਜ਼, ਔਰ ਐਂਡ 'ਤੇ ਜਿਹੜੀ ਸਪੋਰਟਸ ਦੀ ਨਿਊਜ਼ ਹੁੰਦੀ ਹੈ ਉਹ ਛਪਦੀ ਹੈ। ਵਿਚਕਾਰਲਾ ਇੱਕ ਸਫ਼ਾ ਸੰਪਾਦਕੀ ਪਾਠਕਾਂ ਦੀਆਂ ਚਿੱਠੀਆਂ ਲਈ ਰਾਖਵਾਂ ਹੁੰਦਾ ਹੈ। ਮਤਲਬ ਵੀ ਇੱਥੇ ਐਡੀਟੋਰੀਅਲ ਲੈਟਰ ਜਿਹੜੇ ਲਿਖੇ ਹੁੰਦੇ ਆ ਵਿੱਚ ਦੇ ਕਿਸੇ ਪੇਜ ਦੇ ਵਿੱਚ, ਉਹਨਾਂ ਵਾਸਤੇ ਵੀ ਮਤਲਬ ਰਿਜ਼ਰਵਡ ਹੁੰਦਾ ਹੈ ਪੇਜ। ਇਹਨਾਂ ਸਫ਼ਿਆਂ 'ਤੇ ਕਿਤੇ ਇਸ਼ਤਿਹਾਰਾਂ ਵਿੱਚ ਉਸ ਦੇ ਆਕਾਰ ਦੇ ਸਫ਼ਿਆਂ ਦੀ ਗਿਣਤੀ ਦੇ ਹਿਸਾਬ ਨਾਲ ਵੱਖੋ ਵੱਖਰੇ ਖੇਤਰਾਂ ਦੀਆਂ ਖਬਰਾਂ ਨੂੰ ਪ੍ਰਕਾਸ਼ਿਤ ਕਰਨ ਲਈ ਥਾਂ ਨਿਸ਼ਚਿਤ ਕੀਤੀ ਜਾਂਦੀ ਹੈ। ਮਤਲਬ ਇੱਥੇ ਬੇਸਿਕਲੀ ਸਮਝਾਇਆ ਗਿਆ ਕਿ ਐਡਵਰਟਾਈਜ਼ਮੈਂਟ ਦੀ ਕਿੰਨੀ ਇੰਪੋਰਟੈਂਸ ਹੈ ਜਾਂ ਕਿੰਨੀ ਰਿਕੁਆਇਰਮੈਂਟ ਆ, ਉਹਦੇ ਬੇਸਿਸ 'ਤੇ ਜਿਹੜਾ ਪੇਜ ਹੁੰਦਾ ਵਾ ਉਹਨੂੰ ਡਿਵਾਈਡ ਕੀਤਾ ਜਾਂਦਾ ਇੱਕ ਪੇਜ ਨੂੰ। ਅਜਿਹੀ ਹਾਲਤ ਵਿੱਚ ਕਿਸੇ ਅਖਬਾਰ ਲਈ ਹਰ ਘਟਨਾ ਨੂੰ ਥਾਂ ਦੇਣੀ ਸੰਭਵ ਨਹੀਂ ਲੱਗਦੀ। ਆਵੇ ਉਹਨਾਂ ਨੇ ਜਿਵੇਂ ਸਮਝਾਇਆ ਵੀ ਹਰੇਕ ਈਵੈਂਟ ਨੂੰ ਆਪਾਂ ਨਹੀਂ ਛਾਪ ਸਕਦੇ ਅਖਬਾਰ ਦੇ ਵਿੱਚ। ਇਸ ਲਈ ਹਰ ਖੇਤਰ ਦੀਆਂ ਪ੍ਰਮੁੱਖ ਅਤੇ ਅਹਿਮ ਘਟਨਾਵਾਂ ਦੀਆਂ ਖਬਰਾਂ ਹੀ ਅਖਬਾਰਾਂ ਵਿੱਚ ਛਪ ਸਕਦੀਆਂ ਹਨ। ਅਸੀਂ ਅੱਗੇ ਖਬਰਾਂ ਦੀ ਚੋਣ ਪ੍ਰਕਿਰਿਆ ਬਾਰੇ ਗੱਲ ਕਰਦੇ ਹਾਂ, ਇਸ 'ਤੇ ਵਿਸਤਾਰਪੂਰਵਕ ਚਰਚਾ ਕਰਾਂਗੇ। ਹੁਣ ਅੱਗੇ ਦੱਸਿਆ ਗਿਆ ਕਿ ਮਤਲਬ ਜਿਹੜੇ ਖਬਰਾਂ ਦੀ ਚੋਣ ਪ੍ਰਕਿਰਿਆ ਉਹਦੇ ਬਾਰੇ ਗੱਲ ਕੀਤੀ ਗਈ। ਹੁਣ ਆਪਾਂ ਪੜ੍ਹਾਂਗੇ ਖਬਰਾਂ ਦੇ ਸਰੋਤ, ਵੀ ਖਬਰਾਂ ਦੇ ਜਾਂ ਨਿਊਜ਼ ਦੇ ਕੀ ਸੋਰਸਿਸ ਹੁੰਦੇ ਹਨ। ਅਖਬਾਰ ਲਈ ਖਬਰਾਂ ਦੀ ਚੋਣ ਕਰਨੀ ਇੱਕ ਮਹੱਤਵਪੂਰਨ ਕੰਮ ਹੈ। ਵੀ ਮਤਲਬ ਨਿਊਜ਼ਪੇਪਰ ਵਾਸਤੇ ਨਿਊਜ਼ ਨੂੰ ਚੂਜ਼ ਕਰਨੇ ਕਾਫੀ ਇੰਪੋਰਟੈਂਟ ਟਾਸਕ ਹੈ। ਇਹ ਕੰਮ ਬਹੁਤ ਜ਼ਿੰਮੇਵਾਰੀ ਵਾਲਾ ਹੈ। ਅਖਬਾਰਾਂ ਦਾ ਵਪਾਰ ਅਤੇ ਆਕਰਸ਼ਣ, ਮਤਲਬ ਔਨਰ, ਵਕਾਰ ਹੁੰਦਾ ਔਨਰ, ਔਰ ਆਕਰਸ਼ਣ ਹੁੰਦਾ ਅਟਰੈਕਸ਼ਨ, ਖਬਰਾਂ ਦੀ ਚੋਣ ਉੱਪਰ ਆਧਾਰਿਤ ਹੁੰਦਾ ਹੈ। ਮਤਲਬ ਵੀ ਜਿਹੜੀ ਇਹਦੀ ਕਹਿ ਸਕਦੇ ਹਾਂ ਅਖਬਾਰ ਦੀ ਇੰਪੋਰਟੈਂਸ ਹੁੰਦੀ ਆ, ਉਹਦੀਆਂ ਕਿਸ ਤਰੀਕੇ ਨਾਲ ਨਿਊਜ਼ ਨੂੰ ਚੂਜ਼ ਕਰਦਾ ਉਹਦੇ 'ਤੇ ਡਿਪੈਂਡ ਕਰਦਾ।
ਖਬਰਾਂ ਦੀ ਚੋਣ ਦਾ ਕੰਮ ਆਸਾਨ ਨਹੀਂ ਹੈ, ਇਸ ਲਈ ਬਾਕਾਇਦਾ ਸਿਧਾਂਤ ਬਣੇ ਹੁੰਦੇ ਹਨ। ਮਤਲਬ ਨਿਊਜ਼ ਸਿਲੈਕਟ ਕਰਨਾ ਈਜ਼ੀ ਨਹੀਂ ਹੁੰਦਾ, ਇਹਦੇ ਲਈ ਬਾਕਾਇਦਾ ਕੁਛ ਸੈੱਟ ਆਫ ਰੂਲਸ ਔਰ ਪ੍ਰਿੰਸੀਪਲਸ ਆਲਰੇਡੀ ਡਿਫਾਈਨਡ ਹੁੰਦੇ ਆ ਕਿ ਤੁਸੀਂ ਇਸੇ ਤਰੀਕੇ ਨਾਲ ਹੀ ਨਿਊਜ਼ ਚੂਜ਼ ਕਰ ਸਕਦੇ ਆ। ਹਰ ਅਖਬਾਰ ਵੱਖੋ ਵੱਖਰੇ ਖੇਤਰਾਂ ਲਈ ਪੱਤਰਕਾਰਾਂ ਦਾ ਵਰਗੀਕਰਨ ਕਰਦਾ ਹੈ। ਮਤਲਬ ਵੀ ਹਰੇਕ ਨਿਊਜ਼ਪੇਪਰ ਦੇ ਅਲੱਗ-ਅਲੱਗ ਤਰੀਕੇ ਦੇ ਰਿਪੋਰਟਰਸ ਹੁੰਦੇ ਆ। ਕੋਈ ਰਿਪੋਰਟਰ ਉਹਨਾਂ ਦਾ ਆਪਾਂ ਕਹਿ ਸਕਦੇ ਹਾਂ ਇਕਨੋਮਿਕ ਨਿਊਜ਼ ਲੈ ਕੇ ਆਉਂਦਾ, ਕੋਈ ਆਪਾਂ ਕਹਿ ਸਕਦੇ ਹਾਂ ਪੋਲੀਟੀਕਲ ਨਿਊਜ਼ ਲੈ ਕੇ ਆ ਰਿਹਾ ਵਾ, ਜਾਂ ਕੋਈ ਬਿਜ਼ਨਸ ਰਿਲੇਟਡ ਨਿਊਜ਼ ਲੈ ਕੇ ਆ ਰਿਹਾ ਵਾ। ਇਸੇ ਤਰੀਕੇ ਨਾਲ ਵੱਖਰੇ ਜਿਹੜੇ ਆਪਾਂ ਕਹਿ ਸਕਦੇ ਹਾਂ ਵਰਗ ਹੁੰਦੇ ਆ, ਵਰਗ ਆਪਾਂ ਕਹਿ ਸਕਦੇ ਹਾਂ ਵੱਖਰੀਆਂ ਫੀਲਡਸ ਹੁੰਦੀਆਂ ਵਾ, ਉਹਦੇ ਬੇਸਿਸ 'ਤੇ ਉਹਦੇ ਰਿਪੋਰਟਰਸ ਦੀ ਡਿਵੀਜ਼ਨ ਕੀਤੀ ਹੁੰਦੀ ਹੈ ਔਰ ਉਹਨਾਂ ਨੂੰ ਡਿਊਟੀਜ਼ ਅਸਾਈਨ ਕੀਤੀਆਂ ਹੁੰਦੀਆਂ। ਇਹਨਾਂ ਪੱਤਰਕਾਰਾਂ ਦਾ ਕੰਮ ਹਰ ਰੋਜ਼ ਆਪੋ ਆਪਣੇ ਖੇਤਰ ਦੀਆਂ ਖਬਰਾਂ ਸੰਪਾਦਕ ਤੱਕ ਪਹੁੰਚਾਉਣਾ ਹੁੰਦਾ ਹੈ। ਇੱਥੇ ਦੱਸਿਆ ਗਿਆ ਵੀ ਜਿਹੜਾ ਹਰੇਕ ਪਰਟੀਕੂਲਰ ਫੀਲਡ ਜਾਂ ਡਿਪਾਰਟਮੈਂਟ ਅਲੋਟਡ ਹੁੰਦਾ ਨਿਊਜ਼ ਰਿਪੋਰਟਰ ਨੂੰ, ਉਹਦਾ ਕੰਮ ਹੁੰਦਾ ਵੀ ਉਹਨੇ ਉੱਥੋਂ ਦੀ ਨਿਊਜ਼ ਆਪਣੇ ਐਡੀਟਰ ਨੂੰ ਭੇਜਣੀ ਹੁੰਦੀ ਆ। ਇਸ ਤੋਂ ਇਲਾਵਾ ਸਰਕਾਰੀ ਜਾਂ ਗੈਰ ਸਰਕਾਰੀ ਖਬਰ ਏਜੰਸੀਆਂ ਵੀ ਹੁੰਦੀਆਂ ਹਨ, ਜਿਵੇਂ PTI, UNI, API, AFP, ਰਾਈਟਰ ਆਦਿ। ਮਤਲਬ ਇੱਥੇ ਦੱਸਿਆ ਗਿਆ ਕਿ ਕੁਛ ਨੈਸ਼ਨਲ ਔਰ ਇੰਟਰਨੈਸ਼ਨਲ ਨਿਊਜ਼ ਏਜੰਸੀਜ਼ ਹੁੰਦੀਆਂ। ਨਿਊਜ਼ ਏਜੰਸੀਜ਼ ਬੇਸਿਕਲੀ ਇੰਡੀਪੈਂਡੈਂਟ ਹੁੰਦੀਆਂ ਵਾ, ਇਹਨਾਂ ਦੇ ਆਪਦੇ ਰਿਪੋਰਟਰ ਹੁੰਦੇ ਆ ਔਰ ਇਹ ਖੁਦ ਨਿਊਜ਼ ਕਲੈਕਟ ਕਰਦੀਆਂ ਔਰ ਇਹ ਬਾਅਦ ਵਿੱਚ ਜਿਹੜੇ ਇਹਨਾਂ ਨਾਲ ਆਪਾਂ ਕਹਿ ਸਕਦੇ ਹਾਂ ਮੇਨਲੀ ਚੈਨਲਸ ਹੁੰਦੇ ਆ ਜਾਂ ਨਿਊਜ਼ਪੇਪਰਸ ਹੁੰਦੇ ਆ, ਉਹਨਾਂ ਦਾ ਟਾਈ ਅਪ ਹੁੰਦਾ ਵਾ ਔਰ ਇਹ ਉਹਨਾਂ ਨੂੰ ਨਿਊਜ਼ ਵੇਚਦੀਆਂ ਵਾ। ਤਾਂ ਇਸ ਤੋਂ ਬਾਅਦ ਸਮਝਾਇਆ ਗਿਆ ਹੈ ਕਿ ਦੇਸੀ ਵਿਦੇਸ਼ੀ ਖਬਰ ਏਜੰਸੀਆਂ ਵੀ ਹਨ। ਹਰ ਅਖਬਾਰ ਕਿਸੇ ਨਾ ਕਿਸੇ ਏਜੰਸੀ ਦਾ ਮੈਂਬਰ ਹੁੰਦਾ ਹੈ, ਜਿਵੇਂ ਮੈਂ ਸਮਝਾਇਆ ਇੱਥੇ ਵੀ ਇਹਨਾਂ ਦਾ ਟਾਈ ਅਪ ਹੁੰਦਾ। ਏਜੰਸੀਆਂ ਦਾ ਕੰਮ ਉਹਨਾਂ ਨੂੰ ਖਬਰ ਭੇਜਣਾ ਹੁੰਦਾ ਹੈ। ਪਹਿਲਾਂ ਇਹ ਖਬਰਾਂ ਏਜੰਸੀ ਕੋਲ ਇਸ ਦੇ ਪੱਤਰਕਾਰਾਂ ਰਾਹੀਂ ਇਕੱਠੀਆਂ ਹੁੰਦੀਆਂ ਹਨ। ਮਤਲਬ ਵੀ ਪਹਿਲੇ ਏਜੰਸੀ ਆਪਦੇ ਇੰਡੀਵਿਜੂਅਲ ਰਿਪੋਰਟਰਸ ਭੇਜਦੀ ਆ ਔਨ ਫੀਲਡ, ਉੱਥੋਂ ਨਿਊਜ਼ ਉਹ ਕਲੈਕਟ ਕਰਦੇ ਆ, ਫਿਰ ਉਹ ਨਿਊਜ਼ ਅੱਗੇ ਅਖਬਾਰਾਂ ਨੂੰ ਵੇਚਦੇ ਆ। ਇਸ ਮਗਰੋਂ ਇਹ ਏਜੰਸੀ ਇੰਟਰਨੈਟ ਰਾਹੀਂ ਅਖਬਾਰਾਂ ਤੱਕ ਪਹੁੰਚਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਵਿਭਿੰਨ ਸੰਸਥਾਵਾਂ, ਵਿਭਾਗ, ਅਦਾਲਤ, ਪੱਤਰਕਾਰ ਸੰਮੇਲਨ, ਬੋਰਡ ਆਦਿ ਪ੍ਰੈਸ ਰਿਲੀਜ਼ਸ ਰਾਹੀਂ ਆਪਣੀ ਜਾਣਕਾਰੀ ਜਾਂ ਖਬਰ ਡਾਕ, ਫੈਕਸ ਜਾਂ ਮੇਲ ਦੇ ਮਾਧਿਅਮ ਨਾਲ ਖਬਰਾਂ ਤੇ ਦਫ਼ਤਰਾਂ ਨੂੰ ਭੇਜਦੇ। ਇੱਥੇ ਬੇਸਿਕਲੀ ਦੱਸਿਆ ਜਾਂਦਾ ਵੀ ਜਦੋਂ ਕੋਈ ਪਰਟੀਕੂਲਰ ਡਿਪਾਰਟਮੈਂਟ, ਚਾਹੇ ਉਹ ਆਪਾਂ ਕਹਿ ਸਕਦੇ ਹਾਂ ਜੁਡੀਸ਼ਰੀ ਹੋਵੇ, ਪੁਲਿਸ ਡਿਪਾਰਟਮੈਂਟ ਹੋਵੇ, ਜਾਂ ਕੋਈ ਸਰਕਾਰ ਦਾ ਹੋਰ ਸਰਕਾਰੀ ਮਹਿਕਮਾ ਹੋਵੇ, ਅਗਰ ਉਹ ਪ੍ਰੈਸ ਰਿਲੀਜ਼ ਕਰਨਾ ਚਾਹੁੰਦਾ ਵਾ, ਪਬਲਿਕਲੀ ਕੋਈ ਨਿਊਜ਼ ਰਿਲੀਜ਼ ਕਰਨਾ ਚਾਹੁੰਦਾ ਵਾ, ਉਹ ਵੀ ਆਪਦਾ ਡਰਾਫਟ ਬਣਾ ਕੇ ਭੇਜਦਾ ਵਾ ਨਿਊਜ਼ਪੇਪਰ ਨੂੰ। ਉਹ ਕਿਸੇ ਫਾਰਮ 'ਚ ਹੋ ਸਕਦਾ ਵਾ, ਉਹ ਈਮੇਲ ਦੀ ਫਾਰਮ 'ਚ ਹੋ ਸਕਦਾ, ਉਹ ਫਿਜ਼ੀਕਲ ਲੈਟਰ ਹੋ ਸਕਦਾ ਵਾ, ਜਾਂ ਉਹ ਆਪਣਾ ਰਿਪਰੈਜ਼ੈਂਟੇਟਿਵ ਕੋਈ ਭੇਜ ਸਕਦਾ ਵਾ। ਇਸ ਤਰੀਕੇ ਨਾਲ ਉਹ ਵੀ ਆਪਣੀ ਨਿਊਜ਼ ਅਖਬਾਰ ਦੇ ਵਿੱਚ ਪਾਉਂਦੇ ਆ। ਇਸ ਤੋਂ ਇਲਾਵਾ ਦੱਸਿਆ ਕਿ ਹਸਪਤਾਲ, ਪੁਲਿਸ, ਥਾਣੇ ਆਦਿ ਤੋਂ ਵੀ ਖਬਰਾਂ ਇਕੱਤਰ ਕੀਤੀਆਂ ਜਾ ਸਕਦੀਆਂ। ਵੀ ਇਹ ਜਿਵੇਂ ਆਪਾਂ ਕਹਿ ਸਕਦੇ ਗਰਾਊਂਡ ਜ਼ੀਰੋ ਦੀ ਰਿਪੋਰਟਿੰਗ, ਇਹ ਗਰਾਊਂਡ ਜ਼ੀਰੋ ਦੀ ਰਿਪੋਰਟਿੰਗ ਦੀ ਗੱਲ ਕੀਤੀ ਗਈ ਹੈ, ਉੱਥੋਂ ਨਿਊਜ਼ ਕਲੈਕਸ਼ਨ ਦੇ ਮੀਡੀਅਮ ਦੀ ਗੱਲ ਕੀਤੀ ਗਈ ਹੈ। ਹੁਣ ਆਪਾਂ ਪੜ੍ਹਾਂਗੇ ਖਬਰਾਂ ਦੀਆਂ ਕਿਸਮਾਂ ਬਾਰੇ। ਟਾਈਪਸ ਆਫ ਨਿਊਜ਼। ਖਬਰਾਂ ਦੀਆਂ ਵੱਖਰੀਆਂ ਕਿਸਮਾਂ ਹੁੰਦੀਆਂ ਹਨ। ਭੂਗੋਲਕ ਖਬਰਾਂ ਵਿੱਚ ਕਿਸੇ ਇੱਕ ਇਲਾਕੇ ਨਾਲ ਸੰਬੰਧਿਤ ਖਬਰਾਂ ਹੁੰਦੀਆਂ, ਮਤਲਬ ਜਿਓਗ੍ਰਾਫੀਕਲ ਨਿਊਜ਼। ਜਿਓਗ੍ਰਾਫੀ ਆਪਾਂ ਕਹਿ ਸਕਦੇ ਕਿਸੇ ਪਰਟੀਕੂਲਰ ਏਰੀਆ ਦੇ ਬੇਸਿਸ 'ਤੇ ਨਿਊਜ਼ ਹੁੰਦੀ ਹੈ। ਜਿਵੇਂ ਆਪਾਂ ਕਹਿ ਸਕਦੇ ਹਾਂ ਦਿੱਲੀ ਸਰਕਾਰ ਵੱਲੋਂ ਵਾਹਨਾਂ ਵਾਸਤੇ CNG ਜ਼ਰੂਰੀ ਕਰਾਰ ਦੇਣ ਦਾ ਅਸਰ ਦਿੱਲੀ ਦੀਆਂ ਗੱਡੀਆਂ ਉੱਪਰ ਹੀ ਹੋਵੇਗਾ। ਮਤਲਬ ਵਾਹਨ ਹੁੰਦੇ ਆ ਵਹੀਕਲਸ, ਮਤਲਬ ਜਿਵੇਂ ਜੇ ਦਿੱਲੀ ਗਵਰਨਮੈਂਟ ਦੀ ਇੱਕ ਨੋਟੀਫਿਕੇਸ਼ਨ ਆਵੇ ਕਿ ਜਿਹੜੇ ਸਾਰੇ ਵਹੀਕਲਸ ਨੇ ਉਹਨਾਂ ਲਈ CNG ਗੈਸ ਮੈਂਡੇਟਰੀ ਹੋ ਗਈ, ਤਾਂ ਜਿਹੜਾ ਉਹਦਾ ਇਫੈਕਟ ਹੋਏਗਾ ਉਹ ਸਿਰਫ ਦਿੱਲੀ ਜਾਂ ਉਹਦੇ ਆਸ-ਪਾਸ ਦੇ ਇਲਾਕਿਆਂ 'ਚ ਹੀ ਹੋਏਗਾ, ਉਹਦਾ ਅਸਰ ਹੋਰ ਕਿਤੇ ਸਟੇਟ 'ਤੇ ਨਹੀਂ ਹੋਏਗਾ। ਤਾਂ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਭੂਗੋਲਕ ਖਬਰ ਆ ਵੀ, ਮਤਲਬ ਇਹਦਾ ਜਿਹੜਾ ਭੂਗੋਲ ਵਿਸਤਾਰ ਆ ਉਹ ਦਿੱਲੀ ਹੈ। ਇਸ ਤੋਂ ਅਗਾਂਹ ਲਿਖਿਆ ਗਿਆ ਹੈ ਕਿ ਹਰਿਆਣਾ ਉੱਪਰ ਇਸ ਦਾ ਕੋਈ ਅਸਰ ਨਹੀਂ ਪਵੇਗਾ। ਇਸ ਤੋਂ ਬਾਅਦ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਹੱਤਵ ਵਾਲੀਆਂ ਖਬਰਾਂ ਹੁੰਦੀਆਂ ਹਨ, ਮਤਲਬ ਨੈਸ਼ਨਲ ਔਰ ਇੰਟਰਨੈਸ਼ਨਲ ਇੰਪੋਰਟੈਂਸ ਵਾਲੀਆਂ। ਮੁੱਖ ਖਬਰਾਂ ਹੈਡਲਾਈਨਸ ਬਣਾਉਣ ਸਮੇਂ ਸੰਪਾਦਕ ਇਹਨਾਂ ਖਬਰਾਂ ਨੂੰ ਪਹਿਲ ਦੇ ਆਧਾਰ 'ਤੇ ਛਾਪਦਾ ਹੈ। ਪਹਿਲ ਮਤਲਬ ਆਪਾਂ ਕਹਿ ਸਕਦੇ ਪ੍ਰਾਇਓਰਿਟੀ ਦੇ ਬੇਸਿਸ 'ਤੇ ਛਾਪਦਾ। ਵਿਸ਼ਿਆਂ ਦੇ ਆਧਾਰ ਉੱਤੇ ਧਰਮ, ਸਿਆਸਤ, ਆਰਥਿਕਤਾ, ਖੇਡਾਂ, ਮਨੋਰੰਜਨ, ਖੇਤੀਬਾੜੀ, ਸੱਭਿਆਚਾਰ, ਰੁਜ਼ਗਾਰ, ਅਪਰਾਧ, ਸਿੱਖਿਆ, ਮਤਲਬ ਇਹਨੂੰ ਜੇ ਆਪਾਂ ਟਰਾਂਸਲੇਟ ਕਰੀਏ ਮਤਲਬ ਰਿਲੀਜਨ, ਪੋਲੀਟਿਕਸ, ਇਕਨੋਮਿਕਸ, ਇਹਦੇ ਬਾਅਦ ਸਪੋਰਟਸ, ਐਂਟਰਟੇਨਮੈਂਟ, ਐਗਰੀਕਲਚਰ, ਕਲਚਰ, ਐਮਪਲੋਇਮੈਂਟ, ਕ੍ਰਾਈਮ ਔਰ ਐਜੂਕੇਸ਼ਨ ਦੇ ਬੇਸਿਸ 'ਤੇ ਜਿਹੜੀਆਂ ਖਬਰਾਂ ਹੁੰਦੀਆਂ ਹਨ। ਖਬਰਾਂ ਦੀਆਂ ਇਹਨਾਂ ਕਿਸਮਾਂ ਨੂੰ ਅਸੀਂ ਹੇਠ ਲਿਖੇ ਰੇਖਾ ਚਿੱਤਰਾਂ ਰਾਹੀਂ ਹੋਰ ਸੌਖੇ ਢੰਗ ਨਾਲ ਸਮਝਾਂਗੇ, ਮਤਲਬ ਆਹ ਫਲੋ ਚਾਰਟ ਸਮਝਾਂਗੇ ਆਪਾਂ ਜਿਹੜਾ ਨੀਚੇ ਦਿੱਤਾ। ਤਾਂ ਬੇਸਿਕਲੀ ਇੱਥੇ ਕੀ ਆ ਗਿਆ, ਖਬਰਾਂ ਦੀਆਂ ਟਾਈਪਸ ਕਿਹੜੀਆਂ ਹੁੰਦੀਆਂ। ਸਭ ਤੋਂ ਪਹਿਲੇ ਹੁੰਦੀਆਂ ਰਾਜਨੀਤਿਕ ਖਬਰਾਂ, ਫਿਰ ਸਮਾਜਿਕ, ਫਿਰ ਧਾਰਮਿਕ, ਵਪਾਰ ਤੇ ਆਰਥਿਕ ਜਗਤ ਦੇ ਨਾਲ ਸੰਬੰਧਿਤ, ਖੇਡਾਂ ਨਾਲ ਸੰਬੰਧਿਤ, ਵੰਨ ਸਵੰਨੀਆਂ ਖਬਰਾਂ ਜਿਹਨਾਂ ਮਤਲਬ ਰੁਜ਼ਗਾਰ, ਸੱਭਿਆਚਾਰ, ਸਿੱਖਿਆ, ਮਨੋਰੰਜਨ ਆਦਿ। ਇਹਨਾਂ ਨੂੰ 3 ਮੇਨ ਕਾਲਮਸ ਦੇ ਵਿੱਚ ਡਿਵਾਈਡ ਕਰਦੇ ਕਿ ਇਹ ਸਾਰੀਆਂ ਜਿਹੜੀਆਂ ਖਬਰਾਂ ਕਿਆ ਉਹ ਨੈਸ਼ਨਲ ਬੇਸਿਸ 'ਤੇ ਮਤਲਬ ਰਾਸ਼ਟਰੀ ਖਬਰਾਂ ਵਾ, ਜਾਂ ਉਹ ਅੰਤਰਰਾਸ਼ਟਰੀ ਖਬਰਾਂ, ਜਾਂ ਉਹ ਸਥਾਨਕ ਖਬਰਾਂ ਵੀ ਲੋਕਲ ਇਹਨਾਂ ਦਾ ਇੰਪੈਕਟ ਕੀ ਹੈ।
ਜਾਂ ਨੈਸ਼ਨਲ ਇੰਪੈਕਟ ਹੈ ਜਾਂ ਇੰਟਰਨੈਸ਼ਨਲ ਇੰਪੈਕਟ ਹੈ, ਉਹਦੇ ਬੇਸਿਸ 'ਤੇ ਇਹਨਾਂ ਦੀ ਡਿਵੀਜ਼ਨ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਆਪਾਂ ਪੜ੍ਹਾਂਗੇ ਕਿ ਖਬਰਾਂ ਦੀ ਪੇਸ਼ਕਾਰੀ ਕਰਨ ਦਾ ਢੰਗ ਕੀ ਹੁੰਦਾ ਹੈ। ਖਬਰਾਂ ਦੀ ਪ੍ਰਮਾਣਿਕਤਾ ਹੁੰਦਾ ਆਥੈਂਟਿਸਿਟੀ ਲਈ ਇਸ ਦੇ ਅੰਗਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਖਬਰਾਂ ਨੂੰ ਪ੍ਰਕਾਸ਼ਿਤ ਕਰਦੇ ਸਮੇਂ ਇਹਨਾਂ ਨਾਲ ਕੁਝ ਸੂਚਨਾਤਮਕ ਗੱਲਾਂ ਜੁੜ ਦਿੱਤੀਆਂ ਜਾਂਦੀਆਂ ਹਨ। ਸੂਚਨਾਤਮਕ ਮਤਲਬ ਇਨਫੋਰਮੇਟਿਵ, ਮਤਲਬ ਜਦੋਂ ਆਪਾਂ ਨਿਊਜ਼ ਪਬਲਿਸ਼ ਕਰਦੇ ਹਾਂ ਤਾਂ ਇਹਦੇ ਨਾਲ ਆਪਾਂ ਕੁਛ ਇਨਫੋਰਮੇਟਿਵ ਆਪਾਂ ਕਹਿ ਦਿੰਦੇ ਹਾਂ ਗੱਲਾਂ ਲਿਖ ਦਿੰਦੇ ਹਾਂ। ਇਹਨਾਂ ਨੂੰ ਖਬਰਾਂ ਦੇ ਅੰਗ ਆਖਿਆ ਜਾਂਦਾ ਹੈ। ਇਹਨਾਂ ਅੰਗਾਂ ਨੂੰ ਪਹਿਲਾਂ ਇਸ ਇੱਕ ਰੇਖਾ ਚਿੱਤਰ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਮਤਲਬ ਖਬਰਾਂ ਦੇ ਅੰਗ ਕਿਹੜੇ ਕਿਹੜੇ ਹੁੰਦੇ ਆ? ਸਿਰਲੇਖ, ਫਿਰ ਮੁੱਖ ਅੰਸ਼ ਕੀ ਹੁੰਦਾ, ਫਿਰ ਬਾਇਲਾਈਨ ਕੀ ਹੁੰਦੀ ਆ, ਫਿਰ ਇੰਟਰੋ, ਫਿਰ ਖਬਰਾਂ ਦਾ ਆਕਾਰ ਕਿਹੋ ਜਿਹਾ ਹੁੰਦਾ, ਸੰਖੇਪਤਾ ਜਾਂ ਸਰਲਤਾ, ਡੱਬੀ, ਫੋਟੋ ਔਰ ਵੇਰਵਾ। ਇਹ ਖਬਰਾਂ ਦੇ ਅੰਗ ਹੁੰਦੇ ਆ। ਮਤਲਬ ਇੱਕ ਨਿਊਜ਼ ਹੈ ਵੀ ਉਹਨੂੰ ਕਿਸ ਤਰੀਕੇ ਨਾਲ ਆਪਾਂ ਸਮਝ ਸਕਦੇ ਹਾਂ, ਵੀ ਅਗਰ ਉਹਨੂੰ ਡਿਵਾਈਡ ਕਰੀਏ ਵੀ ਉਹਦਾ ਹੈਡਰ ਕੀ ਹੈ, ਉਹਦੀ ਬਾਡੀ ਦੇ ਵਿੱਚ ਕੀ ਲਿਖਿਆ ਵਾ, ਉਸੇ ਤਰੀਕੇ ਨਾਲ ਇਹ ਉਹਦੇ ਵੱਖਰੇ ਵੱਖਰੇ ਆਪਾਂ ਕਹਿ ਸਕਦੇ ਹਾਂ ਪਾਰਟਸ ਨੇ ਨਿਊਜ਼ ਦੇ। ਸੰਪਾਦਕ ਦਾ ਕੰਮ ਖਬਰਾਂ ਦਾ ਸੰਪਾਦਨ ਹੁੰਦਾ ਹੈ। ਮਤਲਬ ਇੱਥੇ ਕਿਹਾ ਗਿਆ ਕਿ ਐਡੀਟਰ ਦਾ ਕੰਮ ਹੁੰਦਾ ਕਿ ਨਿਊਜ਼ ਨੂੰ ਐਡਿਟ ਕਰੇ। ਉਹ ਪੱਤਰਕਾਰ ਵੱਲੋਂ ਭੇਜੀ ਗਈ ਖਬਰ ਦੀ ਜਾਂਚ ਪੜਤਾਲ ਕਰਕੇ ਅੱਗੇ ਛਪਣ ਲਈ ਭੇਜਦਾ। ਮਤਲਬ ਉਹ ਦੇਖਦਾ ਹੈ ਕਿ ਜਿਹੜੇ ਉਹਦੇ ਰਿਪੋਰਟਰ ਨੇ ਉਹਨੂੰ ਨਿਊਜ਼ ਭੇਜੀ ਹੈ ਉਹ ਉਹਦੀ ਔਥੈਂਟਿਸਿਟੀ ਕਨਫਰਮ ਕਰਦਾ, ਵੀ ਆਪਦੇ ਵਾਲੇ ਪਾਸਿਓਂ ਵੀ ਕਰਦਾ, ਅੱਗਿਓਂ ਵੀ ਕਰਦਾ ਵਾ ਕਿ ਕਿਆ ਇਹ ਨਿਊਜ਼ ਠੀਕ ਹੈ। ਫਿਰ ਅਗਰ ਉਹਨੂੰ ਕਨਫਰਮੇਸ਼ਨ ਮਿਲਦੀ ਆ ਤਾਂ ਉਹ ਅੱਗੇ ਪਬਲੀਕੇਸ਼ਨ ਵਾਸਤੇ ਭੇਜ ਦਿੰਦਾ। ਇਸ ਤੋਂ ਬਾਅਦ ਲਿਖਿਆ ਹੈ ਕਿ ਖਬਰ ਨੂੰ ਪੇਸ਼ ਕਰਨ ਤੋਂ ਪਹਿਲਾਂ ਉਸ ਉੱਪਰ ਸਿਰਲੇਖ ਦਾ ਹੋਣਾ ਲਾਜ਼ਮੀ ਹੈ। ਮਤਲਬ ਆਪਾਂ ਕੋਈ ਵੀ ਖਬਰ ਉਹਦੀ ਹੈਡਲਾਈਨ ਦੇ ਬਿਨਾਂ ਨਹੀਂ ਲਿਖ ਸਕਦੇ। ਉਸ ਦੇ ਨਾਲ ਹੀ ਖਬਰ ਦੇ ਮੁੱਖ ਅੰਸ਼ ਭਾਵ ਜ਼ਰੂਰੀ ਗੱਲਾਂ ਲਿਖ ਦਿੱਤੀਆਂ ਜਾਂਦੀਆਂ ਹਨ। ਖਬਰਾਂ ਦੇ ਨਾਲ ਉਸ ਨੂੰ ਭੇਜਣ ਵਾਲੇ ਪੱਤਰਕਾਰ ਦਾ ਨਾਂ ਜਾਂ ਬਿਊਰੋ ਦਾ ਹਵਾਲਾ ਦਿੱਤਾ ਜਾਂਦਾ। ਮਤਲਬ ਡਿਟੇਲਸ ਦਿੱਤੀਆਂ ਜਾਂਦੀਆਂ ਵੀ ਕਿਹੜੇ ਰਿਪੋਰਟਰ ਨੇ ਨਿਊਜ਼ ਲਿਖੀ, ਕਿਹੜੇ ਐਡੀਟਰ ਨੇ ਐਡਿਟ ਕੀਤੀ ਔਰ ਕਿਹੜੇ ਬਿਊਰੋ ਵੱਲੋਂ ਛਾਪੀ ਗਈ। ਇਸ ਨੂੰ ਬਾਈਲਾਈਨ ਆਖਦੇ ਹਨ। ਇਸ ਦੇ ਨਾਲ ਤਾਰੀਖ ਦੇ ਸਥਾਨ 'ਤੇ ਨਾਂ ਵੀ ਲਿਖਿਆ ਜਾਂਦਾ ਹੈ। ਮਤਲਬ ਜਿੱਥੇ ਡੇਟ ਲਿਖੀ ਜਾਂਦੀ ਹੈ ਉੱਥੇ ਨਾਮ ਵੀ ਲਿਖਿਆ ਜਾਂਦਾ ਵਾ। ਖਬਰ ਦੀ ਇੰਟਰੋ ਵਿੱਚ ਖਬਰ ਨਾਲ ਸੰਬੰਧਿਤ ਘਟਨਾ, ਵਿਕਾਸ ਆਦਿ ਦਾ ਹਵਾਲਾ ਦਿੱਤਾ ਜਾਂਦਾ ਹੈ ਵੀ ਕਿੱਥੇ ਦੀ ਘਟਨਾ ਵਾ, ਇਹ ਕਿਸ ਜਗ੍ਹਾ ਦੀ ਹੈ, ਉਹਦੇ ਬਾਰੇ ਡਿਟੇਲਸ ਦਿੱਤੀਆਂ ਜਾਂਦੀਆਂ। ਖਬਰ ਦੀ ਅਹਿਮੀਅਤ ਅਨੁਸਾਰ ਇਸ ਦਾ ਆਕਾਰ ਨਿਸ਼ਚਿਤ ਕੀਤਾ ਜਾਂਦਾ। ਮਤਲਬ ਜਿੰਨੀ ਨਿਊਜ਼ ਦੀ ਇੰਪੋਰਟੈਂਸ ਹੁੰਦੀ ਆ ਉਹਦੇ ਬੇਸਿਸ 'ਤੇ ਉਹਨੂੰ ਜਗ੍ਹਾ ਮਿਲਦੀ ਆ ਕਿਸੇ ਵੀ ਕਾਲਮ ਦੇ ਵਿੱਚ ਵੀ। ਅਗਰ ਜ਼ਿਆਦਾ ਇੰਪੋਰਟੈਂਟ ਹੈ ਤਾਂ ਜ਼ਿਆਦਾ ਜਗ੍ਹਾ ਮਿਲੇਗੀ ਔਰ ਫਰੰਟ ਪੇਜ ਦੀ ਪ੍ਰਾਇਓਰਿਟੀ ਮਿਲੇਗੀ। ਅਗਰ ਘੱਟ ਹੈ ਤਾਂ ਮਤਲਬ ਘੱਟ ਜਗ੍ਹਾ ਮਿਲੇਗੀ ਉਸ ਦੇ ਬੇਸਿਸ 'ਤੇ। ਜਿਵੇਂ ਅੱਗੇ ਸਮਝਾਇਆ ਗਿਆ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਹੱਤਵ ਵਾਲੀਆਂ ਖਬਰਾਂ ਮੁੱਖ ਪੰਨੇ ਉੱਪਰ ਛਪਦੀਆਂ, ਮੇਨ ਪੇਜਾਂ ਜਿਹਨੂੰ ਆਪਾਂ ਫਰੰਟ ਪੇਜ ਕਹਿੰਦੇ ਹਾਂ। ਘੱਟ ਮਹੱਤਵ ਵਾਲੀਆਂ ਖਬਰਾਂ, ਮਹੱਤਵ ਮੀਨਸ ਇੰਪੋਰਟੈਂਸ, ਅਖਬਾਰ ਦੇ ਦੂਜੇ ਪੰਨਿਆਂ ਉੱਪਰ ਛਾਪ ਦਿੱਤੀਆਂ ਜਾਂਦੀਆਂ। ਮਤਲਬ ਇਹ ਬਾਕੀ ਸਾਰੇ ਪੇਜਿਸ 'ਤੇ ਛਾਪੀਆਂ ਜਾਂਦੀਆਂ। ਖਬਰਾਂ ਵਿੱਚ ਸੰਖੇਪਤਾ ਦਾ ਬਹੁਤ ਮਹੱਤਵ ਹੁੰਦਾ ਹੈ। ਸੰਖੇਪਤਾ ਮੀਨਸ ਸਮਰੀ, ਵੀ ਸਮਰੀ ਦੀ ਕਾਫੀ ਇੰਪੋਰਟੈਂਸ ਹੁੰਦੀ ਹੈ। ਵੱਧ ਤੋਂ ਵੱਧ ਜਾਣਕਾਰੀ ਨੂੰ ਘੱਟ ਤੋਂ ਘੱਟ ਸ਼ਬਦਾਂ ਵਿੱਚ ਪੇਸ਼ ਕਰਨਾ ਇੱਕ ਚੰਗੇ ਪੱਤਰਕਾਰ ਅਤੇ ਸੰਪਾਦਕ ਦਾ ਕੰਮ ਹੈ। ਮਤਲਬ ਵੀ ਜਿੰਨੀ ਆਪਾਂ ਜ਼ਿਆਦਾ ਤੋਂ ਜ਼ਿਆਦਾ ਨਿਊਜ਼ ਦੀ ਇਨਫੋਰਮੇਸ਼ਨ ਨੂੰ ਘੱਟ ਤੋਂ ਘੱਟ ਵਰਡਸ ਦੇ ਵਿੱਚ ਐਕਸਪ੍ਰੈਸ ਕਰ ਸਕਦੇ ਹਾਂ, ਇਹ ਉਨੀ ਕੁਆਲਿਟੀ ਦੱਸਦਾ ਵੀ ਕੁਆਲਿਟੀ ਕਿਹੜੇ ਰਿਪੋਰਟਰ ਦੀ ਇੰਨੀ ਕੁਆਲਿਟੀ ਆ ਔਰ ਜਿਹੜਾ ਮੇਨਲੀ ਉਹਦਾ ਐਡੀਟਰ ਆ ਉਹਦੀ ਕੁਆਲਿਟੀ ਬਾਰੇ ਆਪਾਂ ਨੂੰ ਪਤਾ ਲੱਗਦਾ। ਇਸ ਤੋਂ ਬਾਅਦ ਦੱਸਿਆ ਹੈ ਕਿ ਖਬਰਾਂ ਦੇ ਵੇਰਵਿਆਂ ਨੂੰ ਹੋਰ ਉਭਾਰਨ ਲਈ ਇਸ ਦੇ ਵਿਚਕਾਰ ਇੱਕ ਡੱਬੀ ਲਾਈ ਜਾਂਦੀ ਹੈ। ਵੇਰਵੇ ਮਤਲਬ ਡਿਟੇਲਸ, ਇੱਕ ਮਤਲਬ ਡੱਬੀ ਲਾਈ ਜਾਂਦੀ ਹੈ ਇਹਨਾਂ ਨੂੰ ਦੱਸਣ ਵਾਸਤੇ। ਇਸ ਵਿੱਚ ਖਬਰ ਦੀਆਂ ਜ਼ਰੂਰੀ ਗੱਲਾਂ ਲਿਖੀਆਂ ਜਾਂਦੀਆਂ ਹਨ। ਫੋਟੋ ਨਾਲ ਇਹ ਖਬਰ ਹੋਰ ਪ੍ਰਭਾਵਸ਼ਾਲੀ ਬਣ ਜਾਂਦੀ ਹੈ। ਮਤਲਬ ਆਪਾਂ ਜਿਵੇਂ ਨਿਊਜ਼ ਨੂੰ ਹੋਰ ਔਥੈਂਟਿਸਿਟੀ ਪ੍ਰੋਵਾਈਡ ਕਰਨ ਵਾਸਤੇ ਇੱਕ ਫੋਟੋਗ੍ਰਾਫ ਨਾਲ ਚਿਪਕਾਉਂਦੇ ਹਾਂ ਔਰ ਇਹ ਫੋਟੋਗ੍ਰਾਫ ਨਾਲ ਇਫੈਕਟਿਵਨੈਸ ਵਧ ਜਾਂਦੀ ਆ ਉਸ ਨਿਊਜ਼ ਦੀ। ਫੋਟੋ ਨਾਲ ਹੇਠਾਂ ਇਸ ਦਾ ਪੂਰਾ ਵੇਰਵਾ ਲਿਖਿਆ ਜਾਂਦਾ, ਪੂਰੀਆਂ ਡਿਟੇਲਸ ਲਿਖੀਆਂ ਜਾਂਦੀਆਂ। ਫੋਟੋ ਕਿਸ ਜਗ੍ਹਾ ਦੀ ਹੈ, ਜਿਵੇਂ ਇੱਥੇ ਅੱਗੇ ਦੱਸਿਆ ਕਿ ਖਬਰ ਨੂੰ ਘਟਨਾ ਦੇ ਸਮੇਂ, ਸਥਾਨ, ਪ੍ਰਭਾਵ ਅਤੇ ਹੋਰ ਸੰਬੰਧ ਜਾਣਕਾਰੀ ਨਾਲ ਵੇਰਵੇ ਸਹਿਤ ਪੇਸ਼ ਕੀਤਾ ਜਾਂਦਾ। ਵੀ ਮਤਲਬ ਕਿਸ ਜਗ੍ਹਾ ਦੀ ਖਬਰ ਆ, ਕਿਸ ਟਾਈਮ ਦੀ ਹੈ, ਫਿਰ ਉਹਦਾ ਇਫੈਕਟ ਕੀ ਹੋਇਆ, ਇਹ ਸਾਰੇ ਦਾ ਵੇਰਵਾ ਦਿੱਤਾ ਜਾਂਦਾ। ਮਤਲਬ ਇਹਦੇ ਸਾਰੇ ਦੀਆਂ ਡਿਟੇਲਸ ਉਹਦੇ ਥੱਲੇ ਲਿਖੀਆਂ ਜਾਂਦੀਆਂ ਵਾ ਫੋਟੋ 'ਤੇ। ਜੇਕਰ ਤੁਸੀਂ ਪੰਜਾਬੀ ਦੀਆਂ ਅਖਬਾਰਾਂ ਰੋਜ਼ਾਨਾ ਪੜ੍ਹਦੇ ਹੋ ਤਾਂ ਤੁਹਾਨੂੰ ਉਪਰੋਕਤ ਗੱਲਾਂ ਹੂਬਹੂ ਨਜ਼ਰ ਆਉਣਗੀਆਂ। ਖਬਰਾਂ ਪੜ੍ਹਨ ਦੇ ਅਭਿਆਸ ਨਾਲ ਹੀ ਤੁਸੀਂ ਖਬਰਾਂ ਪੇਸ਼ ਕਰਨ ਦੇ ਢੰਗ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਪਾ ਸਕਦੇ ਹੋ। ਮਤਲਬ ਜੇ ਤੁਸੀਂ ਰੋਜ਼ ਨਿਊਜ਼ ਪੜ੍ਹਦੇ ਹੋ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਇਹ ਜਿਹੜੀ ਗੱਲ ਕੀਤੀ ਗਈ ਹੈ ਕਿੰਨੀ ਕੁ ਸੱਚ ਹੈ ਜਾਂ ਕਿੰਨੀ ਕੁ ਔਥੈਂਟਿਸਿਟੀ ਹੈ ਇਹਦੇ ਵਿੱਚ। ਪੰਜਾਬੀ ਦੀਆਂ ਸਾਰੀਆਂ ਅਖਬਾਰਾਂ ਜਿਵੇਂ ਪੰਜਾਬੀ ਟ੍ਰਿਬਿਊਨ, ਅਜੀਤ, ਸਪੋਕਸਮੈਨ, ਦੇਸ਼ ਸੇਵਕ, ਨਵਾਂ ਜ਼ਮਾਨਾ, ਜਗਬਾਣੀ ਆਦਿ ਵਿੱਚ ਪੇਸ਼ ਹੁੰਦੀਆਂ ਖਬਰਾਂ ਸਾਡੇ ਇਹਨਾਂ ਵੇਰਵਿਆਂ ਦੀ ਭਲੀ ਭਾਂਤ ਪੁਸ਼ਟੀ ਕਰਦੀਆਂ ਹਨ। ਮਤਲਬ ਵੀ ਉਹ ਪ੍ਰੋਪਰ ਇਹਨਾਂ ਨੂੰ ਔਥੈਂਟਿਸਿਟੀ ਪ੍ਰੋਵਾਈਡ ਕਰਦੀਆਂ ਡਿਟੇਲਸ ਨੂੰ। ਇਸ ਤੋਂ ਅੱਗੇ ਆਪਾਂ ਪੜ੍ਹਾਂਗੇ ਕਿ ਅਖਬਾਰਾਂ ਦੀ ਸਮੱਗਰੀ ਕੀ ਹੁੰਦੀ ਹੈ। ਮਤਲਬ ਕਿ ਅਖਬਾਰਾਂ 'ਚ ਕਿਹੜੇ ਇੰਗਰੀਡੀਐਂਟਸ ਹੁੰਦੇ ਆ ਜਾਂ ਕਿਸ ਤਰੀਕੇ ਦੀਆਂ ਚੀਜ਼ਾਂ ਪਾਈਆਂ ਜਾਂਦੀਆਂ ਅਖਬਾਰ ਨੂੰ ਛਾਪਣ ਵਾਸਤੇ। ਅਖਬਾਰਾਂ ਦੀ ਸਮੱਗਰੀ ਦੀ ਕੋਈ ਸੀਮਾ ਨਹੀਂ ਹੁੰਦੀ। ਵੰਨ-ਸਵੰਨੀ ਸਮੱਗਰੀ ਪਾਠਕਾਂ ਨੂੰ ਵਧੇਰੇ ਆਕਰਸ਼ਿਤ ਕਰਦੀ ਹੈ। ਵੰਨ-ਸਵੰਨੀ ਮੀਨਸ ਅਲੱਗ-ਅਲੱਗ ਤਰੀਕੇ ਦੀ ਸਮੱਗਰੀ
ਪਾਠਕ ਹੁੰਦਾ ਰੀਡਰਸ ਔਰ ਆਕਰਸ਼ਿਤ ਕਰਦੀ ਮਤਲਬ ਅਟਰੈਕਟ ਕਰਦੀ ਵੀ ਜਿੰਨੇ ਵੱਖਰੇ ਤਰੀਕੇ ਦੇ ਕਾਲਮਸ ਹੋਣਗੇ, ਵੱਖਰੇ ਤਰੀਕੇ ਦੀਆਂ ਖਬਰਾਂ ਹੋਣਗੀਆਂ ਜਾਂ ਹੋਰ ਆਈਟਮਸ ਹੋਣਗੀਆਂ, ਉਨੇ ਰੀਡਰਸ ਅਟਰੈਕਟ ਹੁੰਦੇ ਆ। ਇਹੀ ਕਾਰਨ ਹੈ ਕਿ ਇੱਕ ਅਖਬਾਰ ਦੂਜੇ ਤੋਂ ਵੱਧ ਕੇ ਵਿਭਿੰਨ ਸਮੱਗਰੀ ਪਾਠਕਾਂ ਨੂੰ ਮੁਹੱਈਆ ਕਰਾਉਂਦਾ ਹੈ। ਮਤਲਬ ਵੀ ਉਹ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਟਾਈਪ ਆਫਰ ਕਰ ਸਕਦਾ ਵਾ ਇਹਦੇ ਵਿੱਚ ਆਈਟਮਸ ਦੇ ਵਿੱਚ ਵੀ ਕਿੰਨੀਆਂ ਆਈਟਮਸ ਉਹ ਆਪਦੇ ਨਿਊਜ਼ਪੇਪਰ 'ਚ ਇੰਟਰੋਡਿਊਸ ਕਰੂਗਾ ਇੱਕ ਐਡੀਟਰ, ਉਨੇ ਹੀ ਉਹਦੇ ਜਿਹੜੇ ਕਸਟਮਰਸ ਆ ਜਾਂ ਰੀਡਰਸ ਹੁੰਦੇ ਆ ਉਹ ਅਟਰੈਕਟ ਹੁੰਦੇ ਆ। ਕਈ ਅਖਬਾਰਾਂ ਤਾਂ ਵੱਖਰੇ ਵਿਸ਼ਿਆਂ ਦੇ ਆਧਾਰ 'ਤੇ ਵੱਖਰੇ ਸਫ਼ੇ ਨਿਸ਼ਚਿਤ ਕਰ ਦਿੰਦੀਆਂ। ਮਤਲਬ ਇੱਥੇ ਇਹ ਕਿਹਾ ਗਿਆ ਵੀ ਕਈ ਜਿਹੜੇ ਅਖਬਾਰ ਹੁੰਦੇ ਆ ਉਹ ਡਿਫਰੈਂਟ ਟੌਪਿਕਸ ਵਾਸਤੇ ਇੱਕ ਪੂਰਾ ਪੇਜ ਹੀ ਡੈਡੀਕੇਟ ਕਰ ਦਿੰਦੇ ਆ ਵੀ ਕਾਲਮ ਦੇਣ ਦੀ ਬਜਾਏ, ਵੀ ਤਾਂ ਜੋ ਜਿਹੜੀ ਅਟਰੈਕਸ਼ਨ ਹੈ ਸਾਡੇ ਨਿਊਜ਼ਪੇਪਰ ਦੀ ਉਹ ਵਧੇ। ਇੱਥੇ ਲਿਖਿਆ ਗਿਆ ਕਿ ਜਿਵੇਂ ਔਰਤਾਂ, ਖੇਤੀਬਾੜੀ, ਖੇਡਾਂ, ਮਨੋਰੰਜਨ, ਸਾਹਿਤ, ਧਰਮ, ਵਪਾਰ ਜਗਤ ਆਦਿ ਲਈ ਪਾਠਕ ਕਿਸੇ ਖਾਸ ਪੰਨੇ ਨੂੰ ਪੜ੍ਹਨ ਦੇ ਆਦੀ ਹੋ ਜਾਂਦੇ ਆ। ਮਤਲਬ ਉਹ ਕਹਿ ਰਿਹਾ ਵੀ ਜਿਵੇਂ ਹੁਣ ਨਿਊਜ਼ਪੇਪਰ 'ਚ ਵੱਖਰੇ ਤਰੀਕੇ ਦੀਆਂ ਖਬਰਾਂ ਹੁੰਦੀਆਂ ਵਾ। ਕੋਈ ਇੱਕ ਜਿਹੜਾ ਆਪਣਾ ਕਹਿ ਸਕਦੇ ਹਾਂ ਵੀ ਪਰਿਵਾਰ ਦਾ ਮੈਂਬਰ ਹੁੰਦਾ ਉਹ ਇੱਕੋ ਟਾਈਪ ਦੀ ਖਬਰ ਪੜ੍ਹਦਾ ਵਾ, ਵੀ ਜਿਵੇਂ ਔਰਤਾਂ ਉਹਨਾਂ ਨੇ ਮਨੋਰੰਜਨ ਦੇ ਰਿਲੇਟਿਡ ਖਬਰਾਂ ਪੜ੍ਹਨੀਆਂ, ਬੱਚੇ ਆ ਜਾਂ ਵੱਡੇ ਆ ਉਹਨਾਂ ਨੇ ਕਹਿ ਸਕਦੇ ਆਪਾਂ ਬਿਜ਼ਨਸ ਰਿਲੇਟਿਡ, ਇਕੋਨਮੀ ਰਿਲੇਟਿਡ ਜਾਂ ਪੋਲੀਟਿਕਸ ਦੇ ਰਿਲੇਟਿਡ ਖਬਰਾਂ ਪੜ੍ਹਨੀਆਂ ਹੁੰਦੀਆਂ। ਬੱਚੇ ਜਾਂ ਨੌਜਵਾਨ ਹੁੰਦੇ ਆ ਮੋਸਟਲੀ ਉਹ ਖੇਡਾਂ ਦੇ ਰਿਲੇਟਿਡ ਖਬਰਾਂ ਪੜ੍ਹਦੇ ਆ, ਸਪੋਰਟਸ ਸੈਕਸ਼ਨ ਪੜ੍ਹਦੇ ਆ। ਤਾਂ ਬੇਸਿਕਲੀ ਇਸ ਤਰੀਕੇ ਨਾਲ ਖਬਰਾਂ ਦੀ ਆਪਾਂ ਕਹਿ ਸਕਦੇ ਕਰੈਕਟਰਾਈਜੇਸ਼ਨ ਕਰਨਾ ਵੀ ਉਹਨਾਂ ਦੇ ਜਿਹੜੇ ਇੱਕ ਤਾਂ ਕਸਟਮਰਸ ਵੀ ਵੱਧਦੇ ਆ ਔਰ ਦੂਸਰਾ ਇਹ ਹੁੰਦਾ ਵਾ ਵੀ ਜਿਹੜੇ ਉਹ ਕਸਟਮਰਸ ਹੁੰਦੇ ਆ ਉਹ ਸਪੈਸੀਫਾਈ ਹੋ ਜਾਂਦੇ ਇੱਕ ਪਰਟੀਕੂਲਰ ਪੇਜ ਵਾਸਤੇ। ਇਸ ਤੋਂ ਅੱਗੇ ਕਿਹਾ ਗਿਆ ਹੈ ਕਿ ਅਖਬਾਰਾਂ ਦੀ ਸਮੱਗਰੀ ਵਿੱਚ ਖਬਰਾਂ, ਲੇਖ, ਸੰਪਾਦਕੀਆਂ, ਫੀਚਰ, ਵਿਅੰਗ, ਲੇਖ, ਕਵਿਤਾ, ਕਹਾਣੀਆਂ, ਲੜੀਵਾਰ ਨਾਵਲ, ਟਿੱਪਣੀਆਂ, ਬਿਆਨ, ਸੂਚੀਆਂ ਆਦਿ ਵੀ ਸ਼ਾਮਲ ਹੁੰਦੀਆਂ। ਇਹ ਵੀ ਦੱਸਿਆ ਗਿਆ ਕਿਹੜੀਆਂ ਵੱਖਰੀਆਂ ਟਾਈਪਸ ਨੇ ਜਿਹੜੀਆਂ ਸ਼ਾਮਲ ਹੁੰਦੀਆਂ। ਤਾਂ ਇਹਨਾਂ 'ਚ ਹੀ ਸਭ ਤੋਂ ਪਹਿਲੀ ਟਾਈਪ ਹੈ ਸੰਪਾਦਕੀ, ਜਿਹਨੂੰ ਆਪਾਂ ਕਹਿੰਦੇ ਹਾਂ ਐਡੀਟੋਰੀਅਲ। ਅੰਗਰੇਜ਼ੀ ਭਾਸ਼ਾ ਦੇ ਸ਼ਬਦ ਐਡੀਟੋਰੀਅਲ ਨੂੰ ਸੰਪਾਦਕੀ ਆਖਿਆ ਜਾਂਦਾ ਹੈ। ਇਸ ਦਾ ਵਿਸ਼ਾ ਕੋਈ ਵਿਸ਼ੇਸ਼ ਘਟਨਾ, ਖਬਰ ਜਾਂ ਮੁੱਦਾ ਹੁੰਦਾ ਹੈ, ਕਿਉਂਕਿ ਸੰਪਾਦਕ ਦਾ ਕੰਮ ਸਮੁੱਚੇ ਮਤਲਬ ਹੁੰਦਾ ਇੰਟਾਇਰ ਅਖਬਾਰ ਦੀ ਦੇਖ ਰੇਖ ਕਰਨਾ ਹੁੰਦਾ। ਮਤਲਬ ਜਿਹੜਾ ਐਡੀਟਰ ਹੁੰਦਾ ਵਾ ਉਹ ਕੰਪਲੀਟ ਨਿਊਜ਼ਪੇਪਰ ਨੂੰ ਚੈੱਕ ਕਰਦਾ ਵਾ ਵੀ ਉਹ ਪ੍ਰੋਪਰ ਇਹਦਾ ਕੁਆਲਿਟੀ ਪੈਰਾਮੀਟਰ ਚੈੱਕ ਕਰਦਾ, ਉਹਦੇ ਥਰੂ ਹੀ ਨਿਊਜ਼ਪੇਪਰ ਅਪਰੂਵ ਹੋ ਕੇ ਜਾਂਦਾ। ਇਸ ਲਈ ਉਹ ਹਰ ਮਹੱਤਵਪੂਰਨ ਮਸਲੇ ਉੱਪਰ ਤਿਰਛੀ ਨਜ਼ਰ ਰੱਖਦਾ ਹੈ। ਮਤਲਬ ਵੀ ਜਿਹੜਾ ਵੀ ਇੰਪੋਰਟੈਂਟ ਇਸ਼ੂ ਹੁੰਦਾ ਉਹਦੇ 'ਤੇ ਉਹ ਆਪਣੀ ਪੈਨੀ ਨਜ਼ਰ ਜਾਂ ਤੇਜ਼ ਨਜ਼ਰ ਰੱਖਦਾ ਹੈ। ਸੰਪਾਦਕੀ ਯਾਨੀ ਕਿ ਐਡੀਟੋਰੀਅਲ ਸੰਪਾਦਕ ਵੱਲੋਂ ਲਿਖੀ ਜਾਂਦੀ ਹੈ। ਵੀ ਜਿਹੜੀ ਐਡੀਟੋਰੀਅਲ ਹੁੰਦੀ ਹੈ ਉਹ ਮੋਸਟਲੀ ਐਡੀਟਰ ਵੱਲੋਂ ਹੀ ਲਿਖੀ ਜਾਂਦੀ ਹੈ। ਸੰਪਾਦਕੀ ਦਾ ਇੱਕ ਵਿਸ਼ੇਸ਼ ਪਾਠਕ ਵਰਗ ਹੁੰਦਾ ਹੈ। ਮਤਲਬ ਸੰਪਾਦਕੀ ਜਿਹੜੀ ਹੁੰਦੀ ਹੈ, ਐਡੀਟੋਰੀਅਲ ਹਰ ਕੋਈ ਨਹੀਂ ਪੜ੍ਹਦਾ, ਐਡੀਟੋਰੀਅਲ ਦਾ ਜਿਹੜਾ ਹੁੰਦਾ ਵਾ ਇੱਕ ਵੱਖਰਾ ਰੀਡਰ ਗਰੁੱਪ ਹੁੰਦਾ ਵਾ। ਇਸੇ ਲਈ ਇਸ ਦੀ ਅਹਿਮੀਅਤ ਖਬਰ ਵਾਂਗ ਹੀ ਹੈ। ਹਰ ਖਬਰ ਨਾਲ ਜੁੜੇ ਰਹਿਣ ਕਰਕੇ ਸੰਪਾਦਕ ਦਾ ਨਜ਼ਰੀਆ ਵੀ ਵਿਸ਼ਾਲ ਹੁੰਦਾ ਹੈ। ਮਤਲਬ ਜਿਹੜਾ ਐਡੀਟਰ ਹੁੰਦਾ ਵਾ ਉਹ ਹਰੇਕ ਤਰੀਕੇ ਦੀ ਨਿਊਜ਼ ਪੜ੍ਹਦਾ ਵਾ, ਐਜ਼ ਆਪੋਜ਼ਿਟ ਟੂ ਆਪਾਂ ਕਹਿ ਸਕਦੇ ਹਾਂ ਜਿਹੜਾ ਰਿਪੋਰਟਰ ਹੁੰਦਾ ਵੀ ਉਹ ਤਾਂ ਇੱਕ ਪਰਟੀਕੂਲਰ ਤਰੀਕੇ ਦੀ ਨਿਊਜ਼ ਦੇ ਨਾਲ ਹੀ ਜੁੜਿਆ ਹੁੰਦਾ ਵਾ। ਔਨ ਦੀ ਅਦਰ ਹੈਂਡ ਐਡੀਟਰ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਨੌਲੇਜ ਸਰਕਲ ਹੁੰਦਾ ਉਹ ਵਾਸਟ ਹੁੰਦਾ ਵਾ। ਇਸ ਕਰਕੇ ਜਿਹੜੀ ਉਹਦੀ ਆਪਾਂ ਕਹਿ ਸਕਦੇ ਹਾਂ ਐਡੀਟੋਰੀਅਲ ਨੂੰ ਲਿਖਦਾ ਉਹਦੀ ਜਿਹੜੀ ਕੁਆਲਿਟੀ ਆਫ ਇਨਫੋਰਮੇਸ਼ਨ ਹੁੰਦੀ ਆ ਉਹਦੇ 'ਚ ਕਾਫੀ ਵੈਰਾਈਟੀ ਹੁੰਦੀ ਹੈ। ਤਾਂ ਇਹਦੇ ਬਾਅਦ ਲਿਖਿਆ ਗਿਆ ਹੈ ਕਿ ਉਹ ਹਰ ਖਬਰ ਦੇ ਦੂਰਗਾਮੀ ਅਸਰ ਦਾ ਲੇਖਾ ਜੋਖਾ ਸੰਪਾਦਕੀ ਵਿੱਚ ਕਰਦਾ। ਮਤਲਬ ਵੀ ਫਿਰ ਆਪਾਂ ਇਹ ਕਹਿ ਸਕਦੇ ਹਾਂ ਵੀ ਉਹ ਇਹਦੇ ਹਰੇਕ ਪਰਸਪੈਕਟਿਵ ਨੂੰ ਐਕਸਪਲੋਰ ਕਰ ਸਕਦਾ ਕਿਸੇ ਪਰਟੀਕੂਲਰ ਖਬਰ 'ਤੇ। ਉਹ ਕਿੰਨੇ ਮਤਲਬ ਉਹ ਕਿੰਨਾ ਫਾਰ ਸਾਈਟਡ ਹੋ ਸਕਦਾ ਵਾ, ਉਹਦੇ ਕਿੰਨੇ ਬਰੋਡ ਐਸਪੈਕਟਸ ਹੋ ਸਕਦੇ ਆ, ਕਿੰਨੇ ਇੰਪੈਕਟਸ ਹੋ ਸਕਦੇ, ਇਹ ਸਾਰਾ ਆਪਾਂ ਨੂੰ ਉਹਦੀਆਂ ਖਬਰਾਂ ਪੜ੍ਹ ਕੇ ਪਤਾ ਲੱਗ ਜਾਂਦਾ। ਇਹ ਕਿਸੇ ਅਖਬਾਰ ਦੀ ਸਮੁੱਚੀ ਵਿਚਾਰਧਾਰਾ, ਵਚਨਬੱਧਤਾ ਅਤੇ ਭਰੋਸੇਯੋਗਤਾ ਦਾ ਪ੍ਰਦਰਸ਼ਨ ਕਰਦੀ ਹੈ। ਸਮੁੱਚੀ ਵਿਚਾਰਧਾਰਾ ਮਤਲਬ ਉਹ ਅਖਬਾਰ ਕਿਹੜੀ ਆਈਡੀਓਲੋਜੀ ਨੂੰ ਫੋਲੋ ਕਰਦਾ, ਵਚਨਬੱਧਤਾ ਮੀਨਸ ਉਹਦੀ ਕਿੰਨੀ ਕਮਿਟਮੈਂਟ ਆ ਔਰ ਰਿਲਾਇਬਿਲਟੀ ਆ, ਇਹ ਡਿਪਿਕਟ ਕਰਦੀ ਹੈ ਐਡੀਟੋਰੀਅਲ। ਇਸ ਦੀ ਆਪਣੀ ਹੀ ਸ਼ੈਲੀ ਹੁੰਦੀ ਹੈ। ਸੰਪਾਦਕ, ਲੇਖ ਆਦਿ ਮੱਧ ਅੰਤ 3 ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਮਤਲਬ ਜਿਹੜਾ ਸੰਪਾਦਕੀ ਲੇਖ ਹੁੰਦਾ ਵਾ ਉਹ ਸਟਾਰਟਿੰਗ, ਮਿਡਲ ਪੋਰਸ਼ਨ ਔਰ ਆਪਾਂ ਕਹਿ ਸਕਦੇ ਹਾਂ ਲਾਸਟ ਪੋਰਸ਼ਨ 'ਚ ਡਿਵਾਈਡ ਕੀਤਾ ਜਾਂਦਾ। ਇਹਨਾਂ 'ਚ ਕ੍ਰਮਵਾਰ ਆਪਾਂ ਉਹ ਕਹਿ ਸਕਦੇ ਹਾਂ ਆਰਡਰਲੀ ਫੈਸ਼ਨ ਦੇ ਵਿੱਚ ਭੂਮਿਕਾ, ਵਿਸ਼ਲੇਸ਼ਣ ਜਿਹਨੂੰ ਆਪਾਂ ਐਨਾਲਿਸਿਸ ਕਹਿੰਦੇ ਹਾਂ, ਟਿੱਪਣੀ ਜਿਹਨੂੰ ਕਮੈਂਟਸ ਕਹਿੰਦੇ ਹਾਂ ਦੇ ਵਿਚਾਰ ਪੇਸ਼ ਕੀਤੇ ਜਾਂਦੇ ਹਨ। ਸਰਲ ਭਾਸ਼ਾ ਵਿੱਚ ਲਿਖੀ ਸੰਪਾਦਕੀ ਵਧੇਰੇ ਪ੍ਰਭਾਵਸ਼ਾਲੀ ਹੁੰਦੀ ਹੈ, ਵੀ ਮਤਲਬ ਜ਼ਿਆਦਾ ਇਫੈਕਟਿਵ ਹੁੰਦੀ ਹੈ ਜਿਹੜੀ ਸਿੰਪਲ ਲੈਂਗੁਏਜ ਦੇ ਵਿੱਚ ਲਿਖੀ ਜਾਂਦੀ ਹੈ। ਸੰਪਾਦਕੀ ਲਿਖਣ ਵਾਲੇ ਸੰਪਾਦਕ ਨੂੰ ਸਿਆਸੀ ਮਤਲਬ ਪੋਲੀਟੀਕਲ, ਸਮਾਜਿਕ ਮੀਨਸ ਸੋਸ਼ਲ, ਆਰਥਿਕ ਆਪਾਂ ਕਹਿ ਸਕਦੇ ਹਾਂ ਇਕਨੋਮਿਕ, ਸਾਹਿਤਕ ਲਿਟਰੇਰੀ, ਧਾਰਮਿਕ ਨੂੰ ਆਪਾਂ ਕਹਿ ਸਕਦੇ ਹਾਂ ਰਿਲੀਜੀਅਸ ਆਦਿ ਵਿਸ਼ਿਆਂ ਦਾ ਸਮੁੱਚਾ ਗਿਆਨ ਹੋਣਾ ਚਾਹੀਦਾ ਹੈ। ਮਤਲਬ ਵੀ ਉਹੀ ਜਿਵੇਂ ਮੈਂ ਉੱਤੇ ਸਮਝਾਇਆ ਕਿ ਉਹਦੀ ਇੱਕ ਵਾਸਟ ਫੀਲਡ ਆਫ ਨੌਲੇਜ ਹੁੰਦੀ ਹੈ, ਇਸ ਕਰਕੇ ਉਹਦੀ ਜਿਹੜੀ ਰੇਂਜ ਹੁੰਦੀ ਹੈ ਉਹ ਡਾਇਨਾਮਿਕ ਹੋਣੀ ਚਾਹੀਦੀ ਹੈ ਇਹਨਾਂ ਟੌਪਿਕਸ ਦੇ ਰਿਲੇਟਿਡ। ਚੰਗੀ ਸੰਪਾਦਕੀ ਲਈ ਸੰਪਾਦਕ ਦਾ ਜ਼ਿੰਮੇਵਾਰ, ਇਮਾਨਦਾਰ ਅਤੇ ਮਾਨਵਵਾਦੀ ਹੋਣਾ ਲਾਜ਼ਮੀ ਹੈ। ਮਾਨਵਵਾਦੀ ਮੀਨਸ ਹਿਊਮੈਨਿਟੇਰੀਅਨ।
ਉਸਦੇ ਵਿਚਾਰ ਉਸਾਰੂ ਹੋਣੇ ਚਾਹੀਦੇ ਆ, ਮਤਲਬ ਕੰਸਟਰਕਟਿਵ ਉਹਦੇ ਥੋਟਸ ਹੋਣੇ ਚਾਹੀਦੇ ਆ। ਹੁਣ ਅਗਲਾ ਇਹਦਾ ਆਪਾਂ ਕਹਿ ਸਕਦੇ ਹਾਂ ਅੰਗ ਜਾਂ ਆਪਾਂ ਕਹਿ ਸਕਦੇ ਹਾਂ ਸਮੱਗਰੀ, ਉਹ ਹੈਗੀ ਆ ਫੀਚਰ। ਫੀਚਰ ਅਖਬਾਰ ਦਾ ਅਹਿਮ ਅੰਗ ਹੁੰਦੇ ਹਨ। ਇਹ ਸੰਪਾਦਕੀ ਤੋਂ ਵੱਖਰੀ ਕਿਸਮ ਹੁੰਦੀ ਹੈ। ਫੀਚਰ ਅੰਗਰੇਜ਼ੀ ਭਾਸ਼ਾ ਦਾ ਮਤਲਬ ਅੰਗਰੇਜ਼ੀ ਸ਼ਬਦ ਦਾ ਫੀਚਰ ਦਾ ਸਮਾਨ ਅਰਥੀ ਹੈ। ਇਸ ਦਾ ਸ਼ਾਬਦਿਕ ਅਰਥ ਹੁੰਦਾ ਹੈ ਰੂਪ ਰੇਖਾ, ਲੱਛਣ, ਆਕ੍ਰਿਤੀ। ਆਕ੍ਰਿਤੀ ਨੂੰ ਆਪਾਂ ਕਹਿ ਦਿੰਦੇ ਹਾਂ ਸ਼ੇਪ ਜਾਂ ਵਿਅਕਤਿਤਵ ਆਦਿ। ਇਹ ਭੂਤਕਾਲ, ਵਰਤਮਾਨ ਜਾਂ ਭਵਿੱਖ ਕਿਸੇ ਵੀ ਕਾਲ ਨਾਲ ਸੰਬੰਧਿਤ ਹੋ ਸਕਦਾ ਹੈ। ਫੀਚਰ ਦੇ ਵਿਸ਼ੇ ਵੀ ਵਿਭਿੰਨ ਹੁੰਦੇ ਆ, ਮਤਲਬ ਅਲੱਗ-ਅਲੱਗ ਤਰੀਕੇ ਦੇ ਵਿਸ਼ੇ ਹੁੰਦੇ ਆ। ਵਿਸ਼ੇ ਦੇ ਆਧਾਰ 'ਤੇ ਵਿਸ਼ਾ ਹੁੰਦਾ ਸਬਜੈਕਟ। ਵਿਸ਼ੇ ਦੇ ਆਧਾਰ 'ਤੇ ਲਿਖੇ ਜਾਣ ਵਾਲੇ ਫੀਚਰ ਤਹਿਤ ਤਿਉਹਾਰ, ਮੇਲੇ, ਜਨ ਜੀਵਨ, ਕਾਨੂੰਨ, ਕਲਾ ਆਦਿ ਬਾਰੇ ਹੋ ਸਕਦੇ ਹਨ। ਵਰਗ ਅਨੁਸਾਰ ਵਿਸ਼ੇ ਬਾਰੇ ਫੀਚਰ ਲਿਖੇ ਜਾਂਦੇ ਹਨ। ਵੀ ਕਲਾਸ ਜਾਂ ਆਪਾਂ ਕਹਿ ਸਕਦੇ ਹਾਂ ਗਰੁੱਪ ਦੀ ਟਾਈਪ ਦੇ ਅਕੋਰਡਿੰਗਲੀ ਇਹ ਜਿਹੜੇ ਫੀਚਰਸ ਆ ਲਿਖੇ ਜਾਂਦੇ ਆ। ਇਸ ਵਿੱਚ ਬੱਚੇ, ਔਰਤਾਂ, ਬਜ਼ੁਰਗ, ਨੌਜਵਾਨ, ਵਪਾਰੀ, ਮਜ਼ਦੂਰ, ਅਧਿਆਪਕ, ਕਿਸਾਨ ਆਦਿ ਸ਼ਾਮਲ ਹੁੰਦੇ ਆ। ਕਈ ਅਖਬਾਰਾਂ ਤਾਂ ਫੀਚਰ ਦੇ ਪੂਰੇ ਅੰਕ ਹੀ ਪ੍ਰਕਾਸ਼ਿਤ ਕਰਦੀਆਂ, ਮਤਲਬ ਪੂਰਾ ਇੱਕ ਪੇਜ ਡੈਡੀਕੇਟ ਕਰ ਦਿੰਦੀ ਆ ਫੀਚਰ ਨੂੰ। ਕਈ ਨਿਊਜ਼ਪੇਪਰਸ ਰੋਜ਼ਾਨਾ ਜਾਂ ਹਫ਼ਤਾਵਾਰੀ ਆਧਾਰ 'ਤੇ ਫੀਚਰ ਲਿਖੇ ਜਾਂਦੇ ਹਨ, ਮਤਲਬ ਕਈ ਨਿਊਜ਼ਪੇਪਰ 'ਚ ਡੇਲੀ ਲਿਖੇ ਜਾਂਦੇ ਆ, ਕਈਆਂ 'ਚ ਵੀਕਲੀ ਲਿਖੇ ਜਾਂਦੇ ਆ। ਫੀਚਰ ਦੀ ਸ਼ੈਲੀ ਵੀ ਵਿਭਿੰਨ ਹੋ ਸਕਦੀ ਹੈ। ਇਸ ਤੋਂ ਬਾਅਦ ਲਿਖਿਆ ਗਿਆ ਹੈ ਕਿ ਵਰਣਾਤਮਕ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਵਰਨ ਦੇ ਬੇਸਿਸ 'ਤੇ, ਜਾਂ ਆਪਾਂ ਕਹਿ ਸਕਦੇ ਹਾਂ ਕਲਾਸ ਦੇ ਬੇਸਿਸ ਤੇ। ਚਿੱਤਰਾਤਮਕ ਆਪਾਂ ਕਹਿ ਸਕਦੇ ਹਾਂ ਵੀ ਪਿਕਟੋਰੀਅਲ ਅਤੇ ਵਿਆਖਿਆਤਮਕ ਮਤਲਬ ਆਪਾਂ ਵਿਆਖਿਆ ਦੇ ਬੇਸਿਸ 'ਤੇ। ਫੀਚਰ ਵਧੇਰੇ ਲਿਖੇ ਜਾਂਦੇ ਹਨ। ਤੁਰੰਤ ਵਪਾਰੀ ਘਟਨਾ ਉੱਪਰ ਲਿਖੇ ਗਏ ਫੀਚਰ ਨੂੰ ਤੁਰੰਤ ਫੀਚਰ ਆਖਿਆ ਜਾਂਦਾ ਹੈ। ਇਹ ਤੱਥਾਂ ਦੇ ਆਧਾਰਿਤ ਹੁੰਦਾ ਹੈ, ਮਤਲਬ ਇਹ ਫੈਕਟ ਬੇਸਡ ਹੁੰਦਾ ਹੈ। ਕਿਸੇ ਪੁਰਾਣੀ ਘਟਨਾ ਨਾਲ ਸੰਬੰਧਿਤ ਫੀਚਰ ਵਿਸ਼ੇਸ਼ ਫੀਚਰ ਅਖਵਾਉਂਦਾ ਹੈ, ਮਤਲਬ ਇਹ ਸਪੈਸ਼ਲ ਫੀਚਰ ਅਖਵਾਉਂਦਾ ਹੈ। ਇਹ ਵਿਸ਼ੇਸ਼ ਸਮੇਂ ਜਾਂ ਮੌਕੇ ਨਾਲ ਸੰਬੰਧਿਤ ਹੁੰਦੇ ਹਨ, ਜਿਵੇਂ ਸ਼ਹੀਦ ਭਗਤ ਸਿੰਘ, ਗੁਰੂ ਗੋਬਿੰਦ ਸਿੰਘ, ਲਾਲਾ ਲਾਜਪਤ ਰਾਏ ਆਦਿ ਬਾਰੇ ਵਿਸ਼ੇਸ਼ ਫੀਚਰ ਹਨ। ਇਹਨਾਂ ਨਾਲ ਸੰਬੰਧਿਤ ਇਤਿਹਾਸ ਅਤੇ ਇਹਨਾਂ ਦੇ ਦਿਨ ਉੱਪਰ ਲਿਖੇ ਜਾਂਦੇ ਹਨ, ਮਤਲਬ ਵੀ ਜਿਵੇਂ ਉਹਨਾਂ ਦਾ ਜਿਵੇਂ ਆਪਾਂ ਕਹਿ ਸਕਦੇ ਹਾਂ ਤਾਂ ਜਨਮ ਦਿਹਾੜਾ ਜਾਂ ਸ਼ਹੀਦੀ ਦਿਹਾੜਾ ਹੁੰਦਾ ਵਾ, ਉਹਦੇ ਰਿਲੇਟਡ ਲਿਖੇ ਜਾਂਦੇ ਆ, ਉਸ ਦਿਨ ਲਿਖੇ ਜਾਂਦੇ ਆ। ਪਾਠਕ ਹਮੇਸ਼ਾ ਅਜਿਹੇ ਫੀਚਰ ਬੇਸਬਰੀ ਨਾਲ ਉਡੀਕਦੇ, ਮਤਲਬ ਰੀਡਰਸ ਨੂੰ ਇਹਨਾਂ ਦੀ ਕਾਫੀ ਉਡੀਕ ਹੁੰਦੀ ਆ। ਫੀਚਰ ਦੀ ਸ਼ੈਲੀ ਮਤਲਬ ਹੁੰਦਾ ਸਟਾਈਲ। ਆਤਮਕ ਮੀਨਸ ਸਪਿਰਿਚੁਅਲ, ਦਿਲਚਸਪ ਮੀਨਸ ਇੰਟਰਸਟਿੰਗ, ਅਤੇ ਸਹਿਜ ਮਤਲਬ ਸਿੰਪਲ ਹੋਣੀ ਚਾਹੀਦੀ ਆ। ਮਤਲਬ ਜਿਹੜੀ ਫੀਚਰ ਦੀ ਸਟਾਈਲਿੰਗ ਹੋਣੀ ਚਾਹੀਦੀ ਆ ਉਹ ਆਪਾਂ ਕਹਿ ਸਕਦੇ ਹਾਂ ਸਪਿਰਿਚੁਅਲ, ਇੰਟਰਸਟਿੰਗ ਔਰ ਸਿੰਪਲ ਹੋਣੀ ਚਾਹੀਦੀ ਆ। ਛੋਟੇ ਅਤੇ ਚੁਸਤ ਵਾਕ ਲੇਖ ਦੇ ਸੰਚਾਰ ਕਰਨ ਲਈ ਸਹਾਈ ਹੁੰਦੇ ਆ, ਮਤਲਬ ਜਿਹੜੇ ਸਮੌਲ ਔਰ ਕਲੈਵਰ ਸੈਂਟੈਂਸਿਸ ਹੁੰਦੇ ਆ, ਇਹਦੇ ਨਾਲ ਜਿਹੜੀ ਲੇਖ ਦੀ ਆਪਾਂ ਕਹਿ ਸਕਦੇ ਹਾਂ ਸੰਚਾਰਨਾ ਹੁੰਦੀ ਆ ਉਹ ਸੌਖੀ ਹੋ ਜਾਂਦੀ ਆ। ਫੀਚਰ ਲੇਖ ਨੂੰ ਢੁਕਵੀਂ ਸ਼ਬਦਾਵਲੀ, ਢੁਕਵੀਂ ਮੀਨਸ ਇਫੈਕਟਿਵ ਸ਼ਬਦਾਵਲੀ, ਮੁਹਾਵਰੇ ਅਤੇ ਟਕਸਾਲੀ ਭਾਸ਼ਾ ਉੱਪਰ ਪੂਰਾ ਅਧਿਕਾਰ ਹੋਣਾ ਲਾਜ਼ਮੀ ਹੈ। ਆਂਚਲਿਕ ਸ਼ਬਦ ਹੁੰਦੇ ਆ ਰੀਜਨਲ ਸੈਂਟੈਂਸਿਸ ਕਿਹੜੇ ਹੁੰਦੇ ਆ, ਜਿਹੜੇ ਕਿਸੇ ਇੱਕ ਖਾਸ ਇਲਾਕੇ ਦੇ ਸ਼ਬਦ ਹੁੰਦੇ ਆ। ਅਤੇ ਇਹਦੇ ਬਾਅਦ ਲਿਖਿਆ ਗਿਆ ਹੈ ਕਿ ਫੀਚਰ ਲੇਖਕ ਨਿਰਪੱਖ ਵਿਚਾਰਾਂ ਦਾ ਧਾਰਨੀ ਹੋਣਾ ਚਾਹੀਦਾ ਹੈ, ਮਤਲਬ ਵੀ ਉਹਦੇ 'ਚ ਕੋਈ ਬਾਇਸ ਨਹੀਂ ਹੋਣਾ ਚਾਹੀਦਾ। ਔਰ ਇਹਦੇ ਬਾਅਦ ਲਿਖਿਆ ਹੈ ਕਿ ਵਿਸ਼ਿਆਂ ਦੇ ਮੁਤਾਬਕ ਸ਼ੈਲੀ ਵੀ ਬਦਲ ਜਾਣੀ ਚਾਹੀਦੀ ਹੈ। ਫੀਚਰ ਦਾ ਆਕਾਰ ਛੋਟਾ, ਲੋੜ ਅਨੁਸਾਰ ਹੋਣਾ ਜ਼ਰੂਰੀ ਹੈ। ਇਸ ਵਿੱਚ ਆਰੰਭ, ਮੱਧ ਅਤੇ ਅੰਤ ਦਾ ਢੁਕਵਾਂ ਨਿਭਾ ਹੋਣਾ ਚਾਹੀਦਾ ਹੈ, ਮਤਲਬ ਇਫੈਕਟਿਵ ਜਿਹੜਾ ਇਹਨਾਂ ਦਾ ਪ੍ਰਭਾਵ ਹੋਣਾ ਚਾਹੀਦਾ ਵਾ। ਅਤੇ ਇੱਕ ਇੱਥੇ ਸ਼ਬਦ ਲਿਖਿਆ ਟਕਸਾਲੀ ਭਾਸ਼ਾ। ਟਕਸਾਲੀ ਭਾਸ਼ਾ ਦਾ ਮਤਲਬ ਹੁੰਦਾ ਵੀ ਜਿਹੜੀ ਭਾਸ਼ਾ ਇੱਕ ਸਾਂਝੇ ਇਲਾਕੇ ਵਿੱਚ ਬੋਲੀ ਜਾਂਦੀ ਆ, ਜਾਂ ਗਰੁੱਪ ਲੈਂਗੁਏਜ ਆਪਾਂ ਬੋਲ ਦਿੰਦੇ ਹਾਂ, ਉਹਦਾ ਆਪਾਂ ਕਹਿੰਦੇ ਵੀ ਇੱਥੇ ਕੀ ਕਿਹਾ ਗਿਆ, ਉਸ ਦਾ ਪੂਰਾ ਅਧਿਕਾਰ ਹੋਣਾ ਲਾਜ਼ਮੀ ਆ। ਇਸ ਤੋਂ ਬਾਅਦ ਆਪਾਂ ਹੁਣ ਪੜ੍ਹਾਂਗੇ ਲੇਖ ਫੀਚਰ ਤੋਂ ਭਿੰਨ ਹੁੰਦਾ ਹੈ, ਮਤਲਬ ਇਹ ਫੀਚਰ ਤੋਂ ਅਲੱਗ ਹੁੰਦਾ ਹੈ। ਇਹ ਦੋਵੇਂ ਹੀ ਅਖਬਾਰ ਦਾ ਮਹੱਤਵਪੂਰਨ ਅੰਗ ਹਨ। ਲੇਖ ਕਿਸੇ ਵਿਸ਼ੇ ਮਤਲਬ ਸਬਜੈਕਟ, ਸਮੱਸਿਆ ਅਤੇ ਵਿਚਾਰ ਆਦਿ 'ਤੇ ਆਧਾਰਿਤ ਹੁੰਦਾ ਹੈ, ਮਤਲਬ ਇਹ ਉਹਦੇ 'ਤੇ ਬੇਸਡ ਹੁੰਦਾ ਵੀ ਕਿਸੇ ਸਬਜੈਕਟ ਜਾਂ ਕਿਸੇ ਇਸ਼ੂ 'ਤੇ ਬੇਸਡ ਹੁੰਦਾ ਜਿਹੜਾ ਲੇਖ ਹੁੰਦਾ ਵਾ। ਲੇਖ ਨੂੰ ਆਪਾਂ ਐਸੇ ਵੀ ਕਹਿੰਦੇ ਹਾਂ ਬੇਸਿਕਲੀ। ਇਸ ਵਿੱਚ ਵਿਸ਼ੇ ਦੇ ਤੱਥਾਂ ਦੇ ਆਧਾਰ 'ਤੇ ਵਿਸ਼ਲੇਸ਼ਣ ਕੀਤੇ ਜਾਂਦੇ, ਮਤਲਬ ਫੈਕਟ ਦੇ ਬੇਸਿਸ 'ਤੇ ਐਨਾਲਿਸਿਸ ਕੀਤਾ ਜਾਂਦਾ। ਇਹ ਵਿਚਾਰ ਪ੍ਰਧਾਨ ਹੁੰਦਾ ਹੈ, ਮਤਲਬ ਆਈਡੀਆ ਓਰੀਐਂਟਡ। ਇਸ ਲਈ ਇਸ ਦਾ ਮਨੋਰੰਜਨ ਨਾ ਮਾਤਰ ਹੁੰਦਾ ਹੈ। ਕਈ ਵਾਰ ਆਮ ਪਾਠਕਾਂ ਲਈ ਇਹ ਜਟਿਲ ਬਣ ਜਾਂਦਾ ਹੈ, ਡਿਫੀਕਲਟ। ਮਤਲਬ ਓਬਵੀਅਸਲੀ ਅਗਰ ਇਹ ਐਂਟਰਟੇਨਿੰਗ ਨਹੀਂ ਹੋਏਗਾ, ਫੈਕਚੁਅਲ ਹੋਏਗਾ, ਤਾਂ ਇਹਨੂੰ ਸਮਝਣਾ ਮੇਬੀ ਡਿਫੀਕਲਟ ਹੋ ਸਕਦਾ ਬਹੁਤ ਸਾਰੇ ਰੀਡਰਸ ਵਾਸਤੇ। ਚੰਗਾ ਲੇਖ ਉਹੀ ਹੋ ਸਕਦਾ ਹੈ ਜਿੱਥੇ ਤੱਥਾਂ ਦੇ ਵਿਸ਼ਲੇਸ਼ਣ ਰਾਹੀਂ ਪਾਠਕਾਂ ਨੂੰ ਕਿਸੇ ਵਿਸ਼ੇਸ਼ ਮਸਲੇ ਦੇ ਸਿੱਟੇ ਤੱਕ ਪਹੁੰਚਣ ਦੀ ਮਦਦ ਕਰੇ। ਤਾਂ ਬੇਸਿਕਲੀ ਇੱਥੇ ਸਮਝਾਇਆ ਗਿਆ ਵੀ ਚੰਗਾ ਐਸੇ ਹੋ ਸਕਦਾ ਜਿੱਥੇ ਫੈਕਟਸ ਦੇ ਬੇਸਿਸ 'ਤੇ ਐਨਾਲਿਸਿਸ ਕੀਤਾ ਜਾਵੇ ਔਰ ਬਾਅਦ 'ਚ ਇੱਕ ਪਰਟੀਕੂਲਰ ਕਨਕਲੂਜਨ ਤੱਕ ਪਹੁੰਚਾਇਆ ਜਾਵੇ ਰੀਡਰ ਨੂੰ।
ਇਸ ਵਿੱਚ ਵਿਚਾਰਾਂ ਦਾ ਪ੍ਰਵਾਹ ਦਾ ਫਲੋ ਹੋਣ ਕਰਕੇ ਪਾਠਕ ਦੇ ਮਨਾਂ ਵਿਚਾਲੇ ਸਵਾਲਾਂ ਦਾ ਜਵਾਬ ਵੀ ਮਿਲ ਜਾਂਦਾ ਹੈ। ਲੇਖ ਦੇ ਨਾਲ ਸੰਬੰਧਿਤ ਤਸਵੀਰ ਦੇਣ ਕਰਕੇ ਇਸ ਦੇ ਅਰਥ ਉੱਭਰ ਕੇ ਸਾਹਮਣੇ ਆਉਂਦੇ ਹੋਵੇ। ਮਤਲਬ ਜਿਵੇਂ ਆਪਾਂ ਐਸੇ ਦੇ ਰਿਲੇਟਿਡ ਐਸੇ ਲਿਖ ਰਹੇ ਹਾਂ ਕਿਸੇ ਟੌਪਿਕ 'ਤੇ, ਅਗਰ ਉਹਦੇ ਰਿਲੇਟਿਡ ਆਪਾਂ ਇਮੇਜ ਵੀ ਪ੍ਰਜੈਂਟ ਕਰ ਦਈਏ ਤਾਂ ਉਹਨੂੰ ਸਮਝਣਾ ਹੋਰ ਈਜ਼ੀ ਹੋ ਜਾਂਦਾ। ਲੇਖ ਰਸਮੀ ਹੁੰਦਾ ਹੈ। ਇਸ ਵਿੱਚ ਕਿਸੇ ਦੀ ਸਿੱਧੀ ਆਲੋਚਨਾ ਕਰਨ ਦੀ ਵੀ ਸਮਰੱਥਾ ਹੁੰਦੀ ਹੈ। ਇਸ ਦਾ ਆਕਾਰ ਵੀ ਸੀਮਿਤ ਨਹੀਂ ਹੁੰਦਾ। ਇਹ ਇੱਕ ਵਿਸ਼ੇ 'ਤੇ ਵਿਚਾਰ ਕਰਦਿਆਂ ਹੋਇਆਂ ਕਈ ਵਾਰ ਹੋਰ ਵਿਸ਼ਿਆਂ ਨੂੰ ਵੀ ਆਪਣੇ ਘੇਰੇ ਵਿੱਚ ਲੈ ਲੈਂਦਾ ਹੈ। ਮਤਲਬ ਜ਼ਰੂਰੀ ਨਹੀਂ ਵੀ ਇੱਕ ਪਰਟੀਕੂਲਰ ਟੌਪਿਕ ਓਰੀਐਂਟਡ ਹੀ ਹੋਏਗਾ। ਇੱਕ ਟੌਪਿਕ ਨੂੰ ਐਕਸਪਲੇਨ ਕਰਦੇ ਹੋਏ ਹੋਰ ਵੀ ਟੌਪਿਕਸ ਨੂੰ ਐਕਸਪਲੋਰ ਕਰ ਸਕਦਾ ਵਾ। ਅਗਲਾ ਪਾਰਟ ਹੈਗਾ ਵਾ ਮੁਲਾਕਾਤ ਨੂੰ ਕਹਿੰਦੇ ਇੰਟਰਵਿਊ। ਮੁਲਾਕਾਤ ਅਖਬਾਰ ਦੀ ਸਮੱਗਰੀ ਦਾ ਮਹੱਤਵਪੂਰਨ ਅੰਗ ਹੈ। ਕਿਸੇ ਨਾਲ ਗੱਲਬਾਤ ਕਰਨ ਨੂੰ ਮੁਲਾਕਾਤ ਆਖਦੇ ਹਨ। ਅੰਗਰੇਜ਼ੀ ਭਾਸ਼ਾ ਵਿੱਚ ਇਸ ਨੂੰ ਇੰਟਰਵਿਊ ਕਿਹਾ ਜਾਂਦਾ ਹੈ। ਰੇਡੀਓ, TV 'ਤੇ ਮੁਲਾਕਾਤ ਸੁਣੀ ਅਤੇ ਵੇਖੀ ਜਾ ਸਕਦੀ ਹੈ। ਅਖਬਾਰ ਰਾਹੀਂ ਇਹ ਪੜ੍ਹਨਯੋਗ ਸਮੱਗਰੀ ਦੇ ਰੂਪ ਵਿੱਚ ਪੇਸ਼ ਹੁੰਦੀ ਹੈ। ਜੇ ਬੇਸਿਕਲੀ ਇੰਟਰਵਿਊ ਬਾਰੇ ਦੱਸ ਰਿਹਾ ਵੀ ਇੰਟਰਵਿਊ ਮੋਸਟਲੀ ਜਾਂ ਤਾਂ ਦੇਖੀ ਜਾਂਦੀ ਹੈ ਜਾਂ ਰੇਡੀਓ 'ਤੇ ਸੁਣੀ ਜਾਂਦੀ ਹੈ, ਬਟ ਆਪਾਂ ਇਹਨੂੰ ਨਿਊਜ਼ਪੇਪਰ ਦੇ ਰਾਹੀਂ ਇਹ ਵੀ ਦੇਖ ਸਕਦੇ ਹਾਂ ਵੀ ਕਿਸੇ ਦੀ ਇੰਟਰਵਿਊ ਛਾਪੀ ਗਈ ਹੈ, ਵੀ ਜਿਹਦੇ ਵਿੱਚ ਇਹਨੂੰ ਆਪਾਂ ਕਹਿ ਸਕਦੇ ਹਾਂ ਵੀ ਇਹਦੀ ਸ਼ਬਦਾਵਲੀ ਬਦਲ ਦਿੰਦੇ। ਇਹਦੀ ਵੀ ਡਾਇਲੋਗ ਫਾਰਮ ਦੀ ਬਜਾਏ ਇਹਨੂੰ ਸਮਝਾ ਦਿੰਦੇ ਵੀ ਇੰਟਰਵਿਊ 'ਚ ਜਿਹੜੇ ਇੰਟਰਵਿਊਅਰ ਨੇ ਕੁਐਸਚਨ ਪੁੱਛੇ ਉਹ ਕਿਹੜੇ ਕੁਐਸਚਨ ਸਨ, ਔਰ ਉਹਨਾਂ ਦੇ ਜਵਾਬ ਦੇ ਵਿੱਚ ਜਿਹੜਾ ਉਹ ਸੀਗਾ ਬੰਦਾ ਜਿਹਦੀ ਇੰਟਰਵਿਊ ਲਈ ਗਈ ਉਹਨੇ ਕੀ ਜਵਾਬ ਦਿੱਤਾ। ਇਸ ਦੇ ਬਾਅਦ ਲਿਖਿਆ ਗਿਆ ਹੈ ਕਿ ਅਖਬਾਰ ਵਿੱਚੋਂ ਮੁਲਾਕਾਤ ਦੀ ਵਰਤੋਂ ਕਰਦਿਆਂ ਖਬਰਾਂ, ਫੀਚਰ ਜਾਂ ਲੇਖ ਪ੍ਰਸਤੁਤ ਕਰਨ ਲਈ ਕੀਤੀ ਜਾ ਸਕਦੀ ਹੈ। ਪ੍ਰਸਤੁਤ ਮਤਲਬ ਪ੍ਰੈਜ਼ੈਂਟ। ਮੁਲਾਕਾਤ ਨਾਲ ਜਾਣਕਾਰੀ ਹੋਰ ਸਪਸ਼ਟਤਾ ਅਤੇ ਪੁਖਤਾ ਹੋ ਜਾਂਦੀ ਹੈ। ਪੁਖਤਾ ਮਤਲਬ ਪੱਕੀ, ਔਰ ਸਪਸ਼ਟ ਮੀਨਸ ਕਲੀਅਰ। ਵੀ ਜਦੋਂ ਕਿਸੇ ਦੀ ਇੰਟਰਵਿਊ ਲੈਂਦੇ ਹਾਂ ਜਾਂ ਆਪਾਂ ਕਿਸੇ ਪਰਟੀਕੂਲਰ ਚੀਜ਼ ਦੀ ਇੰਟਰਵਿਊ ਕਰਦੇ ਹਾਂ ਤਾਂ ਉਹਦੇ ਨਾਲ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਹੋਰ ਆਪਾਂ ਕਹਿ ਸਕਦੇ ਹਾਂ ਠੋਸ ਔਰ ਕਲੀਅਰ ਹੋ ਜਾਂਦੀ ਹੈ। ਇੱਕ ਦੂਜੇ ਦੇ ਸਾਹਮਣੇ ਬੈਠ ਕੇ ਕੀਤੀ ਗਈ ਗੱਲਬਾਤ ਜਾਂ ਸਵਾਲ ਜਵਾਬ ਨੂੰ ਮੁਲਾਕਾਤ ਕਹਿੰਦੇ ਹਨ। ਸੂਚਨਾ ਤਕਨਾਲੋਜੀ ਦੇ ਵਿਕਾਸ ਨਾਲ ਹੁਣ ਇਸ ਦੇ ਢੰਗ ਤਰੀਕੇ ਬਦਲ ਗਏ। ਹੁਣ ਟੈਲੀਫੋਨ ਜਾਂ ਇੰਟਰਨੈਟ ਰਾਹੀਂ ਵੀ ਮੁਲਾਕਾਤ ਕੀਤੀ ਜਾ ਸਕਦੀ। ਮਤਲਬ ਟੈਲੀਫੋਨ 'ਤੇ ਵੀ ਆਪਾਂ ਇੰਟਰਵਿਊ ਲੈ ਸਕਦੇ ਹਾਂ ਕਿਸੇ ਦਾ, ਜਾਂ ਇਹ ਕਹਿ ਰਿਹਾ ਵੀ ਜਿਵੇਂ ਇੰਟਰਨੈਟ ਦੇ ਬੇਸਿਸ 'ਤੇ ਵੀਡੀਓ ਕਾਲ ਦੇ ਬੇਸਿਸ 'ਤੇ ਆਪਾਂ ਇੰਟਰਵਿਊ ਲੈ ਸਕਦੇ ਹਾਂ। ਜ਼ਰੂਰੀ ਨਹੀਂ ਵੀ ਫਿਜ਼ੀਕਲ ਪ੍ਰੈਜ਼ੈਂਸ ਹੋਣੀ ਬੰਦੇ ਦੀ ਜ਼ਰੂਰੀ ਹੋਵੇ। ਮੁਲਾਕਾਤ ਕਰਨ ਦਾ ਮਨੋਰਥ ਦਾ ਮੋਟਿਵ ਵੱਖੋ ਵੱਖਰਾ ਹੋ ਸਕਦਾ ਹੈ। ਕਿਸੇ ਪ੍ਰੋਗਰਾਮ, ਘਟਨਾ, ਸਥਿਤੀ ਜਾਂ ਵਿਸ਼ੇ ਦੀ ਜਾਣਕਾਰੀ ਲੈਣ ਦੇ ਮਕਸਦ ਨਾਲ ਮੁਲਾਕਾਤ ਕੀਤੀ ਜਾਂਦੀ ਹੈ। ਮਤਲਬ ਇਹ ਬੇਸਿਕਲੀ ਦਾ ਸਿਰਫ ਮੋਟਿਵ ਕੀ ਹੁੰਦਾ ਵਾ ਇੰਟਰਵਿਊ ਲੈਣ ਦਾ। ਪਾਠਕਾਂ ਮੀਨਸ ਰੀਡਰਸ ਨੂੰ ਮਹਾਨ ਅਤੇ ਪ੍ਰਸਿੱਧ ਸ਼ਖਸੀਅਤਾਂ ਦੇ ਜੀਵਨ ਬਾਰੇ ਜਾਣਕਾਰੀ ਦੇਣ ਦੇ ਮਕਸਦ ਨਾਲ ਵੀ ਮੁਲਾਕਾਤ ਕੀਤੀ ਜਾਂਦੀ ਹੈ। ਮਤਲਬ ਕਿਸੇ ਬੰਦੇ ਦੀ ਫੇਮਸ ਪਰਸਨੈਲਿਟੀ ਬਾਰੇ ਆਪਾਂ ਉਹਦੇ ਜੀਵਨ ਸ਼ੈਲੀ ਬਾਰੇ ਜਾਂ ਉਹਦੀਆਂ ਕੀ ਅਕੰਪਲਿਸ਼ਮੈਂਟਸ ਆ ਉਹਦੇ ਬਾਰੇ ਜਾਣਨਾ ਚਾਹੁੰਦੇ ਤਾਂ ਵੀ ਇੰਟਰਵਿਊ ਲਈ ਜਾਂਦੀ ਹੈ। ਇਸ ਤੋਂ ਬਾਅਦ ਲਿਖਿਆ ਗਿਆ ਹੈ ਕਿ ਅਖਬਾਰ ਵਿੱਚ ਮੁਲਾਕਾਤ ਨੂੰ ਪੇਸ਼ ਕਰਨ ਦਾ ਢੰਗ ਵੀ ਰੋਚਕ ਹੁੰਦਾ ਹੈ। ਮੁਲਾਕਾਤ ਕਰਨ ਵਾਲੇ ਸਵਾਲ ਜਵਾਬ ਦੀ ਸ਼ੈਲੀ ਵਿੱਚ ਇਸ ਨੂੰ ਪ੍ਰਸਤੁਤ ਕਰਦਾ ਹੈ। ਉਹ ਪਹਿਲਾਂ ਮੁਲਾਕਾਤ ਕਰਕੇ ਜਾਣਕਾਰੀ ਹਾਸਿਲ ਕਰ ਲੈਂਦਾ ਹੈ, ਮਗਰੋਂ ਉਸ ਨੂੰ ਆਪਣੇ ਢੰਗ ਨਾਲ ਹੋਰ ਦਿਲਚਸਪ ਬਣਾ ਕੇ ਪੇਸ਼ ਕਰਦਾ ਹੈ। ਮੁਲਾਕਾਤ ਕਰਨ ਸਮੇਂ ਦੋਵਾਂ ਦੀ ਤਸਵੀਰ ਨਾਲ ਲਗਾ ਦਿੱਤੀ ਜਾਂਦੀ ਹੈ। ਅਖਬਾਰਾਂ ਵਿੱਚ ਸਾਹਿਤਕਾਰਾਂ, ਵਿਗਿਆਨੀਆਂ, ਡਾਕਟਰਾਂ, ਅਰਥਸ਼ਾਸਤਰੀਆਂ, ਸਿਆਸਤਦਾਨਾਂ ਆਦਿ ਦੀਆਂ ਮੁਲਾਕਾਤਾਂ ਅਕਸਰ ਛਪਦੀਆਂ ਹਨ। ਮਤਲਬ ਵੀ ਜਿਵੇਂ ਮੈਂ ਸਟਾਰਟਿੰਗ 'ਚ ਸਮਝਾਇਆ ਸੀਗਾ ਵੀ ਇੰਟਰਵਿਊ ਡਾਇਲੋਗ ਫਾਰਮ ਦੀ ਬਜਾਏ ਜਾਂ ਕਨਵਰਸੇਸ਼ਨ ਡਾਇਰੈਕਟਲੀ ਛਾਪਣ ਦੀ ਬਜਾਏ ਵੀ ਕਿਹੜੇ ਸਵਾਲ ਪੁੱਛੇ ਜਾਂਦੇ ਆ ਔਰ ਉਹਦੇ ਮਤਲਬ ਜਵਾਬ ਦੇ ਵਿੱਚ ਜਿਹੜਾ ਬੰਦਾ ਜਿਹਦੀ ਇੰਟਰਵਿਊ ਲਈ ਆ ਰਹੀ ਹੁੰਦੀ ਹੈ ਉਹ ਕੀ ਜਵਾਬ ਦਿੰਦਾ, ਇਹ ਜਵਾਬਾਂ ਨੂੰ ਔਰ ਸਵਾਲਾਂ ਨੂੰ ਆਪਣੇ ਤਰੀਕੇ ਨਾਲ ਛਾਪਿਆ ਜਾਂਦਾ ਵਾ ਐਜ਼ ਆਪੋਜ਼ਿਟ ਟੂ ਕਨਵਰਸੇਸ਼ਨ ਡਾਇਰੈਕਟਲੀ ਛਾਪ ਦਿੱਤੀ ਜਾਂਦੀ ਹੈ। ਔਰ ਇਹਦੇ ਬਾਅਦ ਦੱਸਿਆ ਗਿਆ ਕੌਣ ਜਿਹੜੇ ਲੋਕ ਉਹ ਆਪਣੀ ਇੰਟਰਵਿਊ ਛਪਾਉਂਦੇ ਆ। ਉਹਦੇ ਜਿਵੇਂ ਸਾਹਿਤਕਾਰ ਹੋ ਗਏ, ਉਹਦੇ ਬਾਅਦ ਸਾਇੰਟਿਸਟ ਹੋ ਗਏ, ਫਿਰ ਡਾਕਟਰਸ ਹੋ ਗਏ, ਫਿਰ ਅਰਥਸ਼ਾਸਤਰੀ ਮਤਲਬ ਇਕੋਨੋਮਿਸਟ, ਸਿਆਸਤਦਾਨ ਮੀਨਸ ਪੋਲੀਟੀਸ਼ੀਅਨਸ, ਇਹ ਸਾਰੇ ਆਪਦੀਆਂ ਇੰਟਰਵਿਊਜ਼ ਦਿੰਦੇ ਆ। ਫਿਰ ਇਸ ਤੋਂ ਅਗਲਾ ਅੰਗ ਹੈ ਕਾਰਟੂਨ ਜਾਂ ਜਿਹਨੂੰ ਕਹਿੰਦੇ ਵਿਅੰਗ ਚਿੱਤਰ, ਜਾਂ ਵਿਅੰਗ ਮਤਲਬ ਹੁੰਦਾ ਸੈਟਾਇਰ। ਅਖਬਾਰ ਕਾਰਟੂਨਾਂ ਦੀ ਮਦਦ ਦਾ ਤਕੜਾ ਵਿਅੰਗ ਸਿਰਜਦੇ ਹਨ। ਮਤਲਬ ਇਹ ਤਕੜਾ ਸੈਟਾਇਰ ਹੁੰਦਾ ਵਾ ਇਹਨਾਂ ਦੇ ਵਿੱਚ। ਕਾਰਟੂਨ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ। ਪੰਜਾਬੀ ਵਿੱਚ ਇਸ ਨੂੰ ਵਿਅੰਗ ਚਿੱਤਰ ਜਾਂ ਭੰਡੀ ਚਿੱਤਰ ਕਿਹਾ ਜਾਂਦਾ ਹੈ। ਕਾਰਟੂਨ ਬਣਾਉਣ ਵਾਲੇ ਨੂੰ ਵਿਅੰਗ ਚਿੱਤਰਕਾਰ ਕਹਿੰਦੇ ਹਨ ਅਤੇ ਉਹ ਕਾਰਟੂਨ ਬਣਾ ਕੇ ਹਾਸ ਰਸ ਦੀ ਜੁਗਤ ਨਾਲ ਤਿੱਖਾ ਵਿਅੰਗ ਸਿਰਜਦਾ ਹੈ। ਮਤਲਬ ਵੀ ਬੇਸਿਕਲੀ ਉਹ ਹਾਸਾ ਪਾਉਣਾ ਚਾਹੁੰਦਾ ਹੁੰਦਾ ਵਾ ਜਾਂ ਹਸਾਉਣਾ ਚਾਹੁੰਦਾ ਹੁੰਦਾ ਔਰ ਉਹਦੇ ਵਾਸਤੇ ਉਹ ਸੈਟਾਇਰ ਕਰਦਾ ਵਾ, ਸੈਟਾਇਰ ਲਿਖਦਾ ਵਾ। ਇਸ ਕਰਕੇ ਕਾਰਟੂਨ ਨਾਲ ਅਖਬਾਰ ਹੋਰ ਦਿਲਚਸਪ ਅਤੇ ਖਿੱਚ ਭਰਪੂਰ ਬਣ ਜਾਂਦਾ ਹੈ। ਦਿਲਚਸਪ ਮੀਨਸ ਇੰਟਰਸਟਿੰਗ ਔਰ ਅਟਰੈਕਟਿਵ ਬਣ ਜਾਂਦਾ। ਭਾਰਤ ਵਿੱਚ ਕਾਰਟੂਨ ਦਾ ਇਤਿਹਾਸ ਕੋਈ 2000 ਸਾਲ ਪੁਰਾਣਾ ਹੈ। ਅਜੰਤਾ ਦੀਆਂ ਗੁਫਾਵਾਂ ਵਿੱਚ ਰੋਚਕ ਵਿਅੰਗ ਚਿੱਤਰ ਮਿਲਦੇ ਹਨ। ਵੀ ਇੱਥੇ ਦੱਸਿਆ ਗਿਆ ਵੀ ਕਾਫੀ ਇੰਟਰਸਟਿੰਗ ਆਪਾਂ ਨੂੰ ਇੱਥੇ
ਸਟਾਇਰ ਦੇ ਰਿਲੇਟਡ ਡਰਾਇੰਗਸ ਮਿਲਦੀਆਂ ਵਾ ਅਜੰਤਾ ਦੀ ਕੇਵਸ ਦੇ ਵਿੱਚ। ਹਿੰਦੀ ਅਤੇ ਅੰਗਰੇਜ਼ੀ ਦੀਆਂ ਅਖਬਾਰਾਂ ਵਾਂਗ ਪੰਜਾਬੀ ਅਖਬਾਰਾਂ ਵਿੱਚ ਵੀ ਵਿਅੰਗ ਛਪਦੇ ਹਨ। ਗੁਰਜਿੰਦਰ ਸਿੰਘ, ਦਵਿੰਦਰਪਾਲ ਕੋਹਲੀ, ਸੰਦੀਪ ਜੋਸ਼ੀ ਅਤੇ ਅਛਰ ਸਿੰਘ ਵਰਗੇ ਪ੍ਰਸਿੱਧ ਵਿਅੰਗ ਚਿੱਤਰਕਾਰਾਂ ਦੇ ਕਾਰਟੂਨ ਲਿਖਦੇ ਅਤੇ ਪੜ੍ਹਦੇ ਹਨ। ਕਾਰਟੂਨ ਮੁੱਖ ਤੌਰ 'ਤੇ 4 ਪ੍ਰਕਾਰ ਦੇ ਹੁੰਦੇ ਹਨ: ਸਿਆਸੀ ਗਤੀਵਿਧੀਆਂ ਮਤਲਬ ਪੋਲੀਟੀਕਲ ਐਕਟੀਵਿਟੀਜ਼, ਅਤੇ ਸਿਆਸੀ ਨੇਤਾਵਾਂ ਮਤਲਬ ਜਿਹੜੇ ਪੋਲੀਟੀਸ਼ੀਅਨਸ ਨਾਲ ਸੰਬੰਧਿਤ। ਵਿਅੰਗ ਚਿੱਤਰਕਾਰਾਂ ਨੂੰ ਰਾਜਨੀਤਿਕ ਕਾਰਟੂਨ ਆਖਿਆ ਜਾਂਦਾ, ਮਤਲਬ ਇਹਨਾਂ ਨੂੰ ਪੋਲੀਟੀਕਲ ਕਾਰਟੂਨਸ ਆਖਿਆ ਜਾਂਦਾ। ਸਮਾਜਿਕ ਕਮਜ਼ੋਰੀਆਂ ਜਾਂ ਕੁਰੀਤੀਆਂ ਮਤਲਬ ਕਮਜ਼ੋਰੀਆਂ ਮੀਨਸ ਵੀਕਨੈਸਿਸ ਔਰ ਬੈਡ ਹੈਬਿਟਸ ਬਾਰੇ ਕਾਰਟੂਨ ਸਮਾਜਿਕ ਕਾਰਟੂਨਾਂ ਦੀ ਸ਼੍ਰੇਣੀ ਵਿੱਚ ਆਉਂਦੇ ਆ, ਵੀ ਇਹ ਸੋਸ਼ਲ ਕਾਰਟੂਨਸ ਦੀ ਸ਼੍ਰੇਣੀ ਦੇ ਵਿੱਚ ਆਉਂਦੇ ਆ। ਵਿਅੰਗ ਚਿੱਤਰਕਾਰ ਰੋਚਕ ਢੰਗ ਨਾਲ ਕਈ ਮਹੱਤਵਪੂਰਨ ਗੱਲਾਂ ਪਾਠਕਾਂ ਨਾਲ ਸਾਂਝੀਆਂ ਕਰਦੇ ਹਨ। ਬੱਚੇ ਇਹਨਾਂ ਦਾ ਬੇਸਬਰੀ ਨਾਲ ਉਡੀਕ ਕਰਦੇ ਹਨ। ਇਹਨਾਂ ਨੂੰ ਵਿਅੰਗ ਪੱਟੀਆਂ ਦਾ ਨਾਂ ਦਿੱਤਾ ਜਾਂਦਾ ਹੈ। ਅਖਬਾਰਾਂ ਵਿੱਚ ਵੰਨ ਸੁਵੰਨੇ ਸਿਰਲੇਖਾਂ ਤਹਿਤ ਮੁੱਖ ਸਫ਼ੇ 'ਤੇ ਮਤਲਬ ਮੇਨ ਪੇਜ 'ਤੇ ਛਪਣ ਵਾਲੇ ਕਾਰਟੂਨ ਜੇਬੀ ਕਾਰਟੂਨ ਅਖਵਾਉਂਦੇ ਹਨ। ਇਹਨਾਂ ਵਿੱਚ ਵਧੇਰੇ ਕਰਕੇ ਸਮਾਜਿਕ ਅਤੇ ਸਿਆਸੀ ਵਿਸ਼ਿਆਂ ਮਤਲਬ ਸੋਸ਼ਲ ਔਰ ਪੋਲੀਟੀਕਲ ਇਸ਼ੂਜ਼ ਦੇ ਉੱਤੇ ਵਿਅੰਗ ਕੱਸਿਆ ਜਾਂਦਾ ਹੈ, ਵੀ ਸਟਾਇਰ ਕੀਤਾ ਜਾਂਦਾ। ਪਰ ਕਿਸੇ ਦੁਖਦਾਈ ਜਾਂ ਭਿਆਨਕ ਘਟਨਾ ਵਾਲੀ ਖਬਰ ਨਾਲ ਜੇਬੀ ਕਾਰਟੂਨ ਪ੍ਰਕਾਸ਼ਿਤ ਕਰਨ ਦੀ ਮਨਾਹੀ ਹੁੰਦੀ ਹੈ। ਮਤਲਬ ਪਰ ਇਹਦੀ ਇੱਕ ਲਿਮਿਟ ਹੁੰਦੀ ਹੈ, ਵੀ ਤੁਸੀਂ ਵੀ ਕਿਸੇ ਆਪਾਂ ਕਹਿ ਸਕਦੇ ਹਾਂ ਟ੍ਰੈਜਡੀ ਜਾਂ ਸੈਡਿਸਟਿਕ ਸਟੋਰੀ ਦੇ ਬੇਸਿਸ 'ਤੇ ਕਾਰਟੂਨ ਨਹੀਂ ਕਰ ਸਕਦੇ। ਅਜੋਕੇ ਮੀਡੀਆ ਦੀ ਮੁਕਾਬਲੇਬਾਜ਼ੀ ਦੇ ਦੌਰ ਵਿੱਚ ਕਾਰਟੂਨਾਂ ਦੀ ਮੰਗ ਅਤੇ ਅਹਿਮੀਅਤ ਹੋਰ ਵੀ ਵੱਧ ਗਈ ਹੈ, ਮਤਲਬ ਇਹਨਾਂ ਦੀ ਇੰਪੋਰਟੈਂਸ ਹੋਰ ਵੱਧ ਗਈ ਹੈ ਇੰਨੇ ਕੰਪੀਟੀਟਿਵ ਮਾਹੌਲ ਦੇ ਵਿੱਚ। ਖਬਰਾਂ ਨਾਲ ਕਾਰਟੂਨ ਛਾਪਣ ਨੂੰ ਸੋਨੇ ਅਤੇ ਸੁਹਾਗਾ ਸਮਝਿਆ ਜਾਂਦਾ ਹੈ। ਅਖਬਾਰਾਂ ਦਾ ਅਗਲਾ ਅੰਗ ਹੁੰਦੀਆਂ ਹਨ ਇਸ਼ਤਿਹਾਰਬਾਜ਼ੀਆਂ, ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਐਡਵਰਟਾਈਜ਼ਮੈਂਟਸ। ਅਖਬਾਰਾਂ ਵਿੱਚ ਇਸ਼ਤਿਹਾਰ ਦਾ ਬਹੁਤ ਮਹੱਤਵ ਹੈ। ਅੰਗਰੇਜ਼ੀ ਭਾਸ਼ਾ ਦਾ ਸ਼ਬਦ ਐਡਵਰਟਾਈਜ਼ਮੈਂਟ ਨੂੰ ਪੰਜਾਬੀ ਵਿੱਚ ਇਸ਼ਤਿਹਾਰਬਾਜ਼ੀ ਆਖਿਆ ਜਾਂਦਾ ਹੈ, ਵੀ ਇਹ ਜਿਵੇਂ ਸਮਝਾ ਚੁੱਕਿਆ ਵੀ ਐਡਵਰਟਾਈਜ਼ਮੈਂਟ ਕਹਿੰਦੇ ਨੇ। ਇਸ ਦਾ ਮਨੋਰਥ ਮੀਨਸ ਮੋਟਿਵ ਕਿਸੇ ਵਸਤੂ ਬਾਰੇ ਲੋਕਾਂ ਨੂੰ ਜਾਣਕਾਰੀ ਦੇਣਾ ਹੁੰਦਾ ਹੈ। ਪਹਿਲੇ ਜ਼ਮਾਨਿਆਂ ਵਿੱਚ ਢੋਲ ਵਜਾ ਕੇ ਜਾਂ ਮੁਨਾਦੀ ਕਰਕੇ, ਮੁਨਾਦੀ ਮੀਨਸ ਅਨਾਊਂਸਮੈਂਟ ਕਰਕੇ ਹੋਕਾ ਦੇਣ ਨਾਲ ਚੀਜ਼ਾਂ ਵਸਤਾਂ ਦਾ ਪ੍ਰਚਾਰ ਕੀਤਾ ਜਾਂਦਾ ਸੀ। ਇੱਥੇ ਦੱਸਿਆ ਜਾ ਰਿਹਾ ਵੀ ਪਹਿਲੇ ਦੇ ਜ਼ਮਾਨੇ 'ਚ ਐਡਵਰਟਾਈਜ਼ਮੈਂਟ ਕਿਵੇਂ ਕੀਤੀ ਜਾਂਦੀ ਸੀ, ਵੀ ਢੋਲ ਵਜਾਇਆ ਜਾਂਦਾ ਸੀ, ਲੋਕਾਂ ਨੂੰ ਸੱਦ ਕੇ ਇਕੱਠੇ ਕੀਤਾ ਜਾਂਦਾ ਸੀ, ਔਰ ਫਿਰ ਜਿਹੜੀ ਵੀ ਆਪਾਂ ਵਸਤੂ ਦੀ ਐਡਵਰਟਾਈਜ਼ਮੈਂਟ ਕਰਨੀ ਹੁੰਦੀ ਸੀ, ਚੀਜ਼ ਦੀ ਜਾਂ ਆਪਾਂ ਕਹਿ ਸਕਦੇ ਜਗ੍ਹਾ ਦੀ ਜਾਂ ਕਿਸੇ ਵੀ ਚੀਜ਼ ਦੀ ਆਪਾਂ ਉਹ ਕਰਨੀ ਹੁੰਦੀ ਸੀ ਕਿ ਐਡਵਰਟਾਈਜ਼ਮੈਂਟ ਕਰਨੀ ਹੁੰਦੀ ਸੀ, ਤਾਂ ਉਹਨੂੰ ਆਪਾਂ ਲੋਕਾਂ ਦੇ ਇੱਕ ਸਮੂਹ ਦੇ ਵਿੱਚ ਉੱਚੀ ਉੱਚੀ ਬੋਲ ਕੇ ਦੱਸਦੇ ਹੁੰਦੇ ਸੀਗੇ। ਉਸ ਤੋਂ ਬਾਅਦ ਇਹਨਾਂ ਨੇ ਲਿਖਿਆ ਹੈ ਕਿ ਪਰ ਸੂਚਨਾ ਸੰਚਾਰ ਅਤੇ ਟੈਕਨੋਲੋਜੀ ਦਾ ਵਿਕਾਸ, ਮਤਲਬ ਇਹ ਕਹਿ ਰਿਹਾ ਕਿ ਨਿਊਜ਼ ਕਮਿਊਨੀਕੇਸ਼ਨ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਟੈਕਨੋਲੋਜੀ, ਉਹਦੇ ਜਿਵੇਂ ਜਿਵੇਂ ਡਿਵੈਲਪਮੈਂਟ ਹੁੰਦੀ ਗਈ ਤਾਂ ਇਹਦੇ ਢੰਗ ਤਰੀਕੇ ਵੀ ਬਦਲ ਗਏ ਹਨ। ਇਸ ਤੋਂ ਅੱਗੇ ਲਿਖਿਆ ਹੈ ਕਿ ਇਸ਼ਤਿਹਾਰ ਦਾ ਮੁੱਖ ਉਦੇਸ਼ ਵਸਤਾਂ ਦੀ ਵਿਕਰੀ ਲਈ ਲੋਕਾਂ ਵਿੱਚ ਦਿਲਚਸਪੀ ਪੈਦਾ ਕਰਨਾ ਹੁੰਦਾ ਹੈ। ਮਤਲਬ ਇਹ ਕਹਿ ਰਿਹਾ ਕਿ ਫॉर ਸੈਲਿੰਗ ਸਮਥਿੰਗਸ, ਮਤਲਬ ਚੀਜ਼ਾਂ ਦੀ ਸੈਲਿੰਗ ਵਾਸਤੇ ਲੋਕਾਂ ਦੇ ਵਿੱਚ ਇੰਟਰਸਟ ਪੈਦਾ ਕਰਨਾ ਹੁੰਦਾ। ਐਡਵਰਟਾਈਜ਼ਮੈਂਟ ਦਾ ਇਹ ਪਰਪਸ ਹੁੰਦਾ ਵਾ ਵੀ ਜੇ ਕੋਈ ਪ੍ਰੋਡਕਟ ਆਪਣਾ ਲਾਂਚ ਕਰ ਰਿਹਾ ਵਾ ਮਾਰਕੀਟ ਦੇ ਵਿੱਚ, ਤਾਂ ਉਹ ਲੋਕਾਂ ਦੇ ਵਿੱਚ ਇੰਟਰਸਟ ਕਿਸ ਤਰੀਕੇ ਨਾਲ ਜਗਾਵੇ, ਵੀ ਲੋਕ ਉਹਦੀ ਜਿਹੜੀ ਚੀਜ਼ ਹੈ ਜਾਂ ਪ੍ਰੋਡਕਟ ਹੈ ਉਹਨੂੰ ਆ ਕੇ ਮਾਰਕੀਟ ਦੇ ਵਿੱਚ ਖਰੀਦਣ। ਇਸ ਦੇ ਬਾਅਦ ਲਿਖਿਆ ਹੈ ਕਿ ਆਮ ਤੌਰ 'ਤੇ ਇਸ਼ਤਿਹਾਰ ਰਾਹੀਂ ਇੱਕ ਵਸਤੂ ਨੂੰ ਦੂਜੀ ਵਸਤੂ ਦੇ ਮੁਕਾਬਲੇ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ। ਇੱਥੇ ਕੰਪੀਟੀਸ਼ਨ ਨੂੰ ਦਿਖਾਇਆ ਜਾਂਦਾ ਵੀ ਜਿਵੇਂ ਇੱਕੋ ਪ੍ਰੋਡਕਟ ਦੀਆਂ ਮਲਟੀਪਲ ਕੰਪਨੀਜ਼ ਇੱਕੋ ਸੇਮ ਪ੍ਰੋਡਕਟ ਨੂੰ ਤਿਆਰ ਕਰ ਰਹੀਆਂ ਵਾ, ਫਿਰ ਉਹ ਕੀ ਕਰਨਗੀਆਂ, ਆਪਣੇ ਇੱਕ ਪ੍ਰੋਡਕਟ ਦੀ ਐਡਵਰਟਾਈਜ਼ਮੈਂਟ ਵਧਾ ਚੜ੍ਹਾ ਕੇ ਕਰਨਗੀਆਂ, ਉਹਦੇ ਫੀਚਰਸ ਨੂੰ ਬਲੋਟ ਕਰਨਗੀਆਂ ਵੀ ਆਹ ਸਾਡੇ ਪ੍ਰੋਡਕਟ ਦੇ ਵਿੱਚ ਆਹ ਫੀਚਰਸ ਨੇ, ਉਹਨਾਂ ਦੇ ਵਿੱਚ ਨਹੀਂ ਹੈ, ਤਾਂ ਜੋ ਉਹਨਾਂ ਦੀ ਵਿਕਰੀ ਵੱਧ ਸਕੇ ਅਤੇ ਲੋਕਾਂ ਦੇ ਵਿੱਚ ਇੰਟਰਸਟ ਪੈਦਾ ਹੋ ਸਕੇ। ਇਸ ਤੋਂ ਬਾਅਦ ਲਿਖਿਆ ਹੈ ਕਿ ਇਹਦਾ ਮਕਸਦ ਲੋਕਾਂ ਦਾ ਭਰੋਸਾ ਜਿੱਤ ਕੇ ਉਹਨਾਂ ਦੀ ਸੰਤੁਸ਼ਟੀ ਕਰਨਾ ਹੁੰਦਾ ਹੈ। ਗਾਹਕ ਹੁੰਦਾ ਵਾ ਕਸਟਮਰ, ਵਸਤੂ ਪ੍ਰਤੀ ਪ੍ਰੇਰਨਾ ਪੈਦਾ ਕਰਨਾ ਇਸ਼ਤਿਹਾਰਬਾਜ਼ੀ ਹੈ। ਆਵੇ ਵੀ ਤੁਸੀਂ ਕਸਟਮਰ ਦੇ ਅੰਦਰ ਆਪਣੇ ਪ੍ਰੋਡਕਟ ਦੇ ਪ੍ਰਤੀ ਇੰਟਰਸਟ ਜਗਾਉਣਾ, ਇਸ ਚੀਜ਼ ਨੂੰ ਐਡਵਰਟਾਈਜ਼ਮੈਂਟ ਕਹਿੰਦੇ ਆ। ਇਸ਼ਤਿਹਾਰ ਲਿਖਣ ਸਮੇਂ ਸਭ ਤੋਂ ਪਹਿਲਾਂ ਸਿਰਲੇਖ ਲਿਖਿਆ ਜਾਂਦਾ ਹੈ। ਸਿਰਲੇਖ ਮੀਨਸ ਟਾਈਟਲ। ਸਿਰਲੇਖ ਖਿੱਚ ਭਰਪੂਰ ਹੋਣਾ ਚਾਹੀਦਾ, ਮਤਲਬ ਜਿਹੜਾ ਟਾਈਟਲ ਆ ਉਹੀ ਅਟਰੈਕਟਿਵ ਹੋਣਾ ਚਾਹੀਦਾ, ਤਾਂ ਹੀ ਬੰਦਾ ਅੱਗੇ ਐਡਵਰਟਾਈਜ਼ਮੈਂਟ ਪੜ੍ਹੂਗਾ। ਸੰਖੇਪ ਅਤੇ ਢੁਕਵਾਂ ਸਿਰਲੇਖ ਵੀ ਗਾਹਕਾਂ ਨੂੰ ਖਿੱਚਦਾ ਹੈ। ਸੰਖੇਪ ਮੀਨਸ ਬਰੀਫ ਔਰ ਆਪਾਂ ਕਹਿ ਸਕਦੇ ਹਾਂ ਐਪਰੋਪਰੀਏਟ ਟਾਈਟਲ। ਢੁਕਵਾਂ ਆਪਾਂ ਐਪਰੋਪਰੀਏਟ ਨੂੰ ਵੀ ਕਹਿ ਸਕਦੇ ਹਾਂ। ਜਿਹੜਾ ਟਾਈਟਲ ਹੋਊਗਾ ਉਹ ਮਤਲਬ ਜ਼ਿਆਦਾ ਤੋਂ ਜ਼ਿਆਦਾ ਕਸਟਮਰਸ ਨੂੰ ਅਟਰੈਕਟ ਕਰੂਗਾ। ਇਸ ਤੋਂ ਅੱਗੋਂ ਉਪ ਸਿਰਲੇਖ ਹੁੰਦਾ ਵਾ ਸਬ ਟਾਈਟਲ, ਹੋਰ ਸਪਸ਼ਟ ਕੀਤਾ ਜਾਂਦਾ ਹੈ। ਇਸ਼ਤਿਹਾਰਾਂ ਦੀ ਭਾਸ਼ਾ ਖਿੱਚ ਭਰਪੂਰ ਹੋਣੀ ਚਾਹੀਦੀ ਹੈ। ਇਹ ਸੌਖੀ ਹੁੰਦੀ ਹੈ
ਇਸ ਨੂੰ ਨਾਅਰਿਆਂ ਦੀ ਰੂਪ ਵਿੱਚ ਵਰਤਿਆ ਜਾਂਦਾ ਵੀ ਇਹਨੂੰ ਸਲੋਗਨਸ ਦੀ ਫਾਰਮ ਦੇ ਵਿੱਚ ਲਿਖਿਆ ਜਾਂਦਾ ਵੀ ਐਡਵਰਟਾਈਜ਼ਮੈਂਟ ਦੇ ਉੱਤੇ ਸਲੋਗਨਸ ਲਿਖੇ ਜਾਂਦੇ ਆ, ਐਕਸਕਲੇਮੇਸ਼ਨ ਸਾਈਨਸ ਲਿਖੇ ਜਾਂਦੇ ਆ, ਵੱਖਰੇ ਵੱਖਰੇ ਤਰੀਕੇ ਦੀ ਡਿਜ਼ਾਈਨਿੰਗ ਕੀਤੀ ਜਾਂਦੀ ਹੈ। ਮਤਲਬ ਇਹਨਾਂ ਸਾਰਿਆਂ ਦਾ ਪਰਪਸ ਹੁੰਦਾ ਕਿ ਆਪਾਂ ਐਡਵਰਟਾਈਜ਼ਮੈਂਟ ਨੂੰ ਜ਼ਿਆਦਾ ਤੋਂ ਜ਼ਿਆਦਾ ਅਟਰੈਕਟਿਵ ਬਣਾਉਣਾ ਹੁੰਦਾ। ਇੱਥੇ ਜਿਵੇਂ ਇੱਕ ਇਹਨਾਂ ਨੇ ਐਗਜ਼ਾਮਪਲ ਦਿੱਤਾ ਜਿਵੇਂ ਇੱਕ ਜਾਨਦਾਰ ਸਵਾਰੀ ਇੱਕ ਸ਼ਾਨਦਾਰ ਸਵਾਰੀ। ਮਤਲਬ ਇੱਥੇ ਇਹਨਾਂ ਨੇ ਦੱਸਿਆ ਕਿ ਕਿਸੇ ਵਹੀਕਲ ਦੀ ਐਡਵਰਟਾਈਜ਼ਮੈਂਟ ਕੀਤੀ ਜਾ ਰਹੀ ਹੈ, ਤਾਂ ਉਹਨਾਂ ਨੇ ਲਿਖਿਆ ਕਿ ਇੱਕ ਜਾਨਦਾਰ ਸਵਾਰੀ ਇੱਕ ਸ਼ਾਨਦਾਰ ਸਵਾਰੀ ਵੀ ਆ ਵੰਡਰਫੁਲ ਵਹੀਕਲ। ਅਤੇ ਇਸ਼ਤਿਹਾਰ ਨਾਅਰੇ ਰਾਹੀਂ ਕਿਸੇ ਵਾਹਨ ਦੀ ਮਸ਼ਹੂਰੀ ਕੀਤੀ ਜਾ ਸਕਦੀ ਹੈ। ਅਖਬਾਰਾਂ ਇਸ਼ਤਿਹਾਰਬਾਜ਼ੀ ਦਾ ਵਧੀਆ ਸਾਧਨ ਹੁੰਦੀਆਂ, ਮਤਲਬ ਵੀ ਨਿਊਜ਼ਪੇਪਰ ਇਜ਼ ਅ ਗੁੱਡ ਮੀਡੀਅਮ ਫॉर ਐਡਵਰਟਾਈਜ਼ਮੈਂਟ। ਵੱਡੀਆਂ ਅਖਬਾਰਾਂ ਨੂੰ ਵਧੇਰੇ ਇਸ਼ਤਿਹਾਰ ਮਿਲਦੇ ਹਨ। ਮਤਲਬ ਜਿੰਨਾ ਵੱਡਾ ਅਖਬਾਰ ਹੋਊਗਾ, ਜਿੰਨੀ ਵੱਡੀ ਉਹਦੀ ਬ੍ਰਾਂਡ ਵੈਲਿਊ ਹੋਊਗੀ, ਜਿੰਨੀ ਇਸਟੈਬਲਿਸ਼ਮੈਂਟ ਹੋਊਗੀ, ਜਿੰਨੀ ਪੋਪੂਲੈਰਿਟੀ ਹੋਊਗੀ, ਉਨੀਆਂ ਉਸ ਨਿਊਜ਼ਪੇਪਰ ਨੂੰ ਜਾਂ ਆਪਾਂ ਕਹਿ ਸਕਦੇ ਅਖਬਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਐਡਸ ਮਿਲਦੀਆਂ ਹਨ। ਇਸ ਤੋਂ ਬਾਅਦ ਇਹਨਾਂ ਨੇ ਲਿਖਿਆ ਕਿ ਰੰਗ ਬਿਰੰਗੇ ਸੰਖੇਪ ਮਤਲਬ ਬਰੀਫ, ਸਰਲ ਮੀਨਸ ਸਿੰਪਲ ਔਰ ਚੁਸਤ ਦਰੁਸਤ ਫਿਕਰਿਆਂ ਵਾਲੇ ਇਸ਼ਤਿਹਾਰ ਖਿੱਚ ਭਰਪੂਰ ਹੁੰਦੇ ਆ। ਵੀ ਇੱਥੇ ਦੱਸਿਆ ਗਿਆ ਵੀ ਕਿਸ ਤਰੀਕੇ ਦੇ ਜਿਹੜੇ ਐਡਵਰਟਾਈਜ਼ਮੈਂਟਸ ਹੁੰਦੇ ਆ ਉਹ ਅਟਰੈਕਟਿਵ ਹੁੰਦੇ ਆ। ਤਸਵੀਰਾਂ, ਕਾਰਟੂਨ ਅਤੇ ਖਾਨਿਆਂ ਜਿਹਨੂੰ ਆਪਾਂ ਬਾਕਸਿਸ ਕਹਿੰਦੇ ਹਾਂ, ਆਦਿ ਤਕਨੀਕਾਂ ਨਾਲ ਇਸ਼ਤਿਹਾਰਾਂ ਨੂੰ ਹੋਰ ਰੋਚਕ ਬਣਾ ਕੇ ਪ੍ਰਕਾਸ਼ਿਤ ਕੀਤਾ ਜਾਂਦਾ। ਇਹ ਦੱਸਿਆ ਰਿਹਾ ਵੀ ਕਿਸ ਫਾਰਮ ਦੇ ਵਿੱਚ ਜਿਹੜੀ ਆਪਾਂ ਐਡਵਰਟਾਈਜ਼ਮੈਂਟ ਪਬਲਿਸ਼ ਕਰਦੇ ਹਾਂ, ਵੀ ਕਿਸ ਤਰੀਕੇ ਨਾਲ ਉਹਦੀ ਡਿਜ਼ਾਈਨਿੰਗ ਸਟਾਈਲਿੰਗ ਕੀਤੀ ਜਾਂਦੀ ਹੈ। ਇਸ਼ਤਿਹਾਰ ਤਿਆਰ ਕਰਨ ਲਈ ਇਸ਼ਤਿਹਾਰ ਏਜੰਸੀਆਂ ਹੁੰਦੀਆਂ ਐਡਵਰਟਾਈਜ਼ਮੈਂਟ ਏਜੰਸੀਜ਼ ਆਪਣੀ ਪੂਰੀ ਵਾਹ ਲਾ ਦਿੰਦੀਆਂ ਹਨ। ਪਾਠਕ ਹੁੰਦਾ ਰੀਡਰ ਉੱਪਰ ਵਸਤੂ ਦਾ ਮਨੋਵਿਗਿਆਨਿਕ ਪ੍ਰਭਾਵ ਸਿਰਜਿਆ ਜਾਂਦਾ। ਮਤਲਬ ਰੀਡਰ ਉੱਤੇ ਇਹਦਾ ਸਾਈਕੋਲੋਜੀਕਲ ਇਫੈਕਟ ਮਤਲਬ ਪਾਉਣਾ ਹੁੰਦਾ ਬੇਸਿਕਲੀ। ਇਸ਼ਤਿਹਾਰ ਰਾਹੀਂ ਵਸਤੂ ਨੂੰ ਪਸੰਦ ਕਰਨ ਲੱਗਦਾ ਹੈ। ਰੇਡੀਓ, ਟੀਵੀ ਅਤੇ ਇੰਟਰਨੈਟ ਦੇ ਜ਼ਮਾਨੇ ਵਿੱਚ ਅਖਬਾਰ ਵਿੱਚ ਛਪਣ ਵਾਲਾ ਵੱਧ ਤੋਂ ਵੱਧ ਦਿੱਖ ਭਰਪੂਰ ਇਸ਼ਤਿਹਾਰ ਹੀ ਸਫਲ ਹੋ ਸਕਦਾ। ਮਤਲਬ ਕਿਉਂਕਿ ਟੈਕਨੋਲੋਜੀ ਵੱਧ ਗਈ ਹੈ ਤਾਂ ਕੰਪੀਟੀਸ਼ਨ ਵੱਧ ਗਿਆ, ਤਾਂ ਨਿਊਜ਼ਪੇਪਰ ਦੇ ਵਿੱਚ ਜਿਹੜਾ ਐਡਵਰਟਾਈਜ਼ਮੈਂਟ ਛਪਣਾ ਚਾਹੀਦਾ ਉਹ ਜ਼ਿਆਦਾ ਤੋਂ ਜ਼ਿਆਦਾ ਅਟਰੈਕਟਿਵ ਹੋਣਾ ਚਾਹੀਦਾ ਕਿ ਇੱਕ ਵਾਰ ਬੰਦਾ ਦੇਖੇ ਤਾਂ ਉਸੇ ਕੁਛ ਮਤਲਬ ਸੈਕਿੰਡਸ ਦੇ ਸਪੈਨ ਦੇ ਵਿੱਚ ਹੀ ਉਹ ਅਟਰੈਕਟ ਹੋ ਜਾਏ। ਤਾਂ ਇਸ ਤੋਂ ਅਗਲਾ ਜਿਹੜਾ ਅੰਗ ਹੈਗਾ ਵਾ ਅਖਬਾਰਾਂ ਦਾ ਉਹ ਹੈਗਾ ਚਿੱਠੀਆਂ, ਜਿਹਨਾਂ ਨੂੰ ਆਪਾਂ ਲੈਟਰਸ ਕਹਿੰਦੇ ਹਾਂ। ਚਿੱਠੀਆਂ ਅਖਬਾਰ ਦੀ ਕਾਰਗੁਜ਼ਾਰੀ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਮਤਲਬ ਬੇਸਿਕਲੀ ਇਹ ਕਹਿ ਰਿਹਾ ਕਿ ਲੈਟਰਸ ਵੀ ਨਿਊਜ਼ਪੇਪਰ ਦੀ ਫੰਕਸ਼ਨਿੰਗ ਵਿੱਚ ਇੱਕ ਇੰਪੋਰਟੈਂਟ ਰੋਲ ਪਲੇ ਕਰਦੀਆਂ। ਕੰਪਨੀਆਂ ਖਬਰਾਂ ਮੀਨਸ ਨਿਊਜ਼, ਸੰਪਾਦਕੀਆਂ, ਐਡੀਟੋਰੀਅਲਸ, ਫੀਚਰਾਂ, ਲੇਖ ਅਤੇ ਹੋਰ ਸਮੱਗਰੀ ਬਾਰੇ ਆਪਣੀ ਰਾਏ ਦੇਣਾ ਜਾਂ ਇਤਰਾਜ਼ ਪ੍ਰਗਟਾਉਣ ਲਈ ਇਤਰਾਜ਼ ਹੁੰਦਾ ਓਬਜੈਕਸ਼ਨ, ਟੂ ਰੇਜ਼ ਐਨ ਓਬਜੈਕਸ਼ਨ। ਪਾਠਕ ਰੀਡਰ ਅਕਸਰ ਅਖਬਾਰ ਦੇ ਸੰਪਾਦਕ ਨੂੰ ਚਿੱਠੀਆਂ ਲਿਖਦੇ ਰਹਿੰਦੇ ਹਨ। ਮਤਲਬ ਬੇਸਿਕਲੀ ਦੱਸਦੇ ਵੀ ਰਿਵਿਊਜ਼ ਦਿੰਦੇ ਆ ਕਿਸੇ ਪਰਟੀਕੂਲਰ ਹੋਰ ਜਿਹੜੇ ਆਪਾਂ ਕਹਿ ਸਕਦੇ ਹਾਂ ਹੋਰ ਅੰਗ ਹੁੰਦੇ ਆ ਅਖਬਾਰਾਂ ਦੇ, ਕਿਸੇ ਨਿਊਜ਼ ਦੇ ਪ੍ਰਤੀ, ਕਿਸੇ ਐਡਵਰਟਾਈਜ਼ਮੈਂਟ ਦੇ ਪ੍ਰਤੀ, ਜਾਂ ਕੁਛ ਵੀ ਐਸਾ ਅਖਬਾਰ ਦੇ ਵਿੱਚ ਛਪਿਆ ਵਾ ਉਹਦੇ ਪ੍ਰਤੀ ਤੁਸੀਂ ਆਪਦੀ ਕੀ ਰਾਏ ਦੇਣਾ ਚਾਹੁੰਦੇ ਆ ਜਾਂ ਕੀ ਓਬਜੈਕਸ਼ਨ ਉਠਾਉਣਾ ਚਾਹੁੰਦੇ ਹੋ, ਉਹਦੇ ਵਾਸਤੇ ਤੁਸੀਂ ਨਿਊਜ਼ਪੇਪਰ ਦੇ ਐਡੀਟਰ ਨੂੰ ਲੈਟਰ ਲਿਖਦੇ ਆ। ਇੱਕ ਤਰ੍ਹਾਂ ਨਾਲ ਇਹ ਉਹਨਾਂ ਦੀ ਪ੍ਰਤੀਕਿਰਿਆ ਹੁੰਦੀ ਆ, ਵੀ ਮਤਲਬ ਰਿਐਕਸ਼ਨ ਹੁੰਦਾ ਉਹਨਾਂ ਦਾ ਨਿਊਜ਼ ਦੇ ਪ੍ਰਤੀ। ਅਖਬਾਰ ਨੂੰ ਪੜ੍ਹਨ ਉਪਰੰਤ ਪਾਠਕ ਦੇ ਮਨਾਂ ਵਿੱਚ ਪੈਦਾ ਹੋਏ ਵਿਚਾਰਾਂ ਨੂੰ ਚਿੱਠੀ ਰਾਹੀਂ ਪ੍ਰਗਟਾਉਣਾ ਇੱਕ ਬਿਹਤਰੀਨ ਤਰੀਕਾ ਹੈ। ਇਹ ਵੀ ਦੱਸਿਆ ਗਿਆ ਵੀ ਮਤਲਬ ਇਟ ਇਜ਼ ਐਨ ਇਫੈਕਟਿਵ ਮੈਥਡ, ਵੀ ਇੱਕ ਇਫੈਕਟਿਵ ਤਰੀਕਾ ਹੁੰਦਾ ਵਾ ਵੀ ਤੁਸੀਂ ਆਪਦੇ ਕਿਸ ਤਰੀਕੇ ਨਾਲ ਜਿਹੜੇ ਤੁਹਾਡੇ ਥਾਟਸ ਹੁੰਦੇ ਆ ਉਹਨਾਂ ਨੂੰ ਐਕਸਪ੍ਰੈਸ ਕਰ ਸਕਦੇ ਆ ਲੈਟਰ ਦੇ ਥਰੂ। ਪਾਠਕਾਂ ਦੀਆਂ ਚਿੱਠੀਆਂ ਰਾਹੀਂ ਉਹਨਾਂ ਦੇ ਮਸਲਿਆਂ ਬਾਰੇ ਜਾਣਨ ਦਾ ਵੀ ਮੌਕਾ ਮਿਲਦਾ। ਅੱਗੇ ਉਹ ਦੱਸ ਰਿਹਾ ਕਿ ਥਰੂ ਲੈਟਰਸ ਵੀ ਆਪਾਂ ਨੂੰ ਵੀ ਜਿਹੜੇ ਰੀਡਰਸ ਆ ਉਹਨਾਂ ਦੇ ਕੀ ਇਸ਼ੂਜ਼ ਨੇ ਉਹਨਾਂ ਬਾਰੇ ਪਤਾ ਲੱਗਦਾ। ਦਰਅਸਲ ਚਿੱਠੀਆਂ ਅਖਬਾਰ ਦੀ ਆਲੋਚਨਾ ਦਾ ਮਾਧਿਅਮ ਹਨ। ਬੇਸਿਕਲੀ ਇਹਨਾਂ ਨੂੰ ਆਪਾਂ ਕ੍ਰਿਟਿਕਸ ਕਹਿ ਸਕਦੇ ਹਾਂ ਲੈਟਰਸ ਨੂੰ, ਵੀ ਜਿਹੜੇ ਨਿਊਜ਼ਪੇਪਰ ਦੇ ਕ੍ਰਿਟਿਕਸ ਹੁੰਦੇ ਆ ਲੈਟਰਸ। ਅਗਲਾ ਹੈ ਮੌਸਮ ਅਤੇ ਮੰਡੀਆਂ ਦੇ ਭਾਅ। ਮੌਸਮ ਮਤਲਬ ਵੈਦਰ ਔਰ ਮਾਰਕੀਟ ਦੇ ਰੇਟਸ ਬਾਰੇ ਦੱਸਿਆ ਜਾ ਰਿਹਾ ਜਿਹੜਾ ਅਗਲਾ ਹੁੰਦਾ। ਅਖਬਾਰਾਂ ਮੌਸਮ ਅਤੇ ਮੰਡੀਆਂ ਦੇ ਭਾਅ ਦੀ ਜਾਣਕਾਰੀ ਵੀ ਆਪਣੇ ਪਾਠਕਾਂ ਨੂੰ ਮੁਹੱਈਆ ਕਰਾਉਂਦੀਆਂ। ਇਹ ਦੱਸ ਰਿਹਾ ਵੀ ਜਿਹੜੇ ਨਿਊਜ਼ਪੇਪਰ ਆ ਉਹ ਵੈਦਰ ਫੋਰਕਾਸਟਿੰਗ ਵੀ ਕਰਦੇ ਆ ਔਰ ਨਾਲ ਦੀ ਨਾਲ ਆਪਾਂ ਨੂੰ ਮਾਰਕੀਟ ਦੇ ਅਪ ਜਾਂ ਡਾਊਨ ਸਾਈਡ ਕਿਸ ਤਰੀਕੇ ਨਾਲ ਚੱਲ ਰਹੀ ਆ, ਕੀ ਪ੍ਰਾਈਸਿਸ ਚੱਲ ਰਹੇ ਆ, ਉਹਦੇ ਬਾਰੇ ਇਨਫੋਰਮੇਸ਼ਨ ਪ੍ਰੋਵਾਈਡ ਕਰਦੀ ਹੈ। ਪਾਠਕ ਸਰਦੀ ਗਰਮੀ ਦੇ ਉਤਾਰ ਚੜ੍ਹਾਅ ਬਾਰੇ ਅਖਬਾਰਾਂ ਤੋਂ ਸੂਚਨਾ ਹਾਸਿਲ ਕਰਦੇ ਹਨ। ਆਵੇ ਇੱਥੇ ਵੈਦਰ ਪ੍ਰੈਡਿਕਸ਼ਨ ਦੀ ਗੱਲ ਕੀਤੀ ਜਾ ਰਹੀ ਵੀ ਕਿੰਨੀ ਸਰਦੀ ਹੋਏਗੀ, ਕਿੰਨੀ ਗਰਮੀ ਹੋਏਗੀ, ਉਹਨੂੰ ਜਿਹੜੇ ਵੈਦਰ ਫੋਰਕਾਸਟਰਸ ਪ੍ਰੈਡਿਕਟ ਕਰਦੇ ਆ ਤਾਂ ਬਾਅਦ 'ਚ ਉਹ ਨਿਊਜ਼ ਬਣ ਕੇ ਨਿਊਜ਼ਪੇਪਰ ਦੇ ਕਾਲਮ ਦੇ ਵਿੱਚ ਛਪਦੀ ਹੈ। ਅਖਬਾਰਾਂ ਵਿੱਚ ਮੀਂਹ, ਹਨੇਰੀ ਮੀਨਸ ਆਪਾਂ ਕਹਿ ਸਕਦੇ ਹਾਂ ਆਂਧੀ ਕਹਿੰਦੇ ਜਿਹਨੂੰ ਆਪਾਂ ਅਗਾਊਂ ਜਾਣਕਾਰੀ ਵੀ ਦਿੱਤੀ ਜਾਂਦੀ ਵੀ ਐਡਵਾਂਸ ਦੇ ਵਿੱਚ ਪ੍ਰੈਡਿਕਸ਼ਨ ਕੀਤੀ ਜਾਂਦੀ ਹੈ। ਇਹਨਾਂ ਚੀਜ਼ਾਂ ਬਾਰੇ ਇਨਫੋਰਮੇਸ਼ਨ ਦੱਸੀ ਜਾ ਰਹੀ ਹੈ। ਕਿਸਾਨਾਂ, ਵਪਾਰੀਆਂ ਅਤੇ ਮੁਲਾਜ਼ਮ ਭਾਵ ਪਾਠਕਾਂ ਲਈ ਇਹ ਜਾਣਕਾਰੀ ਬਹੁਤ ਲਾਹੇਵੰਦ ਹੁੰਦੀ ਹੈ। ਲਾਹੇਵੰਦ ਹੁੰਦਾ ਬੈਨੀਫੀਸ਼ੀਅਲ, ਮਤਲਬ ਕਈ ਲੋਕਾਂ ਲਈ ਇਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ਵੀ ਉਹ ਆਪਣਾ ਜਿਹੜਾ ਕੰਮ ਆ ਉਹ ਮੌਸਮ ਦੇ ਹਿਸਾਬ ਨਾਲ ਕਰਦੇ ਆ। ਵੀ ਕਿਸੇ ਨੇ ਟਰੈਵਲ ਕਰਨਾ ਹੋਵੇ ਉਹ ਮੌਸਮ ਦੇਖ ਕੇ ਟਰੈਵਲ ਕਰੂਗਾ, ਇੱਕ ਐਗਜ਼ਾਮਪਲ ਹੋ ਸਕਦਾ। ਮੌਸਮ ਦੇ ਹਿਸਾਬ ਨਾਲ ਹੀ ਲੋਕ ਆਪਣਾ ਰੋਜ਼ਾਨਾ ਜੀਵਨ ਜਾਂ ਸਫ਼ਰ ਆਦਿ ਵਿਉਂਤ ਬਣਾਉਂਦੇ ਹਨ। ਵਿਉਂਤ ਹੁੰਦਾ ਵੀ ਉਹ ਪਲਾਨ ਕਰਦੇ ਬੇਸਿਕਲੀ ਆਪਣਾ ਡੇ।
ਇਸ ਤੋਂ ਬਾਅਦ ਦੱਸਿਆ ਹੈ ਕਿ ਦੂਸਰੀ ਤਰਫ ਚੀਜ਼ਾਂ ਵਸਤਾਂ ਦੇ ਭਾਅ ਵੀ ਪਾਠਕ ਨੂੰ ਪ੍ਰਭਾਵਿਤ ਕਰਦੇ ਆ। ਇੱਥੇ ਦੱਸਿਆ ਗਿਆ ਵੈਲਿਊ ਮਤਲਬ ਗੁੱਡਸ ਐਂਡ ਕਮੋਡਿਟੀਜ਼, ਚੀਜ਼ਾਂ ਵਸਤਾਂ ਨੂੰ ਆਪਾਂ ਗੁੱਡਸ ਐਂਡ ਕਮੋਡਿਟੀਜ਼ ਕਹਿ ਸਕਦੇ ਹਾਂ। ਇਹਦੇ ਪ੍ਰਾਈਸਿਸ ਕਿੱਦਾਂ ਫਲਕਚੁਏਟ ਕਰਦੇ ਆ, ਵੀ ਕਿੱਦਾਂ ਚੇਂਜ ਹੁੰਦੇ ਆ, ਕਿੱਦਾਂ ਰਾਈਜ਼ ਕਰਦੇ, ਕਿੱਦਾਂ ਡਰੋਪ ਹੁੰਦੇ ਆ। ਇਹਦੀ ਇਨਫੋਰਮੇਸ਼ਨ ਬੇਸਿਕਲੀ ਇੱਕ ਉਹਦੇ ਮਤਲਬ ਆਪਾਂ ਕਹਿ ਸਕਦੇ ਮੇਨਲੀ ਸਟਾਕ ਮਾਰਕੀਟ ਵਾਲੇ ਕਾਲਮ 'ਚ ਹੁੰਦੀ ਹੈ। ਵੀ ਜਿਹੜਾ ਨਿਊਜ਼ਪੇਪਰ ਦਾ ਇੱਕ ਕਾਲਮ ਹੁੰਦਾ ਸਪੈਸ਼ਲੀ ਮਾਰਕੀਟ ਨੂੰ ਡੈਡੀਕੇਟਡ ਹੁੰਦਾ ਵਾ ਹਰੇਕ ਨਿਊਜ਼ਪੇਪਰ ਦੇ ਵਿੱਚ। ਇਹਦੇ ਬਾਅਦ ਇਹਨਾਂ ਨੇ ਦੱਸਿਆ ਕਿ ਕੁਝ ਚੀਜ਼ਾਂ ਦੇ ਭਾਅ ਰੋਜ਼ਾਨਾ ਘਟਦੇ ਵੱਧਦੇ ਰਹਿੰਦੇ ਹਨ। ਖੇਤੀ ਜਾਂ ਕਿਸਾਨਾਂ ਨਾਲ ਸੰਬੰਧਿਤ ਵਸਤਾਂ ਦੇ ਭਾਅ ਜਾਣ ਕੇ ਕਿਸਾਨ ਆਪਣੀ ਅਗਾਊਂ ਰਣਨੀਤੀ ਬਣਾਉਂਦੇ। ਇੱਥੇ ਇਹਨਾਂ ਨੇ ਫਾਰਮਰ ਦਾ ਐਗਜ਼ਾਮਪਲ ਲਿਆ ਵੀ ਕਿਸ ਤਰੀਕੇ ਨਾਲ ਜਿਹੜਾ ਕਿਸਾਨ ਆ ਉਹਦੇ ਦਾਵਾ ਵੀ ਉਹਦੀ ਜਿਹੜੇ ਇਕਵਿਪਮੈਂਟਸ ਆ ਵੀ ਜੇ ਉਹਨੇ ਕਿਰਾਏ 'ਤੇ ਲੈਣੇ ਆ, ਖਰੀਦਣੇ ਆ, ਔਰ ਉਹਦੇ ਇਲਾਵਾ ਹੋਰ ਜਿਹੜਾ ਉਹਨੇ ਦਾਣੇ ਦੀ ਵਰਤੋਂ ਕਰਨੀ ਆ ਖੇਤੀ ਵਾਸਤੇ, ਹੋਰ ਉਹਨੇ ਖਾਦਾਂ ਦੀ ਆਪਾਂ ਕਹਿ ਸਕਦੇ ਫਰਟੀਲਾਈਜ਼ਰ ਦੀ, ਉਹ ਸਾਰਿਆਂ ਦੇ ਉਹ ਪ੍ਰਾਈਸਿਸ ਚੈੱਕ ਕਰ ਸਕਦਾ ਵਾ ਨਿਊਜ਼ਪੇਪਰ ਤੋਂ ਵੀ ਕਿਹਦਾ ਪ੍ਰਾਈਸ ਕਿਸ ਤਰੀਕੇ ਨਾਲ ਚੱਲ ਰਿਹਾ। ਉਹਦੇ ਅਕੋਰਡਿੰਗਲੀ ਆਪਦੀ ਉਹ ਫਾਈਨੈਂਸ਼ੀਅਲ ਪਲੈਨਿੰਗ ਕਰ ਸਕਦਾ ਜਾਂ ਫਰਦਰ ਪਲੈਨਿੰਗ ਕਰ ਸਕਦਾ ਵੀ ਕਿਸ ਤਰੀਕੇ ਨਾਲ ਉਹਨੇ ਵੀ ਆਪਣੀ ਫਸਲ ਨੂੰ ਵੇਚਣਾ ਵਾ ਪ੍ਰਾਈਸ ਦੇ ਬੇਸਿਸ 'ਤੇ। ਇਸ ਤੋਂ ਬਾਅਦ ਲਿਖਿਆ ਹੈ ਕਿ ਸੋਨਾ, ਚਾਂਦੀ, ਲੋਹਾ ਆਦਿ ਦੇ ਭਾਅ ਰੋਜ਼ਾਨਾ ਅਖਬਾਰਾਂ ਵਿੱਚ ਛਪਦੇ ਹਨ। ਦੁਕਾਨਦਾਰ ਇਹ ਭਾਅ ਵੇਖ ਕੇ ਦਿਨ ਭਰ ਦਾ ਵਪਾਰ ਕਰਦੇ ਆ। ਅੱਗੇ ਇਹਨਾਂ ਨੇ ਮਤਲਬ ਆਪਾਂ ਕਹਿ ਸਕਦੇ ਹਾਂ ਸ਼ੌਪਕੀਪਰਸ ਜਾਂ ਜਿਹੜੇ ਨੋਰਮਲ ਬਿਜ਼ਨਸ ਓਨਰਸ ਹੁੰਦੇ ਆ ਉਹਨਾਂ ਦਾ ਐਗਜ਼ਾਮਪਲ ਲਿਆ ਵੀ ਕਿਸ ਤਰੀਕੇ ਨਾਲ ਉਹ ਆਪਣੇ ਅਕੋਰਡਿੰਗਲੀ ਜਿਹੜੀਆਂ ਉਹਨਾਂ ਨੂੰ ਗੁੱਡਸ ਐਂਡ ਕਮੋਡਿਟੀਜ਼ ਚਾਹੀਦੀਆਂ ਹੁੰਦੀਆਂ ਵਾ ਵੀ ਉਹਦੇ ਪ੍ਰਾਈਸਿਸ ਦੇਖ ਕੇ ਉਹਨਾਂ ਦੇ ਉਹਦੇ ਅਕੋਰਡਿੰਗਲੀ ਆਪਣੀ ਉਹ ਪਲੈਨਿੰਗ ਕਰਦੇ ਆ। ਗਾਹਕ ਨੂੰ ਵੀ ਇਸ ਦੀ ਖਰੀਦੋ ਫਰੋਖਤ ਵਿੱਚ ਆਸਾਨੀ ਹੁੰਦੀ ਹੈ। ਅੱਗੇ ਉਹਨਾਂ ਨੇ ਕਸਟਮਰ ਦਾ ਐਗਜ਼ਾਮਪਲ ਦਿੱਤਾ ਵਾ। ਅਖਬਾਰਾਂ ਜ਼ਿਆਦਾਤਰ ਆਪਣੇ ਮੁੱਖ ਪੰਨੇ ਮਤਲਬ ਮੇਨ ਪੇਜ ਉੱਪਰ ਸੋਨੇ, ਚਾਂਦੀ, ਡਾਲਰ ਆਦਿ ਦੇ ਭਾਅ ਪ੍ਰਕਾਸ਼ਿਤ ਕਰਦੀਆਂ ਹਨ। ਵੀ ਇਹ ਦੱਸਿਆ ਗਿਆ ਵੀ ਕੀ ਰੇਟ ਚੱਲ ਰਿਹਾ ਸੋਨੇ ਦਾ, ਮਤਲਬ ਗੋਲਡ, ਸਿਲਵਰ ਜਾਂ ਡਾਲਰ ਦਾ ਕੀ ਭਾਅ ਚੱਲ ਰਿਹਾ ਵਾ, ਉਹਦੇ ਬਾਰੇ ਦੱਸਿਆ ਗਿਆ। ਅਨਾਜ, ਫਲਾਂ, ਸਬਜ਼ੀਆਂ, ਤੇਲ, ਘਿਓ ਆਦਿ ਦੇ ਭਾਅ ਵੀ ਛਾਪੇ ਜਾਂਦੇ ਹਨ। ਇਸ ਲਈ ਮੌਸਮ ਅਤੇ ਮੰਡੀਆਂ ਦੇ ਭਾਅ ਜਾਣਕਾਰੀ ਪਾਠਕਾਂ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦੀ ਹੈ। ਵੀ ਬੇਸਿਕਲੀ ਦੱਸ ਰਿਹਾ ਵੀ ਜੇ ਆਪਾਂ ਮੌਸਮ ਬੇਸਿਕਲੀ ਵੈਦਰ ਫੋਰਕਾਸਟਿੰਗ ਔਰ ਜਿਹੜੀ ਇਹ ਹੁੰਦੀ ਹੈ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਜਾਂ ਸਟਾਕ ਮਾਰਕੀਟ ਨਾਲੋਂ ਵੀ ਜ਼ਿਆਦਾ ਆਪਾਂ ਮਾਰਕੀਟ ਦੀ ਇਨਫੋਰਮੇਸ਼ਨ ਨੂੰ ਕਹਾਂਗੇ, ਉਹ ਰੀਡਰਸ ਦੀ ਲਾਈਫ ਨੂੰ ਡਾਇਰੈਕਟਲੀ ਅਫੈਕਟ ਕਰਦੀ ਹੈ। ਅਖਬਾਰਾਂ ਦਾ ਅਗਲਾ ਅੰਗ ਹੈ ਖਬਰਾਂ ਦੀ ਭਾਸ਼ਾ, ਮਤਲਬ ਕਿਹੜੀ ਲੈਂਗੁਏਜ ਦੇ ਵਿੱਚ, ਕਿਸ ਤਰੀਕੇ ਦੀ ਲੈਂਗੁਏਜ ਵਿੱਚ ਨਿਊਜ਼ ਛਪਦੀ ਹੈ। ਅਖਬਾਰਾਂ ਵਿੱਚ ਛਪਣ ਵਾਲੀਆਂ ਖਬਰਾਂ ਦੀ ਭਾਸ਼ਾ ਸਰਲ ਹੋਣੀ ਚਾਹੀਦੀ ਹੈ, ਮਤਲਬ ਸਿੰਪਲ ਹੋਣੀ ਚਾਹੀਦੀ ਹੈ। ਵਾਕ ਸਧਾਰਨ, ਮਤਲਬ ਜਿਹੜੇ ਸੈਂਟੈਂਸਸ ਆ ਉਹ ਸਿੰਪਲ ਹੋਣੇ ਚਾਹੀਦੇ ਆ ਔਰ ਚੁਸਤ ਦਰੁਸਤ ਹੋਣੇ ਚਾਹੀਦੇ ਆ। ਔਖੇ ਸ਼ਬਦਾਂ ਅਤੇ ਜਟਿਲ ਵਾਕਾਂ ਦੀ ਵਰਤੋਂ ਖਬਰ ਬੇਰਸ ਹੋ ਜਾਂਦੀ ਹੈ। ਮਤਲਬ ਉਹ ਕਹਿ ਰਿਹਾ ਕਿ ਜੇ ਤੁਸੀਂ ਟਫ ਵਰਡਸ ਔਰ ਟਫ ਸੈਂਟੈਂਸਸ ਯੂਜ਼ ਕਰੋਗੇ ਤਾਂ ਉਹਦੇ ਨਾਲ ਜਿਹੜੀ ਤੁਹਾਡੀ ਨਿਊਜ਼ ਆ ਉਹ ਅਨਇੰਟਰਸਟਿੰਗ ਹੋ ਜਾਂਦੀ ਹੈ। ਵੱਖਰੇ ਅਖਬਾਰਾਂ ਦੀ ਸ਼ੈਲੀ ਵੀ ਵੱਖਰੀ ਹੁੰਦੀ ਹੈ। ਸਥਾਨਕ ਖਬਰਾਂ ਵਿੱਚ ਸਥਾਨਕ ਭਾਸ਼ਾ ਵਰਤੀ ਜਾਂਦੀ ਹੈ। ਮਤਲਬ ਉਹ ਕਹਿ ਰਹੇ ਕਿ ਜਿਹੜੇ ਲੋਕਲ ਨਿਊਜ਼ਪੇਪਰਸ ਹੁੰਦੇ ਆ ਉੱਥੇ ਲੋਕਲ ਲੈਂਗੁਏਜ ਯੂਜ਼ ਕੀਤੀ ਜਾਂਦੀ ਹੈ। ਉੱਥੇ ਮਤਲਬ ਕੁਛ ਹਰੇਕ ਲੋਕੈਲਿਟੀ ਦੇ ਆਪਦੇ ਕੁਛ ਲੋਕਲ ਵਰਡਸ ਹੁੰਦੇ ਆ, ਉਹਦੇ 'ਚ ਉਹ ਲੋਕਲ ਵਰਡਸ ਵੀ ਯੂਜ਼ ਕੀਤੇ ਜਾਂਦੇ ਆ। ਇਸ ਨਾਲ ਪਾਠਕ ਮਤਲਬ ਰੀਡਰ ਨੂੰ ਖਬਰ ਪੜ੍ਹਨ ਅਤੇ ਸਮਝਣ ਵਿੱਚ ਆਸਾਨੀ ਹੁੰਦੀ ਹੈ। ਖਬਰ ਦੀ ਕਿਸਮ ਮੁਤਾਬਕ ਸ਼ਬਦਾਵਲੀ ਵਰਤਣੀ ਚਾਹੀਦੀ ਹੈ ਕਿ ਮਤਲਬ ਕਿਸ ਤਰੀਕੇ ਦੀ ਨਿਊਜ਼ ਆ ਉਸ ਤਰੀਕੇ ਦੀ ਵਰਡਿੰਗ ਯੂਜ਼ ਕਰਨੀ ਚਾਹੀਦੀ ਹੈ, ਮਤਲਬ ਟਾਈਪ ਦੇ ਅਕੋਰਡਿੰਗਲੀ ਵਰਡਸ ਚੂਜ਼ ਕਰਨੇ ਚਾਹੀਦੇ ਆ। ਸਿਆਸਤ ਮਤਲਬ ਪੋਲੀਟਿਕਸ, ਸਿੱਖਿਆ ਮਤਲਬ ਐਜੂਕੇਸ਼ਨ, ਅਰਥ ਸ਼ਾਸਤਰ ਮੀਨਸ ਇਕੋਨਮੀ, ਸਮਾਜਿਕ ਮੀਨਸ ਸੋਸਾਈਟਲ, ਧਰਮ ਮੀਨਸ ਰਿਲੀਜਨ ਔਰ ਫਿਲਮੀ ਦੁਨੀਆ ਖੇਡਾਂ ਨਾਲ ਸੰਬੰਧਿਤ ਖਬਰਾਂ ਦੀ ਭਾਸ਼ਾ ਵੀ ਵੰਨ ਸੁਵੰਨੀ ਹੋਵੇਗੀ। ਮਤਲਬ ਜਿਸ ਤਰੀਕੇ ਦੀ ਨਿਊਜ਼ ਆ ਆਫ ਕੋਰਸ ਉਸੇ ਤਰੀਕੇ ਦੀ ਲੈਂਗੁਏਜ ਹੋਏਗੀ। ਇੱਥੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਬਾਅਦ ਲਿਖਿਆ ਹੈ ਕਿ ਤਤਭਵ ਸ਼ਬਦ ਨਾ ਮਿਲਣ 'ਤੇ ਤਤਸਮ ਸ਼ਬਦਾਂ ਦੀ ਵਰਤੋਂ ਹੋਣੀ ਚਾਹੀਦੀ। ਹੁਣ ਇੱਥੇ ਦੋ ਸ਼ਬਦ ਆਉਂਦੇ, ਤਤਸਮ ਸ਼ਬਦ ਅਤੇ ਤਤਭਵ ਸ਼ਬਦ। ਇਹ ਕਿਹੜੇ ਹੁੰਦੇ ਆ? ਤਤਭਵ ਸ਼ਬਦ ਹੁੰਦੇ ਆ ਵੀ ਜਿਹੜੇ ਐਜ਼ ਇਟ ਇਜ਼ ਹਿਸਟੋਰੀਕਲੀ ਉਹੀ ਸ਼ਬਦ ਚੱਲਦੇ ਆ ਰਹੇ ਆ, ਜਿਨ੍ਹਾਂ ਨੂੰ ਵਿਦ ਟਾਈਮ ਉਹਨਾਂ ਦੇ ਵਿੱਚ ਕੋਈ ਚੇਂਜਸ ਨਹੀਂ ਹੋਏ। ਜਿਵੇਂ ਆਪਾਂ ਇਹਦਾ ਐਗਜ਼ਾਮਪਲ ਲੈ ਸਕਦੇ ਅਗਿਆਨ ਇੱਕ ਸੰਸਕ੍ਰਿਤ ਦਾ ਸ਼ਬਦ ਆ ਪਰ ਇਹ ਚੇਂਜ ਨਹੀਂ ਹੋਇਆ ਵਿਦ ਟਾਈਮ। ਐਂਡ ਆਪੋਜ਼ਿਟ ਟੂ ਦੈਟ ਜਿਹੜਾ ਤਤਭਵ ਸ਼ਬਦ ਹੁੰਦਾ, ਤਤਭਵ ਸ਼ਬਦ ਉਹ ਹੁੰਦਾ ਵਾ ਵੀ ਜਿਹੜਾ ਲੋਕੇਸ਼ਨ ਆਪਾਂ ਕਹਿ ਸਕਦੇ ਜਿਓਗ੍ਰਾਫੀ, ਸਰਕਮਸਟੈਂਸਿਸ ਔਰ ਟਾਈਮ ਦੇ ਨਾਲ ਚੇਂਜ ਹੋ ਜਾਂਦਾ ਵਾ ਇਹ ਸ਼ਬਦ। ਜਿਵੇਂ ਇਹਦਾ ਆਪਾਂ ਐਗਜ਼ਾਮਪਲ ਲੈ ਸਕਦੇ ਮੁੱਖ ਤੋਂ ਮੂੰਹ ਬਣ ਗਿਆ। ਜਿਹੜਾ ਮੂੰਹ ਸ਼ਬਦ ਹੈ ਇਹ ਤਤਭਵ ਸ਼ਬਦ ਹੈ। ਕਾਹਦਾ? ਤਤਸਮ ਸ਼ਬਦ ਮੁੱਖ ਦਾ। ਤਾਂ ਇੱਥੇ ਇਹ ਕਿਹਾ ਗਿਆ ਕਿ ਤਤਭਵ ਸ਼ਬਦ ਵੀ ਜੇ ਆਪਾਂ ਨੂੰ ਆਮ ਭਾਸ਼ਾ ਵਿੱਚ ਜਾਂ ਆਪਣੀ ਭਾਸ਼ਾ ਵਿੱਚ ਬੋਲਣ ਵਾਲੇ ਸ਼ਬਦ ਨਾ ਲੱਭਣ ਤਾਂ ਆਪਾਂ ਨੂੰ ਉਹਦੀ ਜਗ੍ਹਾ ਉਹਨਾਂ ਦੇ ਜਿਹੜੇ ਏਂਸ਼ੀਅੰਟ ਵਰਡਸ ਆ ਉਹ ਯੂਜ਼ ਕਰਨੇ ਚਾਹੀਦੇ ਆ। ਖਬਰਾਂ ਦੀ ਭਾਸ਼ਾ ਸਹਿਜ ਅਤੇ ਸਰਲ ਹੋਣੀ ਚਾਹੀਦੀ ਆ ਤਾਂ ਜੋ ਪਾਠਕਾਂ ਨੂੰ ਪੂਰੀ ਤਰ੍ਹਾਂ ਜਾਣਕਾਰੀ ਪਹੁੰਚ ਸਕੇ। ਆਹ ਵੀ ਉਹੀ ਦੱਸਿਆ ਗਿਆ, ਲੈਂਗੁਏਜ ਸਿੰਪਲ ਹੋਣੀ ਚਾਹੀਦੀ ਹੈ। ਖਬਰ ਲਿਖਣ ਸਮੇਂ ਬੌਧਿਕ ਭਾਸ਼ਾ ਤੋਂ ਗੁਰੇਜ਼ ਕਰਨਾ ਚਾਹੀਦਾ। ਉਹ ਕਹਿ ਰਹੇ ਕਿ ਖਬਰ ਜਿੰਨੀ ਸਿੰਪਲ ਹੋਊਗੀ ਉਨੀ ਜ਼ਿਆਦਾ ਆਡੀਅנס ਇਹਨੂੰ ਰੀਡ ਕਰ ਪਾਊਗੀ। ਇਸ ਕਰਕੇ ਇਹਦੇ 'ਚ ਇੰਟੈਲੈਕਚੁਅਲ ਲੈਂਗੁਏਜ ਯੂਜ਼ ਨਹੀਂ ਕਰਨੀ ਚਾਹੀਦੀ ਜਿਹਨੂੰ ਮਤਲਬ ਹਰੇਕ ਤਬਕਾ ਜਾਂ ਹਰੇਕ ਵਰਗ ਦੇ ਲੋਕ ਸਮਝ ਨਾ ਸਕਣ। ਉਹਨੂੰ ਸਿਰਫ ਬੁੱਧੀਜੀਵੀ ਹੀ ਸਮਝ ਸਕਦੇ ਆ ਅਗਰ ਆਪਾਂ ਇੰਟੈਲੈਕਚੁਅਲ ਜਿਹੜੀ ਲੈਂਗੁਏਜ ਯੂਜ਼ ਕਰਾਂਗੇ। ਸਾਧਾਰਨ ਪਾਠਕ ਨੂੰ ਸਨਮੁਖ ਰੱਖ ਕੇ
ਭਾਸ਼ਾ ਇਸ ਦਾ ਇਸਤੇਮਾਲ ਕਰਨ ਨਾਲ ਖਬਰਾਂ ਦੀ ਸਾਰਥਕਤਾ ਹੋਰ ਵੱਧ ਜਾਂਦੀ ਹੈ। ਮਤਲਬ ਇੱਥੇ ਇਹ ਕਿਹਾ ਗਿਆ ਕਿ ਤੁਸੀਂ ਅਗਰ ਇਹ ਲਓਗੇ ਕਿ ਆਡੀਅנס ਨੂੰ ਪਰਸਪੈਕਟਿਵ ਦੇ ਵਿੱਚ ਲਓਗੇ ਵੀ ਕਿਸ ਤਰੀਕੇ ਦੀ ਆਡੀਅנס ਅਖਬਾਰ ਪੜ੍ਹ ਰਹੀ ਹੈ ਔਰ ਉਹਦੇ ਅਕੋਰਡਿੰਗਲੀ ਨਿਊਜ਼ ਲਿਖੋਗੇ ਤਾਂ ਨਿਊਜ਼ ਦੀ ਇੰਪੋਰਟੈਂਸ ਹੋਰ ਜ਼ਿਆਦਾ ਵੱਧ ਜਾਂਦੀ ਹੈ। ਇਹੀ ਸਮਝਾਇਆ ਗਿਆ। ਇਸ ਨਾਲ ਘੱਟ ਪੜ੍ਹਿਆ ਲਿਖਿਆ ਪਾਠਕ ਵੀ ਖਬਰਾਂ ਪੜ੍ਹਨ ਵਿੱਚ ਰੁਚੀ ਲੈਣੀ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਅਗਲਾ ਹੈ ਈ ਪੇਪਰ। ਬਿਜਲੀ ਮਾਧਿਅਮ ਮਤਲਬ ਇਲੈਕਟ੍ਰੀਕਲ ਮੀਡੀਅਮ ਦੇ ਆਉਣ ਨਾਲ ਅਖਬਾਰਾਂ ਦਾ ਸਰੂਪ ਵੀ ਬਦਲਣ ਲੱਗਿਆ। ਮਤਲਬ ਜਿਵੇਂ ਇਲੈਕਟ੍ਰੀਕਲ ਮੀਡੀਅਮ ਆ ਗਿਆ, ਨਿਊਜ਼ ਦੀ ਅਪੀਅਰੈਂਸ ਵੀ ਬਦਲਣ ਲੱਗ ਪਈ। ਅਖਬਾਰ ਹੁਣ ਈ ਪੇਪਰ ਜਾਂ ਵੈਬ ਪੇਪਰ ਵਿੱਚ ਪ੍ਰਵੇਸ਼ ਕਰ ਗਿਆ ਹੈ। ਇਸ ਤਰ੍ਹਾਂ ਦੇ ਅਖਬਾਰ ਇੰਟਰਨੈਟ ਰਾਹੀਂ ਵੇਖੇ ਜਾ ਸਕਦੇ ਹਨ। ਜਿਸ ਕੋਲ ਕੰਪਿਊਟਰ ਜਾਂ ਇੰਟਰਨੈਟ ਦੀ ਸਹੂਲਤ ਹੋਵੇ ਉਹ ਆਸਾਨੀ ਨਾਲ ਇਹ ਖਬਰ ਦਾ ਲਾਭ ਉਠਾ ਸਕਦਾ ਹੈ, ਮਤਲਬ ਫ਼ਾਇਦਾ ਉਠਾ ਸਕਦਾ ਹੈ। ਇਹ ਅਖਬਾਰ ਪੜ੍ਹਨ ਦਾ ਇੱਕ ਮਹਿੰਗਾ ਸਾਧਨ ਹੈ। ਮਤਲਬ ਇਹ ਕਹਿ ਸਕਦੇ ਕਿ ਜਿਹੜਾ ਇਲੈਕਟ੍ਰੋਨਿਕ ਮੀਡੀਆ ਹੈ ਕੋਸਟਲੀ ਹੈ, ਕਿਉਂਕਿ ਇਹਦੇ ਵਾਸਤੇ ਤੁਹਾਡੇ ਕੋਲ ਕੰਪਿਊਟਰ ਜਾਂ ਮੋਬਾਈਲ ਦੀ ਰਿਕੁਆਇਰਮੈਂਟ ਹੋਣੀ ਚਾਹੀਦੀ ਆ। ਫਰਦਰ ਫਿਰ ਤੁਹਾਡੇ ਕੋਲ ਨਿਊਜ਼ ਜਿਹੜੀ ਤੁਸੀਂ ਪੜ੍ਹਨੀ ਚਾਹੁੰਦੇ ਆ, ਕਈ ਆਫਨ ਟਾਈਮਸ ਉਹਦਾ ਫਰੀ ਹੁੰਦੀ ਹੈ, ਪਰ ਕਈ ਵਾਰੀ ਤੁਹਾਨੂੰ ਉਹਦੀ ਸਬਸਕ੍ਰਿਪਸ਼ਨ ਵੀ ਲੈਣੀ ਪੈਂਦੀ ਹੈ ਪ੍ਰੀਮੀਅਮ ਨਿਊਜ਼ਪੇਪਰ ਦੀ, ਜਾਂ ਉਹਦੇ ਇਲਾਵਾ ਡਾਟਾ ਵੀ ਚਾਹੀਦਾ। ਕੰਟਰੇਰੀ ਟੂ ਦੈਟ ਵੀ ਜਿਵੇਂ ਆਪਾਂ ਕਹਿੰਦੇ ਆਪਾਂ ਫਿਜ਼ੀਕਲ ਕਾਪੀ ਪੜ੍ਹਦੇ ਹਾਂ ਜਾਂ ਅਖਬਾਰ ਸਿੱਧਾ ਪੜ੍ਹਦੇ ਹਾਂ, ਉਹ ਅਖਬਾਰ ਸਸਤਾ ਹੁੰਦਾ ਡਿਜੀਟਲ ਮੀਡੀਅਮ ਦੇ ਕੰਪੈਰੀਜ਼ਨ 'ਚ। ਪੜ੍ਹਨ 'ਤੇ ਮਹਿੰਗਾ ਸਾਧਨ ਹੈ, ਪਰ ਇਸ ਰਾਹੀਂ ਪਾਠਕ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਬੈਠ ਕੇ ਇੰਟਰਨੈਟ 'ਤੇ ਉਪਲਬਧ ਹਰ ਅਖਬਾਰ ਪੜ੍ਹ ਸਕਦਾ। ਦੂਸਰੇ ਪਾਸੇ ਦੇ ਮਤਲਬ ਕੌਨਸ ਦੱਸਣ ਦੇ ਬਾਅਦ ਪ੍ਰੋਜ਼ ਵੀ ਦੱਸਿਆ ਵੀ ਇਹ ਡਿਜੀਟਲ ਹੋਣ ਕਰਕੇ ਤੁਸੀਂ ਇਹਨੂੰ ਪੋਰਟੇਬਲ ਆ, ਜਿੱਥੇ ਮਰਜ਼ੀ ਕੈਰੀ ਕਰ ਸਕਦੇ, ਜਿੱਥੇ ਮਰਜ਼ੀ ਪੜ੍ਹ ਸਕਦੇ ਆ, ਔਰ ਫਰਦਰ ਇਹ ਟਾਈਮ ਬਾਊਂਡ ਨਹੀਂ ਹੁੰਦਾ, ਤੁਸੀਂ ਜਿੰਨਾ ਮਰਜ਼ੀ ਪੁਰਾਣਾ ਅਖਬਾਰ ਪੜ੍ਹ ਸਕਦੇ ਆ। ਤਾਂ ਇਸ ਦੇ ਅੱਗੇ ਇਹਨਾਂ ਨੇ ਦੱਸਿਆ ਵਾ ਕਿ ਹਾਂ ਪੰਜਾਬੀ ਦੀਆਂ ਲਗਭਗ ਸਾਰੀਆਂ ਅਖਬਾਰਾਂ ਨੇ ਆਪਣੀਆਂ ਵੈਬਸਾਈਟਾਂ 'ਤੇ ਬਣਾ ਕੇ ਅਖਬਾਰ ਇੰਟਰਨੈਟ 'ਤੇ ਪਾਏ ਹੋਏ ਹਨ। ਈ ਪੇਪਰ ਦੇ ਫਾਇਦੇ ਵੀ ਹਨ। ਅਖਬਾਰ ਮਿਲਣ ਦੀ ਦੇਰੀ ਜਾਂ ਉਪਲਬਧ ਨਾ ਹੋਣ ਦੀ ਹਾਲਤ ਵਿੱਚ ਈ ਪੇਪਰ ਅਖਬਾਰ ਪੜ੍ਹਨ ਦਾ ਇੱਕ ਵਧੀਆ ਸਾਧਨ ਹੈ। ਇੱਥੇ ਪ੍ਰੋਜ਼ ਦੱਸੇ ਵੀ ਜੇ ਮੰਨ ਲਓ ਤੁਹਾਡੇ ਕੋਲ ਫਿਜ਼ੀਕਲ ਕਾਪੀ ਨਹੀਂ ਆ ਰਹੀ ਕਿਸੇ ਰੀਜ਼ਨ ਕਰਕੇ, ਜਾਂ ਲੇਟ ਹੋ ਰਹੀ ਹੈ ਫਿਜ਼ੀਕਲ ਨਿਊਜ਼ਪੇਪਰ ਦੀ ਕਾਪੀ, ਤਾਂ ਤੁਸੀਂ ਈ ਪੇਪਰ ਪੜ੍ਹ ਸਕਦੇ ਹੋ। ਇਸ ਤਰ੍ਹਾਂ ਦੇ ਅਖਬਾਰ ਹੁਣ ਹਰਮਨ ਪਿਆਰੇ ਬਣਦੇ ਜਾ ਰਹੇ ਹਨ। ਇਸ ਨਾਲ ਅਖਬਾਰਾਂ ਦੇ ਮਾਲਕਾਂ ਦੀ ਕਾਗਜ਼, ਸਿਆਹੀ ਮੀਨਜ਼ ਇੰਕ, ਢੋਆ ਮੀਨਜ਼ ਆਪਾਂ ਕਹਿ ਸਕਦੇ ਹਾਂ ਵੀ ਟਰਾਂਸਪੋਰਟੇਸ਼ਨ ਨੂੰ ਕਹਿ ਸਕਦੇ ਹਾਂ, ਅਤੇ ਹੋਰ ਮਜ਼ਦੂਰੀ ਦੀ ਬੱਚਤ ਹੁੰਦੀ ਹੈ। ਬੇਸਿਕਲੀ ਉਹ ਦੱਸ ਰਿਹਾ ਵੀ ਇਹਦੇ ਨਾਲ ਇਹਨਾਂ ਦੀ ਜਿਹੜੀ ਪ੍ਰੋਡਕਸ਼ਨ ਕਾਸਟ ਹੁੰਦੀ ਹੈ ਉਹ ਘੱਟ ਜਾਂਦੀ ਹੈ, ਕਿਉਂਕਿ ਇਹਨਾਂ ਨੂੰ ਨਾ ਤਾਂ ਪ੍ਰਿੰਟਿੰਗ ਕਰਨੀ ਪੈਂਦੀ ਹੈ, ਨਾ ਉਹਦੇ ਵਾਸਤੇ ਇੰਕ ਦੀ ਵਰਤੋਂ ਕਰਨੀ ਪੈਂਦੀ ਹੈ, ਨਾ ਇਹਨਾਂ ਨੂੰ ਸਮਾਨ ਢੋਣਾ ਪੈਂਦਾ ਇੱਕ ਤੋਂ ਦੂਸਰੀ ਜਗ੍ਹਾ, ਔਰ ਇਹਨਾਂ ਦੇ ਮਤਲਬ ਇਹਨਾਂ ਨੂੰ ਮਜ਼ਦੂਰ ਵੀ ਨਹੀਂ ਹਾਇਰ ਕਰਨੇ ਪੈਂਦੇ ਇਹ ਕੰਮ ਕਰਨ ਵਾਸਤੇ। ਤਾਂ ਇਹ ਕੋਸਟ ਇਫੈਕਟਿਵ ਮੈਥਡ ਮੰਨਿਆ ਜਾਂਦਾ। ਦੂਸਰਾ, ਇਹ ਅਖਬਾਰ ਕਈ ਦਿਨਾਂ ਤੱਕ ਇੰਟਰਨੈਟ 'ਤੇ ਉਪਲਬਧ ਰਹਿੰਦੇ ਹਨ। ਪੁਰਾਣੇ ਅਖਬਾਰ ਵੀ ਖੋਲ੍ਹ ਕੇ ਪੜ੍ਹੇ ਜਾ ਸਕਦੇ ਹਨ, ਅਤੇ ਪਾਠਕ ਮਤਲਬ ਰੀਡਰ ਆਪਣੀ ਮਰਜ਼ੀ ਦਾ ਸਫ਼ਾ ਕੱਢ ਕੇ ਵੀ ਉਹ ਆਪਣੀ ਮਰਜ਼ੀ ਦਾ ਪੇਜ ਕੱਢ ਕੇ ਕੰਪਿਊਟਰ ਦੀ ਸਕਰੀਨ ਉੱਪਰ ਪੜ੍ਹ ਸਕਦਾ ਹੈ। ਆਮ ਅਖਬਾਰ ਨਾਲੋਂ ਇਸ ਦੀ ਵਧੇਰੇ ਪਹੁੰਚ ਹੁੰਦੀ ਹੈ। ਮਤਲਬ ਉਹ ਕਹਿ ਸਕਦੇ ਫਿਜ਼ੀਕਲ ਪੇਪਰ ਨਾਲੋਂ ਇਹਦੀ ਰੀਚ ਜ਼ਿਆਦਾ ਹੁੰਦੀ ਹੈ, ਕਿਉਂਕਿ ਮੋਬਾਈਲ ਅੱਜ ਕੱਲ੍ਹ ਹਰ ਇਨਸਾਨ ਕੋਲ ਹੈਗਾ, ਔਰ ਇੰਟਰਨੈਟ ਵੀ ਲਗਭਗ ਹਰ ਇਨਸਾਨ ਕੋਲ ਹੈਗਾ ਜਿਹਦੇ ਕੋਲ ਮੋਬਾਈਲ ਹੈਗਾ, ਤਾਂ ਬੇਸਿਕਲੀ ਇਹਦੀ ਰੀਚ ਵੱਧ ਹੋਏਗੀ। ਔਰ ਲਾਸਟ ਟੌਪਿਕ ਹੈ ਆਪਣਾ ਕਿ ਅਖਬਾਰਾਂ ਦੀ ਜ਼ਿੰਮੇਵਾਰੀ, ਕਿ ਅਖਬਾਰਾਂ ਦੀ ਨਿਊਜ਼ਪੇਪਰ ਦੀ ਕੀ ਰਿਸਪੌਂਸਿਬਿਲਿਟੀ ਹੋਣੀ ਚਾਹੀਦੀ ਹੈ। ਅਖਬਾਰਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਦੇਸ਼ ਦੇ ਅਮਨ ਚੈਨ ਅਤੇ ਕਾਨੂੰਨ ਪ੍ਰਬੰਧ ਦਾ ਸਾਰਾ ਜ਼ਿੰਮਾ ਅਖਬਾਰ ਦੇ ਸਿਰ ਹੁੰਦਾ। ਮਤਲਬ ਉਹ ਦੱਸ ਰਿਹਾ ਕਿ ਪੀਸ ਐਂਡ ਪ੍ਰੋਸਪੈਰਿਟੀ ਜਿਹੜੀ ਕੰਟਰੀ ਦੀ ਹੈ ਕਿਸੇ ਦੀ, ਉਹਦਾ ਲਾਅ ਐਂਡ ਆਰਡਰ ਕਿਸ ਤਰੀਕੇ ਨਾਲ ਮੇਨਟੇਨ ਰਹੇਗਾ, ਨਿਊਜ਼ਪੇਪਰ 'ਤੇ ਡਿਪੈਂਡ ਕਰਦਾ। ਵੀ ਨਿਊਜ਼ਪੇਪਰ ਜੇ ਸੋਚ ਸਮਝ ਕੇ ਔਰ ਰਿਸਪੌਂਸਿਬਿਲਿਟੀ ਨਾਲ ਖਬਰ ਛਾਪੇਗਾ ਤਾਂ ਇਹ ਮੇਨਟੇਨ ਰਹਿਣਗੇ, ਔਰ ਦੂਸਰੀ ਤਰਫ ਜੇ ਨਿਊਜ਼ਪੇਪਰ ਭੜਕਾਊ ਖਬਰਾਂ ਛਾਪੇਗਾ ਤਾਂ ਹੋ ਸਕਦਾ ਇਹਦੇ ਨਾਲ ਵੀ ਟੈਨਸ਼ਨਸ ਰਾਈਜ਼ ਹੋ ਜਾਣ ਸੋਸਾਇਟੀ ਦੇ ਵਿੱਚ ਔਰ ਮਾਹੌਲ ਖਰਾਬ ਹੋ ਜਾਏ। ਤਾਂ ਇਹਦੇ ਬਾਅਦ ਇਹਨਾਂ ਨੇ ਲਿਖਿਆ ਕਿ ਫਿਰਕਾਪ੍ਰਸਤੀ ਦੀਆਂ ਖਬਰਾਂ ਅਖਬਾਰ ਨੂੰ ਸੰਜਮ ਅਤੇ ਸੰਤੁਲਨ ਨਾਲ ਬਣਾਉਣ ਦੀ ਲੋੜ ਹੈ। ਮਤਲਬ ਬੇਸਿਕਲੀ ਫਿਰਕਾਪ੍ਰਸਤੀ ਨੂੰ ਕਹਿ ਰਹੇ ਕਿ ਕਮਿਊਨਲਿਜ਼ਮ ਜਾਂ ਕਮਿਊਨਲ ਨਿਊਜ਼ ਜਿਹੜੀ ਹੁੰਦੀ ਹੈ, ਜਿਹੜੀ ਇੱਕ ਜਾਂ ਦੋ ਸੰਪਰਦਾਇ ਦੇ ਲੋਕਾਂ ਨਾਲ ਜੁੜੀ ਹੋਈ ਹੁੰਦੀ ਹੈ, ਸੈਂਸਿਟਿਵ ਨਿਊਜ਼ ਹੁੰਦੀ ਹੈ, ਉਹਨੂੰ ਬੜੇ ਮਤਲਬ ਇਹਨਾਂ ਨੂੰ ਇੱਕ ਬੈਲੈਂਸ ਔਰ ਪੇਸ਼ੈਂਸ ਦੇ ਨਾਲ ਛਾਪਣਾ ਚਾਹੀਦਾ। ਅਖਬਾਰਾਂ ਦਾ ਫਰਜ਼ ਮਤਲਬ ਡਿਊਟੀ ਕਿਸੇ ਭੜਕਾਊ ਆਪਾਂ ਕਹਿ ਸਕਦੇ ਹਾਂ ਇੰਸਟੀਗੇਟਿੰਗ ਖਬਰ ਨੂੰ ਛਾਪਣ ਤੋਂ ਗੁਰੇਜ਼ ਕਰਨਾ ਹੁੰਦਾ। ਮਤਲਬ ਐਸੀ ਖਬਰ ਜਿਹਦੇ ਨਾਲ ਵਾਇਲੈਂਸ ਇੰਸਟੀਗੇਟ ਹੋ ਸਕਦਾ ਵਾ, ਦੰਗੇ ਭੜਕ ਸਕਦੇ ਆ, ਜਾਂ ਲੋਕ ਇੱਕ ਦੂਸਰੇ ਨਾਲ ਨਫ਼ਰਤ ਕਰਨ ਲੱਗ ਸਕਦੇ ਆ, ਨਫ਼ਰਤ ਫੈਲ ਸਕਦੀ ਆ। ਇਹੋ ਜਿਹੀ ਨਿਊਜ਼ ਛਾਪਣ ਤੋਂ ਨਿਊਜ਼ਪੇਪਰ ਨੂੰ ਮਤਲਬ ਗੁਰੇਜ਼ ਕਰਨਾ ਚਾਹੀਦਾ ਵਾ, ਪਰਹੇਜ਼ ਕਰਨਾ ਚਾਹੀਦਾ। ਉਸ ਨੂੰ ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਬਾਰੇ ਖਬਰ ਛਾਪਣ ਲਈ ਬਹੁਤ ਸਾਵਧਾਨੀ ਦੀ ਲੋੜ ਹੁੰਦੀ ਹੈ। ਮਤਲਬ ਇੱਥੇ ਕਿਹਾ ਗਿਆ ਕਿ ਜਿਹੜੀ ਨਿਊਜ਼ ਇਹਨਾਂ ਨੂੰ ਕੋਰਟ ਦੇ ਵਿੱਚ ਕਿਸੇ ਕੇਸ ਦੀ ਟਰਾਇਲ ਚੱਲ ਰਹੀ ਹੈ, ਹੀਅਰਿੰਗ ਚੱਲ ਰਹੀ ਹੈ, ਉਹਦੇ ਤੋਂ ਜੋ ਇਹਨਾਂ ਨੇ ਨਿਊਜ਼ ਛਾਪਣੀ ਆ ਉਹਦੇ 'ਤੇ ਵੀ ਬਹੁਤ ਇਹਨਾਂ ਨੂੰ ਉਹ ਕੇਅਰਫੁਲੀ ਨਿਊਜ਼ ਛਾਪਣੀ ਪੈਂਦੀ ਹੈ। ਇਹਦੇ ਬਾਅਦ ਇਹਨਾਂ ਨੇ ਦੱਸਿਆ ਕਿ ਅਖਬਾਰਾਂ ਨੂੰ ਸਿਰਫ ਮਸਲੇ ਦੇ ਤੱਥਾਂ, ਕਾਰਨਾਂ ਅਤੇ ਸਿੱਟਿਆਂ, ਸੁਝਾਵਾਂ ਆਦਿ ਰਾਹੀਂ ਪ੍ਰਕਾਸ਼ਿਤ ਕੀਤਾ ਹੈ। ਇੱਥੇ ਬੇਸਿਕਲੀ ਸਮਝਾ ਰਿਹਾ ਕਿ ਨਿਊਜ਼ਪੇਪਰ ਜਿਹੜੇ ਆ ਉਹ ਕਿਸੇ ਵੀ ਇਸ਼ੂ ਦੇ ਤੱਥ ਮਤਲਬ ਫੈਕਟ, ਕਾਰਨ ਮਤਲਬ ਰੀਜ਼ਨਸ, ਔਰ ਸਿੱਟੇ ਕਨਕਲੂਜਨ ਮਤਲਬ ਫੈਕਟਸ, ਰੀਜ਼ਨਸ ਔਰ ਕਨਕਲੂਜਨਸ ਦੇ ਬੇਸਿਸ 'ਤੇ ਹੀ ਉਹਨਾਂ ਨੂੰ ਨਿਊਜ਼ ਛਾਪਣੀ ਚਾਹੀਦੀ। ਉਹਨਾਂ ਨੂੰ ਆਪਣਾ ਓਪੀਨੀਅਨ ਨਹੀਂ ਦੇਣਾ ਚਾਹੀਦਾ। ਹਰ ਅਖਬਾਰ ਦਾ ਪੰਜੀਕਰਨ ਪ੍ਰੈਸ ਰਜਿਸਟਰਾਰ ਕੋਲ ਹੁੰਦਾ ਹੈ। ਮਤਲਬ ਪੰਜੀਕਰਨ ਮਤਲਬ ਰਜਿਸਟ੍ਰੇਸ਼ਨ।
ਇਸ ਲਈ ਪੱਤਰਕਾਰ ਨੂੰ ਪ੍ਰੈਸ ਨਾਲ ਸੰਬੰਧਿਤ ਨਿਯਮ, ਇੱਥੇ ਨਿਯਮਾਂ ਲਿਖਿਆ, ਇੱਥੇ ਨਿਯਮ ਆਏਗਾ, ਬੇਸਿਕਲੀ ਰੂਲਸ। ਨਿਯਮਾਂ ਜਾਂ ਸੀਮਾਵਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਮਤਲਬ ਉਹ ਕਹਿ ਰਿਹਾ ਰੂਲਸ ਔਰ ਲਿਮਿਟਸ ਦਾ ਵਿੱਚ ਰਹਿ ਕੇ ਹਰੇਕ ਰਿਪੋਰਟਰ ਨੂੰ ਨਿਊਜ਼ ਮਤਲਬ ਲਿਆਉਣੀ ਚਾਹੀਦੀ ਆ ਜਾਂ ਛਾਪਣੀ ਚਾਹੀਦੀ ਆ। ਅਖਬਾਰ ਨੂੰ ਨਿਰਪੱਖ, ਇਮਾਨਦਾਰ ਅਤੇ ਜਵਾਬਦੇਹ ਹੋਣਾ ਚਾਹੀਦਾ ਹੈ। ਨਿਰਪੱਖ ਮਤਲਬ ਹੁੰਦਾ ਵਾ ਵੀ ਜਿਹੜਾ ਪੱਖਪਾਤ ਨਾ ਕਰੇ, ਬੇਸਿਕਲੀ ਪ੍ਰੈਜੂਡਿਸ ਨਾ ਕਰੇ, ਔਰ ਇਮਾਨਦਾਰ ਹੋਵੇ, ਓਨੈਸਟ ਹੋਵੇ ਔਰ ਆਨਸਰੇਬਲ ਹੋਵੇ। ਖਬਰ ਨੂੰ ਨਿਰਖ ਪਰਖ ਕੇ ਪੂਰੀ ਸਪਸ਼ਟਤਾ ਅਤੇ ਪਾਰਦਰਸ਼ਤਾ ਨਾਲ ਪ੍ਰਕਾਸ਼ਿਤ ਕਰਨਾ ਚਾਹੀਦਾ। ਮਤਲਬ ਇਹ ਕਹਿ ਰਿਹਾ ਕਿ ਨਿਊਜ਼ਪੇਪਰ ਨੂੰ ਪਹਿਲੇ ਨਿਊਜ਼ ਨੂੰ ਪਰਖਣਾ ਚਾਹੀਦਾ ਵਾ, ਫਿਰ ਉਹਦੀ ਜਿਹੜੀ ਕਲੈਰਿਟੀ ਆ ਉਹਨੂੰ ਦੇਖਣਾ ਚਾਹੀਦਾ, ਔਰ ਉਹਦੀ ਟਰਾਂਸਪੇਰੈਂਸੀ ਦੇ ਨਾਲ ਨਿਊਜ਼ ਨੂੰ ਛਾਪਣਾ ਚਾਹੀਦਾ। ਕੋਈ ਵੀ ਇਹਦੇ 'ਤੇ ਪਰਦਾ ਨਹੀਂ ਲਾਉਣਾ ਚਾਹੀਦਾ। ਇਹ ਨਹੀਂ, ਇਹਨਾਂ ਨੂੰ ਸੋਰਸਿਸ ਨਹੀਂ ਲੁਕਾਉਣੇ ਚਾਹੀਦੇ, ਕਿੱਥੋਂ ਨਿਊਜ਼ ਆਈ, ਨਿਊਜ਼ ਦੇ ਵਿੱਚ ਸੱਚ ਕੀ ਹੈ, ਕਿਸੇ ਇੱਕ ਐਸਪੈਕਟ ਨੂੰ ਲੁਕੋਤਾ। ਮਤਲਬ ਐਜ਼ ਇਟ ਇਜ਼ ਜੋ ਨਿਊਜ਼ ਹੈ ਫੈਕਟਸ ਦੇ ਬੇਸਿਸ 'ਤੇ ਉਹਨੂੰ ਛਾਪਣਾ ਚਾਹੀਦਾ ਵਾ। ਔਰ ਅਖੀਰ 'ਤੇ ਇਹਨਾਂ ਨੇ ਕਿਹਾ ਕਿ ਪੱਖਪਾਤ ਤੋਂ ਮੁਕਤ ਹੋਣਾ ਚਾਹੀਦਾ, ਵੀ ਬੇਸਿਕਲੀ ਪ੍ਰੈਜੂਡਿਸ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ।